ਡਾਕਟਰ ਅਮਰਜੀਤ ਸਿੰਘ ਗੋਰਖੀ ਦਾ ਨੋਵਲ ਜਿੱਥੇ ਗਈਆਂ ਬੇੜੀਆਂ ਦਾ ਤੀਸਰਾ ਭਾਗ ਪਹਿਲਾ ਅੰਗ। ਇਨਕਲਾਬੀ ਹੋਵੇ ਜਾਂ ਸੰਨਿਆਸੀ, ਮੋਹ ਦੀ ਅਭਿਲਾਸ਼ਾ ਕਿਸੇ ਨਾ ਕਿਸੇ ਰੂਪ 'ਚ ਬਣੀ ਰਹਿੰਦੀ ਹੈ। ਮੇਰੀ ਵੀ ਅਭਿਲਾਸ਼ਾ ਪੂਰੀ ਨਹੀਂ ਹੋਈ, ਭਾਵੇਂ ਮਨ ਅੰਦਰ ਇਨਕਲਾਬ ਦਾ ਜੋਸ਼ ਉਤਸ਼ਾਹ 'ਚ ਰੱਖਦਾ ਹੈ ਤੇ ਦਿਨੇ ਰਾਤ ਪਾਰਟੀ ਦੇ ਕੰਮਾਂ ਵਾਸਤੇ ਭਜਾਈ ਰੱਖਦਾ ਹੈ, ਪਰ ਚਿੱਤ ਇਹੋ ਕਰਦਾ ਹੈ ਕਿ ਇਸ ਵਿਖੜੇ ਪੈਂਡੇ ਤੇ ਕੋਈ ਐਸਾ ਸੰਗੀ ਸਾਥੀ ਹੋਵੇ ਜਿਹੜਾ ਇਸ ਪੈਂਡੇ ਤੇ ਟੁਰਦਿਆਂ ਮਨ ਨੂੰ ਉਤਸ਼ਾਹ 'ਚ ਰੱਖੇ, ਜਿਸ ਦੀਆਂ ਅੱਖਾਂ 'ਚ ਜੱਚਣ ਲਈ ਤੇ ਉਹਦੀਆਂ ਨਜ਼ਰਾਂ 'ਚ ਚੜ੍ਹਨ ਲਈ ਉੱਡਿਆ ਫਿਰਾਂ। ਇਨਕਲਾਬ ਦੀ ਅਭਿਲਾਸ਼ਾ ਤੇ ਸੰਘਰਸ਼ ਜਿਸ ਸੁਪਨੇ ਲਈ ਕਰਦੇ ਸੀ, ਉਹੀ ਸੁਪਨਾ ਮੋਹ ਤੋਂ ਬਿਨਾਂ ਰੁੱਖਾ ਰੁੱਖਾ ਲੱਗਦਾ। ਕਈ ਵਾਰ ਹੈਰਾਨ ਹੁੰਦਾ ਕਿ ਇਨਕਲਾਬ ਨੇ ਮੇਰਾ ਸਾਰਾ ਮਨ ਮੱਲਿਆ ਹੋਇਆ ਹੈ, ਫਿਰ ਵੀ ਕੋਈ ਖੂੰਜਾ ਸਖਣਾ ਸਖਣਾ ਲੱਗਦਾ ਹੈ। ਇਸ ਸਖਣੇ ਖੂੰਜੇ ਨੂੰ ਭਰਿਆ ਸੋਨੀਆ ਨੇ, ਜਿਹੜੀ ਉਹਨਾਂ ਸਾਰੀਆਂ ਕੁੜੀਆਂ ਨਾਲੋਂ ਵੱਖਰੀ ਸੀ, ਜਿਹੜੀਆਂ ਉਹਦੇ ਤੋਂ ਪਹਿਲਾਂ ਮੇਰੀ ਜ਼ਿੰਦਗੀ 'ਚ ਆਈਆਂ ਸਨ। ਇੱਕ ਇਹੀ ਵਿਡੰਬਨਾ ਹੈ ਕਿ ਏਡੇ ਵੱਡੇ ਹਿੰਦੁਸਤਾਨ 'ਚ ਕੋਈ ਕੁੜੀ ਇੰਨੀ ਦਲੇਰ ਨਹੀਂ ਸੀ ਜਿਹੜੀ ਗਰੀਬੀ ਬਾਰੇ ਬਣੇ ਆਪਣੇ ਸੰਸਕਾਰਾਂ ਵਿਚਾਰਾਂ ਦੀ ਲੀਕ ਨੂੰ ਟੱਪ ਕੇ ਮੇਰੇ ਨਾਲ ਟੁਰਨ ਦਾ ਫੈਸਲਾ ਕਰ ਸਕਦੀ। ਸ਼ਾਇਦ ਮੇਰੀ ਇੱਕ ਖੁਸ਼ਫਹਿਮੀ ਸੀ ਕਿ ਕੁੜੀਆਂ ਮੇਰੇ ਨਾਲ ਟੁਰਨਗੀਆਂ ਜਿਹੜੀਆਂ ਮੇਰੀ ਸ਼ੇਰੋ ਸ਼ਾਇਰੀ ਸੁਣ ਕੇ ਗਦਗਦ ਹੁੰਦੀਆਂ ਸਨ, ਰਾਤਾਂ ਨੂੰ ਮੇਰੇ ਨਾਲ ਸੁੰਨੀਆਂ ਸੜਕਾਂ ਤੇ ਸੈਰ ਕਰ ਲੈਂਦੀਆਂ ਸਨ, ਚੋਰੀ ਦੇ ਚੁੰਮਣ ਦਿੰਦੀਆਂ ਗਲੇ ਨਾਲ ਹੀ ਲਟਕ ਜਾਂਦੀਆਂ ਸਨ। ਉਹੀ ਕੁੜੀਆਂ ਚੁੱਪ ਕਰਕੇ ਮਾਪਿਆਂ ਦੇ ਲੱਭੇ ਵਾਰ ਨਾਲ ਵਿਆਹ ਕਰਾ ਕੇ ਲਾਲ ਚੂੜੇ ਛਣਕਾਉਂਦੀਆਂ ਡੋਲੀ 'ਚ ਬਹਿ ਜਾਂਦੀਆਂ ਸਨ। ਪਰ ਸੋਨੀਆ ਇਹਨਾਂ ਸਾਰੀਆਂ ਕੁੜੀਆਂ ਨਾਲੋਂ ਵੱਖਰੀ ਸੀ। ਉਹ ਵਲੈਤੋਂ ਆਈ ਸੀ, ਕਈ ਆਉਂਦੀਆਂ ਨੇ, ਉੱਥੋਂ ਬਾਬਾ ਜੀ ਦਾ ਪਤਾ ਲੈ ਕੇ ਆਈ ਸੀ। ਪਾਰਟੀ ਦਫ਼ਤਰ ਆਈ ਤਾਂ ਫਿਰ ਕਿਹਨੇ ਬਾਬਾ ਜੀ ਕੋਲ ਜਾਣ ਦੇਣਾ ਸੀ। ਕਹਿੰਦੀ ਮੈਂ ਇੰਗਲੈਂਡ ਦੀ ਕਮਿਊਨਿਸਟ ਪਾਰਟੀ ਦੀ ਮੈਂਬਰ ਹਾਂ। ਮੈਨੂੰ ਯਾਦ ਹੈ, ਮੈਂ ਉਹਦੀ ਗੱਲ ਸੁਣ ਕੇ ਉਹਦੇ ਮੂੰਹ ਵੱਲ ਤੱਕਿਆ। ਰੰਗ ਗੋਰਾ, ਅੱਖਾਂ ਤੇ ਐਨਕ ਭੈੜੀ ਨਹੀਂ ਸੀ ਲੱਗਦੀ, ਕੱਦ ਬੜਾ ਲੰਮਾ ਨਹੀਂ ਸੀ, ਦਰਮਿਆਨਾ ਜਿਹਾ। ਉਹਨੇ ਸਲਵਾਰ ਕਮੀਜ਼ ਪਾਈ ਹੋਈ ਸੀ, ਲੱਗਦੀ ਤੇ ਦੇਸੀ ਕੁੜੀ ਏ, ਵਲੈਤੋਂ ਆਈ ਲੱਗਦੀ ਨਹੀਂ, ਗੱਲਾਂ ਵੀ ਪੰਜਾਬੀ 'ਚ ਕਰਦੀ ਏ। ਮੈਂ ਉਹਨੂੰ ਆਪਣੇ ਸਾਹਮਣੇ ਕੁਰਸੀ ਤੇ ਬਿਠਾ ਲਿਆ। ਦਫ਼ਤਰ 'ਚ ਇੱਕ ਦੋ ਹੋਰ ਕਾਮਰੇਡ ਵੀ ਸਨ। ਮੈਂ ਉਹਨਾਂ ਵੱਲ ਤੱਕਿਆ ਸੀ, ਉਹ ਵੀ ਗੱਲਾਂ ਛੱਡ ਕੇ ਇੱਧਰ ਹੀ ਤੱਕਦੇ ਪਏ ਸਨ। ਮੇਰਾ ਜੀ ਕੀਤਾ ਕਿ ਮੈਂ ਉੱਧਰ ਤੱਕਦਿਆਂ ਅੱਖ ਦੱਬਦਿਆਂ ਮਸਾਂ ਹੀ ਆਪਣੇ ਆਪ ਨੂੰ ਰੋਕਿਆ। ਕਾਮਰੇਡ ਸੁਦਾਮਾ, ਚਾਹ ਪੀਏਗਾ? ਮੈਂ ਤੇ ਐਵੇਂ ਸੁਲਾ ਮਾਰੀ ਸੀ, ਪਰ ਉਹ ਢੀਠ ਕਹਿਣ ਲੱਗਾ, ਪੀ ਲਾਂਗੇ। ਜਾ ਫਿਰ 4 ਕੱਪ ਕਹਿ ਕੇ ਆ। ਮੈਨੂੰ ਤੇ ਲੋੜ ਨਹੀਂ, ਕੋਈ ਨਾ, ਪਹਿਲੀ ਵਾਰ ਆਇਓ, ਚਾਹ ਤੇ ਅਸੀਂ ਪਿਆਵਾਂਗੇ। ਸੋਨੀਆ ਚੁੱਪ ਰਹੀ ਸੀ, ਆਪਣੀ ਆਦਤ ਤੋਂ ਮਜਬੂਰ। ਮੈਂ ਉਸੇ ਵੇਲੇ ਹੀ ਆਪਣੇ ਮਨ 'ਚ ਗਿਣਤੀਆਂ ਮਿਣਤੀਆਂ ਕਰਨ ਲੱਗ ਪਿਆ ਸੀ। ਐਨਕ ਹੋਵੇ ਪਰ ਸੋਹਣੀ ਲੱਗਦੀ ਹੈ, ਵਲੈਤੋਂ ਆਈਏ, ਪੜ੍ਹੀ ਲਿਖੀ ਤੇ ਹੋਏਗੀ, ਪਤਾ ਨਹੀਂ ਰਹਿੰਦੀ ਕਿੱਥੇ ਵੇ। ਤੁਸੀਂ ਰਹਿੰਦੇ ਕਿੱਥੇ ਹੋ? ਮੈਂ ਜੋ ਸੋਚਿਆ ਸੀ 7 ਹੀ ਮੇਰੇ ਮੂੰਹ ਨਿਕਲ ਗਿਆ। ਸਿਵਲ ਲਾਈਨਸ ਡੈਡੀ ਦੀ ਕੋਠੀ ਹੈ। ਹਿੰਦੁਸਤਾਨ ਆਉਣ ਦਾ ਕਿਵੇਂ ਪ੍ਰੋਗਰਾਮ ਬਣ ਗਿਆ? ਬਸ ਐਵੇਂ, ਕੀਨੀਆ ਤੋਂ ਵਾਪਸ ਆਉਣ ਬਾਰੇ ਸੋਚਿਆ ਤੇ ਆ ਗਏ। ਤੇ ਤੁਸੀਂ ਕੀਨੀਆ ਤੋਂ ਆਏ ਹੋ? ਡੈਡੀ ਮੇਰੇ ਤੇ ਕੀਨੀਆ ਹੀ ਸਨ, ਮੈਂ ਵਲੈਤ ਪੜ੍ਹਦੀ ਸਾਂ। ਚਾਹ ਆ ਗਈ, ਗੱਲ ਬਾਤ ਰੁਕ ਗਈ। ਇੱਥੇ ਇਹੋ ਜਿਹੀ ਚਾਹ ਹੀ ਮਿਲਦੀ ਹੈ, ਮੈਂ ਸ਼ਰਮਿੰਦਗੀ ਦੀ ਸੁਰ 'ਚ ਕਿਹਾ। ਬੜੀ ਵਧੀਆ ਹੈ, ਉੱਥੇ ਤੇ ਇਹੋ ਜਿਹੀ ਚਾਹ ਹੀ ਨਹੀਂ ਮਿਲਦੀ। ਉੱਥੇ ਕਿਸ ਫੀਲਡ 'ਚ ਕੰਮ ਕਰਦੇ ਸੋ? ਸਟੂਡੈਂਟ ਫਰੰਟ ਤੇ, ਹੋਰ ਹਾਲੀ ਕਿਧਰੇ ਨਹੀਂ। ਤੇ ਇੱਥੇ? ਮੈਂ ਤੇ ਚਾਹੁੰਦਾ ਸੀ ਕਿ ਇੱਥੇ ਹਿੰਦੁਸਤਾਨ 'ਚ ਟ੍ਰੇਡ ਯੂਨੀਅਨ ਫਰੰਟ ਤੇ ਕੰਮ ਕਰੇ। ਆਪਣੇ ਨਾਲ ਕੰਮ ਕਰੇਗੀ ਤੇ ਸਾਡੇ ਕੋਲੋਂ ਕੁਝ ਸਿੱਖ ਆ ਜਾਏਗੀ। ਆਪਣੇ ਬਾਰੇ ਤੇ ਆਪਣੀ ਲਿਆਕਤ ਬਾਰੇ ਜਿਹੜਾ ਭਰਮ ਸੀ, ਉਸੇ ਨੇ ਮੈਨੂੰ ਇਹ ਚਿਤਾਰਨ ਦੀ ਪ੍ਰੇਰਨਾ ਦਿੱਤੀ ਸੀ। ਉਸ ਵੇਲੇ ਉਹ ਕੀ ਸੋਚਦੀ ਹੈ ਇਹਦੇ ਬਾਰੇ ਕੋਈ ਧਿਆਨ ਨਹੀਂ ਸੀ। ਠੀਕ ਹੈ, ਤੁਸੀਂ ਸਟੱਡੀ ਸਰਕਲ 'ਚ ਆਇਆ ਜੇ, ਹੋਰ ਕਾਮਰੇਡਾਂ ਨਾਲ ਵੀ ਮੁਲਾਕਾਤ ਹੋ ਜਾਏਗੀ। ਕੌਣ ਲੈਂਦਾ ਸਟੱਡੀ ਸਰਕਲ? ਉਹਨੇ ਜਦੋਂ ਪੁੱਛਿਆ ਤਾਂ ਇੱਕ ਵਾਰੀ ਤੇ ਮੇਰੇ ਅੰਦਰ ਅਭਿਮਾਨ ਜਾਗਿਆ, ਕਹਿ ਦਿਆਂ ਕਿ ਮੈਂ ਲੈਣਾ, ਪਰ ਫਿਰ ਆਪਣੇ ਆਪ ਨੂੰ ਕਾਬੂ ਕੀਤਾ ਤੇ ਕਿਹਾ, ਕਦੀ ਕੋਈ ਕਦੀ ਕੋਈ। ਮੈਂ ਉਹਨੂੰ ਬਾਹਰ ਗੇਟ ਤਾਈਂ ਛੱਡਣ ਆਇਆ ਤਾਂ ਲਾਹੌਰ ਬੁੱਕ ਸ਼ਾਪ ਦਾ ਜੀਵਨ ਸਿੰਘ ਤੇ ਅਜਾਇਬ ਚਿੱਤਰਕਾਰ ਉੱਥੇ ਖਲੇ ਸਨ। ਤੇ ਜਦੋਂ ਸੋਨੀਆ ਨੇ ਆਪਣੀ ਕਾਰ ਦਾ ਬੂਹਾ ਖੋਲ ਕੇ ਹੱਥ ਖਿਲਾ ਕੇ ਬਾਈ ਕਿਹਾ ਤਾਂ ਇੱਕ ਵਾਰੀ ਤੇ ਉਹਦੀ ਵਲੈਤੀ ਕਾਰ ਵੇਖ ਕੇ ਇਹੀ ਸੋਚਿਆ, ਇਹ ਤੇ ਪੂਰੀ ਬੁਰਜੂਆ ਹੈ, ਇਹਨੇ ਕਿਹੜਾ ਪਾਰਟੀ ਦਾ ਕੰਮ ਕਰ ਲੈਣਾ। ਤਾਂ ਵੀ ਜਦੋਂ ਮੈਂ ਉਹਦੇ ਘਰ ਦਾ ਪਤਾ ਪੁੱਛਿਆ ਤਾਂ ਮੇਰੇ ਮਨ ਵਿੱਚ ਇਹ ਗੱਲ ਪੱਕੀ ਸੀ ਕਿ ਇਹਨੂੰ ਪੀਪਲਜ਼ ਡੈਮੋਕ੍ਰੇਸੀ ਅਖਬਾਰ ਦੇਣ ਜ਼ਰੂਰ ਜਾਣਾ। ਇਹ ਵੀ ਇੱਕ ਸ਼ੁਗਲ ਸਹੀ, ਤੇ ਜੇ ਅੱਗੇ ਕਿਸੇ ਕੁੜੀ ਨੇ ਰੋਮਾਂਸ ਲੜਾਉਣ ਤੋਂ ਵੱਧ ਸਾਥ ਨਹੀਂ ਦਿੱਤਾ, ਇਹਨੂੰ ਵੀ ਤੱਕ ਲੈਂਦੇ ਆ, ਇਹ ਕਿੱਥੋਂ ਤੱਕ ਜਾ ਸਕਦੀ ਹੈ। ਪਰ ਉਹਨੂੰ ਟੋਰ ਕੇ ਜਦੋਂ ਵਾਪਸ ਮੁੜਿਆ ਤਾਂ ਜੀਵਨ ਸਿੰਘ ਦੁਕਾਨ ਅੰਦਰ ਜਾ ਚੁੱਕਾ ਸੀ, ਪਰ ਅਜਾਇਬ ਉਵੇਂ ਦਾ ਉਵੇਂ ਖਲਾ ਸੀ, ਸਰਸਰੀ ਤੱਕਣੀ ਵੇਂਦਾ। ਮੈਂ ਫਿਰ ਦਫ਼ਤਰ 'ਚ ਚਲਾ ਗਿਆ। ਸ਼ਾਮੀ ਜਦੋਂ ਕਮਿਊਨ ਪਹੁੰਚਿਆ ਤਾਂ ਮੈਂ ਜੱਸੀ ਨੂੰ ਕਿਹਾ, ਅੱਜ ਇੱਕ ਵਲੈਤੀ ਕੁੜੀ ਆਈ ਸੀ, ਤੇਰਾ ਜ਼ਿਕਰ ਕਰਦੀ ਸੀ। ਆਹੋ, ਇੱਥੇ ਵੀ ਆਈ ਸੀ ਬਾਬਾ ਜੀ ਕੋਲ। ਕਿੰਨਾ ਚਿਰ ਗੱਲਾਂ ਮਾਰਦੀ ਰਹੀ ਬਾਬਾ ਜੀ ਨਾਲ ਇੱਥੋਂ ਦੀ ਪਾਰਟੀ ਦੀ
ਦੀਆਂ ਨੀਤੀਆਂ ਬਾਰੇ ਬਹਿਸ ਕਰਦੀ ਰਹੀ। ਅਸਾਂ ਤੇਰੇ ਵੱਲ ਟੋਰਤੀ ਸੀ, ਕੈਸੀ ਲੱਗੀ? ਪੁੱਛਣਾ ਤੇ ਜੱਸੀ ਨੇ ਵੀ ਮੇਰੇ ਕੋਲੋਂ ਸੀ, ਪਰ ਪੁੱਛ ਮੈਂ ਲਿਆ ਉਹਦੇ ਕੋਲੋਂ। ਮੈਨੂੰ ਪਤਾ ਸੀ ਹਾਲੀ ਮੇਰਾ ਇਹ ਗੱਲਾਂ ਪੁੱਛਣ ਦਾ ਕੋਈ ਮਤਲਬ ਨਹੀਂ ਸੀ, ਪਰ ਮੈਂ ਆਪਣੇ ਅੰਦਰੋਂ ਉੱਠਣ ਵਾਲੇ ਸਵਾਲਾਂ ਤੋਂ ਬਚ ਨਹੀਂ ਸੀ ਸਕਿਆ। ਗੱਲਾਂ ਤਾਂ ਮੈਂ ਹੋਰ ਵੀ ਕਈ ਪੁੱਛਣੀਆਂ ਸਨ, ਪਰ ਜੱਸੀ ਕੋਲੋਂ ਕਿਉਂ ਪੁੱਛਾਂ? ਸੋਨੀਆ ਕੋਲੋਂ ਸਿੱਧੀਆਂ ਪੁੱਛ ਲਵਾਂਗਾ। ਜਦੋਂ ਪਹਿਲੀ ਵਾਰ ਸੋਨੀਆ ਸਟੱਡੀ ਸਰਕਲ ਲਾਉਣ ਆਈ ਸੀ ਤਾਂ ਮੇਰੇ ਬੋਲ ਵਿੱਚ ਸੁਭਾਅ ਕੀ ਹੀ ਇੱਕ ਤਿੱਖਾਪਨ ਆ ਗਿਆ ਸੀ। ਉਸ ਵੇਲੇ ਮੈਨੂੰ ਇਹ ਗੱਲ ਸਹੀ ਨਹੀਂ ਹੋਈ, ਪਰ ਜਦੋਂ ਬਾਅਦ 'ਚ ਇੱਕ ਮਜ਼ਦੂਰ ਨੇ ਕਿਹਾ, ਕਾਮਰੇਡ ਅੱਜ ਤੁਸੀਂ ਬੜੇ ਜੋਸ਼ 'ਚ ਬੋਲੇ, ਤਾਂ ਮੈਨੂੰ ਆਪਣੀ ਅਚਿੰਤੀ ਭਾਵੁਕਤਾ ਤੇ ਹੈਰਾਨੀ ਜੀ ਹੋਈ ਸੀ। ਮੈਨੂੰ ਆਪ ਤੇ ਹੈਰਾਨੀ ਦੇ ਨਾਲ ਥੋੜਾ ਗੁੱਸਾ ਵੀ ਆਇਆ ਸੀ। ਕੁੰਦਨ ਕੁਮਾਰ ਸ਼ਰਮਾ, ਤੂੰ ਲੀਡਰ ਹੈ ਲੋਕਾਂ ਦਾ, ਤੇਰੀ ਇੱਥੇ ਇੱਜ਼ਤ ਮਾਣ ਹੈ। ਇਹ ਸਾਰੇ ਲੋਕ ਤੇਰੇ ਕੋਲੋਂ ਕੁਝ ਸਿੱਖਣ ਆਏ ਨੇ। ਤੂੰ ਆਪਣੇ ਮਨ ਤੇ ਕਾਬੂ ਨਹੀਂ ਰੱਖ ਸਕਦਾ। ਲੋਕਾਂ ਨੂੰ ਤੂੰ ਪ੍ਰੇਰ ਲਏਗਾ, ਪਰ ਦੂਜੇ ਪਲ ਖਿਆਲ ਆਇਆ, ਕੁੰਦਨ ਕੁਮਾਰ ਸ਼ਰਮਾ ਤੂੰ ਇਨਕਲਾਬੀ ਹੈ, ਸ਼ਾਇਰ ਹੈ, ਜਵਾਨ ਹੈ। ਤੈਨੂੰ ਇੱਥੇ ਕੰਮ ਕਰਦਿਆਂ ਕਦੀ ਇਹ ਸੋਚ ਆਈ ਹੈ ਕਿ ਤੂੰ ਇੱਥੇ ਕਿਉਂ ਪਿਆ ਕੰਮ ਕਰਦਾ, ਘਰੋਂ ਬੇਘਰ ਹੋ ਕੇ, ਕਦੀ ਕਮਿਊਨ ਵਿੱਚ ਤੇ ਕਦੀ ਆਪੇ ਉਂਗਲਾਂ ਸਾੜਦਾ, 2 ਬੁਰਕੀਆਂ ਖਾਣ ਲਈ। ਤੇ ਜੇ ਅੱਜ ਸੋਨੀਆ ਦੇ ਆਉਣ ਨਾਲ ਤੇਰੇ ਮਨ 'ਚ ਉਤਸ਼ਾਹ ਜਾਗਿਆ ਤੇ ਇਹਦੇ ਵਿੱਚ ਮਾੜੀ ਗੱਲ ਕਿਹੜੀ ਹੈ? ਇਹ ਤੇ ਤੇਰੀ ਕੁਰਬਾਨੀ ਨੂੰ ਪੁੱਟ ਦੇਣ ਵਾਲੀ ਗੱਲ ਹੈ। ਕੁੰਦਨ ਕੁਮਾਰ ਸ਼ਰਮਾ, ਤੂੰ ਕਦੀ ਆਪਣੇ ਆਪ ਨੂੰ ਇਨਕਲਾਬ ਨਾਲੋਂ ਵੱਖ ਕਰਕੇ ਤੱਕਿਆ? ਤੈਨੂੰ ਆਪਣੇ ਅੱਗੇ ਇੱਕ ਲੰਮੀ ਲੜਾਈ ਨਜ਼ਰ ਆਉਂਦੀ ਹੈ। ਜਿਸ ਮੋਰਚੇ ਤੇ ਤੇਰੀ ਡਿਊਟੀ ਹੈ ਤੂੰ ਉੱਥੇ ਡਟਿਆ ਹੋਇਆ, ਕਦੀ ਥਿੜਕਿਆ ਨਹੀਂ। ਜੇ ਕਦੀ ਕਿਸੇ ਰੰਜਨਾਪੁਰੀ ਨੇ ਤੈਨੂੰ ਪ੍ਰੇਰਨਾ ਦਿੱਤੀ ਹੈ ਤੇ ਤੇਰੇ ਟੀਚੇ 'ਚ, ਨਿਸ਼ਾਨੇ 'ਚ ਕੋਈ ਰੁਕਾਵਟ ਨਹੀਂ ਪਈ। ਤੇਰੀ ਪਹਿਲੀ ਮੁਹੱਬਤ ਤੇਰੀ ਪਾਰਟੀ ਰਹੀ ਹੈ। ਅੱਜ ਜੇ ਸੋਨੀਆ ਦੇ ਆਉਣ ਨਾਲ ਤੇਰਾ ਬੋਲ ਤਿੱਖਾ ਹੋ ਗਿਆ ਤੇ ਖੁਸ਼ੀ ਦੀ ਗੱਲ ਹੈ। ਕਦੀ ਵੀ ਤੂੰ ਕਿਸੇ ਕੁੜੀ ਲਈ ਪਾਰਟੀ ਛੱਡ ਕੇ ਰੋਟੀਆਂ ਕਮਾਉਣ ਦੀ ਆਰ ਬਾਰੇ ਨਹੀਂ ਸੋਚਿਆ। ਤੇਰੀ ਤੇ ਸਦਾ ਹੀ ਇਹ ਇੱਛਾ ਰਹੀ ਹੈ ਕਿ ਕੁੜੀਆਂ ਤੇਰੇ ਨਾਲ ਰਲ ਕੇ ਪਾਰਟੀ ਦਾ ਕੰਮ ਕਰਨ, ਇਨਕਲਾਬ ਲਈ ਜੂਝਣ। ਤੇਰੀ ਖੁਸ਼ੀ ਆਪਣਾ ਆਦਰਸ਼ ਹੈ। ਇਹ ਕੁੜੀਆਂ ਤੇਰੀ ਖੁਸ਼ੀ 'ਚ ਸ਼ਾਮਲ ਹੋਣ ਭਾਵੇਂ ਅੱਜ ਤੱਕ। ਮੈਨੂੰ ਅੱਜ ਤੱਕ ਇਹ ਸਮਝ ਨਹੀਂ ਆਈ ਕਿ ਮੇਰੇ ਮਨ 'ਚ ਇਹ ਭਾਵਨਾ ਕਿਉਂ ਨਹੀਂ ਜਾਂਦੀ ਕਿ ਮੈਂ ਗਰੀਬ ਹਾਂ। ਕੀ ਮੈਨੂੰ ਗਰੀਬ ਹੋਣਾ ਮਿਹਣੇ ਵਾਲੀ ਗੱਲ ਲੱਗਦੀ ਹੈ? ਕੀ ਇਹਨੇ ਮੇਰੇ ਅੰਦਰ ਹੀਨ ਭਾਵਨਾ ਪੈਦਾ ਕਰ ਦਿੱਤੀ ਹੈ? ਕਿਤੇ ਮੇਰੇ ਧੁਰ ਅੰਦਰ ਇਹ ਗੱਲ ਤੇ ਨਹੀਂ ਵਸ ਗਈ ਕਿ ਮੇਰੀ ਗਰੀਬੀ ਮੇਰੀਆਂ ਖੁਸ਼ੀਆਂ ਲਈ ਰੁਕਾਵਟ ਹੈ? ਕੀ ਆਦਰਸ਼ ਤੇ ਖੁਸ਼ੀਆਂ ਇੱਕ ਦੂਜੇ ਦੇ ਵਿਰੋਧੀ ਨੇ? ਕੀ ਇਸ਼ਕ ਖੁਸ਼ੀਆਂ ਦਿੰਦਾ ਤੇ ਇਨਕਲਾਬ ਦੇ ਰਾਹ ਦੀ ਰੁਕਾਵਟ ਬਣਦਾ? ਪਰ ਨਹੀਂ, ਸੋਨੀਆ ਆਪ ਮੇਰੇ ਵਾਂਗ ਇਨਕਲਾਬ ਦੇ ਸੁਪਨੇ ਲੈਂਦੀ ਹੈ, ਪਰ ਉਹ ਅਮੀਰ ਬਾਪ ਦੀ ਬੇਟੀ ਹੈ, ਕਾਰ ਹੈ, ਪਿਤਾ ਦੀ ਕੋਠੀ ਹੈ। ਕੀ ਇਹ ਵੀ ਦੂਜੀਆਂ ਕੁੜੀਆਂ ਵਾਂਗ 4 ਦਿਨਾਂ ਦੀ ਰੌਣਕ ਲਾ ਕੇ ਲਾਮੇ ਤੇ ਨਹੀਂ ਹੋ ਜਾਏਗੀ? ਇਹ ਸਵਾਲ ਕਦੇ ਉਹਨੂੰ ਨਿਗੂਣੇ ਲੱਗਦੇ, ਕਦੀ ਬੜੇ ਵੱਡੇ ਸਵਾਲ ਜਾਪਦੇ, ਪਰ ਇਹ ਸਵਾਲ ਉਹ ਸਨ ਜਿਨ੍ਹਾਂ ਦਾ ਜਵਾਬ ਉਹ ਅੱਜ ਤੱਕ ਨਹੀਂ ਸੀ ਲੱਭ ਸਕਿਆ। ਬਾਰ-ਬਾਰ ਉਹਨੂੰ ਇਹੋ ਜਾਪਦਾ ਕਿ ਇਨਕਲਾਬ ਨਹੀਂ, ਸਗੋਂ ਦੀ ਗਰੀਬੀ ਉਹਦੇ ਰਾਹ ਦੀ ਰੁਕਾਵਟ ਹੈ। ਪਰ ਇੰਨਾ ਪਤਾ ਹੁੰਦਿਆਂ ਵੀ ਉਹਨੇ ਗਰੀਬੀ ਦੂਰ ਕਰਨ ਲਈ ਪਾਰਟੀ ਛੱਡਣ ਬਾਰੇ ਕਦੀ ਨਹੀਂ ਸੀ ਸੋਚਿਆ। ਹਾਂ, ਇਹ ਖਿਆਲ ਉਹਦੇ ਮਨ 'ਚ ਜ਼ਰੂਰ ਆਉਂਦਾ ਸੀ ਕਿ ਜੇ ਉਹਦੇ ਮਾਪੇ ਸੌਖੇ ਹੁੰਦੇ ਤਾਂ ਕੁੜੀ ਨੂੰ ਜਾਂ ਕੁੜੀ ਵਾਲਿਆਂ ਨੂੰ ਕੁੜੀ ਦੇ ਭੁੱਖੇ ਮਰਨ ਦਾ ਖਦਸ਼ਾ ਨਾ ਹੁੰਦਾ। ਸ਼ਾਇਦ ਉਹਨੂੰ ਆਪ ਨੂੰ ਵੀ ਹੀਣਤਾ ਦਾ ਅਹਿਸਾਸ ਨਾ ਹੁੰਦਾ, ਜਾਂ ਸ਼ਾਇਦ ਅੱਜ ਤੱਕ ਜਿੰਨੀਆਂ ਵੀ ਕੁੜੀਆਂ ਉਹਨੂੰ ਟੱਕਰੀਆਂ ਸਨ ਉਹ ਸਾਰੀਆਂ ਹੀ ਅਮੀਰਾਂ ਦੀਆਂ ਕੁੜੀਆਂ ਸਨ, ਕਾਮਰੇਡ ਨਹੀਂ ਸਨ। ਸਿਰਫ ਸਮਾਜਿਕ ਭਲਾਈ ਦੇ ਕੰਮਾਂ 'ਚ ਰੁਚੀ ਰੱਖਦੀਆਂ ਸਨ, ਬਸ ਆਪਣਾ ਦਿਲ ਲਾਉਣ ਲਈ ਸਮਾਜਿਕ ਭਲਾਈ ਦਾ ਭਰਮ ਭਾਲਦੀਆਂ ਸਨ ਤੇ ਫਿਰ ਵਿਆਹ ਕਰਾ ਕੇ ਗ੍ਰਹਿਣੀਆਂ ਬਣ ਜਾਂਦੀਆਂ ਸਨ। ਸ਼ਾਇਦ ਉੱਚ ਸ਼੍ਰੇਣੀ ਵੱਲੋਂ ਗਰੀਬਾਂ ਤਾਈਂ ਤਰਸ ਹੀ ਉਹਨਾਂ ਨੂੰ ਪ੍ਰੇਰਿਤ ਕਰਦਾ ਸੀ। ਮੇਰੇ ਲਈ ਵੀ ਸ਼ਾਇਦ ਉਹਨਾਂ ਦੇ ਮਨ 'ਚ ਤਰਸ ਹੀ ਹੁੰਦਾ ਸੀ। ਕਦੀ ਇੰਜ ਮਹਿਸੂਸ ਨਹੀਂ ਹੋਇਆ, ਪਰ ਜਦੋਂ ਛੱਡ ਜਾਂਦੀਆਂ ਸੀ ਤਾਂ ਉਦੋਂ ਫਿਰ ਝੋਰਾ ਜਾਗ ਪੈਂਦਾ ਸੀ। ਸ਼ਾਇਦ ਮੈਨੂੰ ਆਪਣੇ ਆਪ ਤੇ ਵੀ ਤਰਸ ਆਉਂਦਾ ਸੀ, ਪਰ ਪਾਰਟੀ ਦੇ ਕੰਮਾਂ 'ਚ ਇਨਕਲਾਬੀ ਜੋਸ਼ ਵਿੱਚ ਇਹ ਨਿਸਫਲਤਾ ਭੁੱਲ ਜਾਂਦੀ ਸੀ ਤੇ ਫਿਰ ਉਹੀ ਮੀਟਿੰਗਾਂ, ਸਟੱਡੀ ਸਰਕਲ ਤੇ ਜਾਂ ਫਿਰ ਹੜਤਾਲਾਂ ਵਿੱਚ ਹੀਣ ਭਾਵਨਾ ਮੁੱਕ ਜਾਂਦੀ ਸੀ, ਜਾਂ ਸ਼ਾਇਦ ਮਨ ਦੇ ਧੁਰ ਅੰਦਰ ਦੱਬੀ ਜਾਂਦੀ ਸੀ ਤੇ ਬਾਰ-ਬਾਰ ਸਿਰੀ ਚੁੱਕਦੀ ਸੀ। ਉਹਦੇ ਨਾਲ ਗੱਲਾਂ ਕਰਦਿਆਂ, ਸਟੱਡੀ ਸਰਕਲ 'ਚ ਸੋਨੀਆ ਦੇ ਸਵਾਲ ਦਾ ਜਵਾਬ ਦਿੰਦਿਆਂ, ਅਖਬਾਰ ਦੇਣ ਗਏ ਉਹਦੇ ਘਰ ਬਹਿ ਕੇ ਚਾਹ ਪੀਂਦਿਆਂ ਮੈਨੂੰ ਸਦਾ ਹੀ ਲੱਗਦਾ ਕਿ ਸੋਨੀਆ ਵੱਖਰੀ ਹੈ। ਪਰ ਇਹ ਵੱਖਰੇਵਾਂ ਕਿਸ ਗੱਲ ਦਾ ਹੈ, ਇਹਦਾ ਨਿਰਣਾ ਮੈਂ ਨਹੀਂ ਸੀ ਕਰ ਸਕਦਾ। ਸ਼ਾਇਦ ਆਪਣੇ ਭਰਮ ਭੁਲੇਖੇ ਮਨ 'ਚੋਂ ਕੱਢ ਕੇ ਕਿਸੇ ਕੁੜੀ ਬਾਰੇ ਨਿਰਣਾ ਕਰ ਸਕਣਾ ਮੈਨੂੰ ਆਉਂਦਾ ਹੀ ਨਹੀਂ ਸੀ। ਮੇਰੀ ਸਿਆਣਪ ਉਹਨਾਂ ਵੇਲਿਆਂ ਤੇ ਧਰੀ ਧਰਾਈ ਰਹਿ ਜਾਂਦੀ ਸੀ। ਅਖਬਾਰ ਦੇਣ ਜਾਂਦਾ ਸੀ, ਸੋਨੀਆ ਦੇ ਪਿਤਾ ਮੈਨੂੰ ਆਪਣੇ ਕੋਲ ਬਹਾ ਲੈਂਦੇ, ਨੌਕਰ ਨੂੰ ਚਾਹ ਬਣਾਉਣ ਲਈ ਕਹਿ ਦਿੰਦੇ, ਬੈਠੋ ਬੇਟਾ, ਕੀ ਹਾਲ ਹੈ? ਅੱਜ ਕੱਲ ਹਾਲਾਤ ਕੈਸੇ ਨੇ? ਕਿੰਨੇ ਕੁ ਉਮੀਦਵਾਰ ਖੜੇ ਕਰਨੇ ਜੀ ਐਤਕੀ? ਤੇ ਫਿਰ ਜਦ ਵਿੱਚ ਟਕੋਰ ਵੀ ਕਰ ਦਿੰਦੇ, ਕੋਈ ਜਿੱਤਦੇ ਵੀ ਹੋ ਕਿ ਐਵੇਂ ਭਕਾਈ ਕਰੀ ਜਾਂਦੇ ਹੋ। ਕੁੰਦਨ ਉਹਨਾਂ ਦੀਆਂ ਦੂਜੀਆਂ ਸਾਰੀਆਂ ਗੱਲਾਂ ਦਾ ਜਵਾਬ ਸਹਿਜ ਸੁਰ 'ਚ ਦਿੰਦਾ,
ਪਰ ਟਕੋਰ ਨੂੰ ਮਹਿਸੂਸ ਕਰਕੇ ਉਹਦਾ ਜੀ ਕਰਦਾ ਕਿ ਉਹ ਵੀ ਅੱਗੋਂ ਚੁੱਭਵੀਂ ਗੱਲ ਕਰੇ। ਪਰ ਵਡੇਰੇ ਹੋਣ ਦਾ ਆਦਰ ਉਹਦਾ ਰਾਹ ਮੱਲ ਖਲੋਂਦਾ ਤੇ ਉਹ ਸਿਰਫ ਇੰਨਾ ਹੀ ਕਹਿ ਸਕਦਾ, ਨਹੀਂ ਅੰਕਲ, ਇਸ ਭੱਜ ਨੱਸ ਦਾ ਫਾਇਦਾ ਵੀ ਹੁੰਦਾ ਹੈ। ਸਾਡਾ ਸਰਕਲ ਵੱਧਦਾ ਹੈ, ਲੋਕਾਂ 'ਚ ਪਾਰਟੀ ਦਾ ਨਾਂ ਹੋ ਜਾਂਦਾ ਹੈ, ਲੋਕ ਸਾਡੇ ਨੇੜੇ ਆਉਂਦੇ ਹੈ, ਨਵਾਂ ਕੇਡਰ ਲੱਭਦੇ ਹੈ। ਇੰਨੀ ਗੱਲ ਕਰਨ ਪਿੱਛੋਂ ਉਹਨੂੰ ਖਿਆਲ ਆਉਂਦਾ ਕਿ ਸਾਰਾ ਕੁਝ ਕਹਿਣ ਦੀ ਤੇ ਲੋੜ ਹੀ ਨਹੀਂ ਸੀ, ਸਿਰਫ ਇੰਨੇ ਨਾਲ ਹੀ ਸਰ ਸਕਦਾ ਸੀ। ਨਹੀਂ ਅੰਕਲ, ਅਸੀਂ ਲੋਕਾਂ 'ਚ ਜਾਗਰਤੀ ਪੈਦਾ ਕਰਦੇ ਹਾਂ। ਪਰ ਉਹਨੂੰ ਇਹ ਵੀ ਪਤਾ ਸੀ ਕਿ ਅੰਕਲ ਨੇ ਗੱਲਬਾਤ ਮੁਕਾਉਣੀ ਨਹੀਂ ਸੀ, ਸਗੋਂ ਕਹਿਣਾ ਸੀ, ਜਾਗਰਤੀ ਪੈਦਾ ਕਰਨ ਪਿੱਛੋਂ ਵੀ ਉਹਨਾਂ ਵੋਟ ਤੁਹਾਨੂੰ ਨਹੀਂ ਪਾਉਣੀ, ਵੋਟ ਉਹ ਆਪਣੀ ਪਾਰਟੀ ਨੂੰ ਹੀ ਪਾਉਣਗੇ। ਇਸ ਲਈ ਚੰਗਾ ਹੋਇਆ ਕਿ ਮੈਂ ਐਡਾ ਲੰਮਾ ਹੁੰਗਾਰਾ ਭਰਿਆ ਸੀ। ਇੰਨੇ 'ਚ ਚਾਹ ਆ ਗਈ, ਬਿਸਕਿਟ ਆ ਗਏ, ਨਮਕੀਨ ਆ ਗਿਆ। ਗੱਲ ਮੁੱਕੀ ਭਾਵੇਂ ਨਹੀਂ, ਪਰ ਉਹਦਾ ਰੁੱਖ ਬਦਲ ਗਿਆ। ਸੋਨੀਆ ਵੀ ਸਾਡੀ ਗੱਲ 'ਚ ਕਿਸੇ ਵੇਲੇ ਕੋਈ ਗੱਲ ਜੋੜ ਦਿੰਦੀ ਸੀ। ਉਹਨਾਂ ਦਿਨਾਂ 'ਚ ਅੰਕਲ ਦੇ ਮਨ 'ਚ ਕੋਈ ਇਹੋ ਜਿਹੀ ਗੱਲ ਨਹੀਂ ਸੀ ਆਈ ਜਿਸ ਤੋਂ ਸੋਨੀਆ ਬਾਰੇ ਉਹਨਾਂ ਨੂੰ ਸੋਚਣ ਦੀ ਲੋੜ ਪਈ ਹੋਵੇ। ਮੈਨੂੰ ਵੀ ਇਹੋ ਜਾਪਦਾ ਸੀ ਕਿ ਜੋ ਕੁਝ ਮੇਰੇ ਮਨ 'ਚ ਸੀ ਉਹਦਾ ਹਾਲੀ ਕੋਈ ਮੁਹਾਂਦਰਾ ਨਹੀਂ ਸੀ ਬਣਿਆ। ਆਪਣੇ ਮਨ 'ਚ ਜਿਹੜੀ ਗੱਲ ਮੈਂ ਚਿਤਾਰਦਾ ਸਾਂ ਉਹਦੇ ਬਾਰੇ ਮੈਂ ਆਪ ਵੀ ਨਿਸ਼ਚੇ ਨਾਲ ਕੁਝ ਨਹੀਂ ਸੀ ਕਹਿ ਸਕਦਾ। ਅੰਕਲ ਨਾਲ ਗੱਲਾਂ ਕਰਦਾ ਮੈਂ ਸੋਨੀਆ ਵੱਲ ਤੱਕਦਾ ਤਾਂ ਮੈਨੂੰ ਉਹਦੀਆਂ ਨਜ਼ਰਾਂ ਵਿੱਚੋਂ ਸ਼ੇਕਸਪੀਅਰ ਦੇ ਨਾਟਕ ਓਥੈਲੋ ਦੀ ਡੈਸਟੀਮੋਨਾ ਦਾ ਭੁਲੇਖਾ ਜਿਹਾ ਪੈਂਦਾ। ਪਰ ਮੈਨੂੰ ਇਹ ਗੱਲ ਵੀ ਸਹੀ ਹੁੰਦੀ ਪਈ ਸੀ ਕਿ ਮੈਂ ਹਾਲੀ ਉਹਦਾ ਓਥੈਲੋ ਨਹੀਂ ਸੀ ਬਣਿਆ। ਅੰਕਲ ਨਾਲ ਗੱਲਾਂ ਕਰਦਿਆਂ ਮੈਂ ਜੋਸ਼ 'ਚ ਆ ਜਾਂਦਾ ਕਿ ਉਹ ਮੇਰੇ ਜੋਸ਼ ਤੋਂ ਪ੍ਰਭਾਵਿਤ ਹੁੰਦੇ ਸਨ। ਮੈਂ ਕੁਝ ਨਹੀਂ ਸੀ ਕਹਿ ਸਕਦਾ ਕਿਉਂਕਿ ਕਿਸੇ ਵੇਲੇ ਤੇ ਮੈਨੂੰ ਇੰਜ ਲੱਗਦਾ ਜਿਕਨ ਉਹਨਾਂ ਦੀ ਅੱਖਾਂ 'ਚ ਮੇਰੇ ਜੋਸ਼ ਵਾਸਤੇ ਹਾਸਾ ਹੋਵੇ, ਟਿਚਕਰ ਵਰਗਾ। ਪਰ ਕਈ ਵਾਰੀ ਇੰਜ ਲੱਗਦਾ ਜਿਵੇਂ ਉਹਨਾਂ ਦੀਆਂ ਅੱਖਾਂ 'ਚ ਮੋਹ ਦੀ ਝਲਕ ਜਿਹੀ ਹੋਵੇ। ਪਰ ਇਹ ਕਿਹੋ ਜਿਹਾ ਮੋਹ ਸੀ ਮੈਂ ਇਹਦਾ ਅਨੁਮਾਨ ਨਹੀਂ ਸੀ ਲਾ ਸਕਦਾ। ਇਹ ਮੋਹ ਪਿਤਾ ਵਰਗਾ ਸੀ, ਸਿਆਸੀ ਸਿਆਣਪ ਕਰਕੇ ਸੀ, ਜਾਂ ਧੀ ਦਾ ਪਿਤਾ ਵਰਗਾ ਮੋਹ ਸੀ। ਮੇਰਾ ਮਨ ਚਾਹੁੰਦਾ ਸੀ ਕਿ ਇਹ ਧੀ ਦੇ ਪਿਤਾ ਵਾਲਾ ਮੋਹ ਹੋਵੇ, ਪਰ ਹਾਲੇ ਇੰਜ ਲੱਗਦਾ ਸੀ ਕਿ ਦਿੱਲੀ ਦੂਰ ਹੈ। ਕਹਿਣ ਲੱਗੇ, ਕੁੰਦਨ ਤੂੰ ਕਦੀ ਜੇਲ੍ਹ ਗਿਆ? ਹਾਂਜੀ, 5-7 ਵਾਰੀ ਗਿਆ। ਤੇ ਮੈਨੂੰ ਜੇਲ੍ਹ ਦਾ ਤਜਰਬਾ ਦੱਸ। ਮੈਂ ਹਿੰਦੁਸਤਾਨ ਦੀ ਜੇਲ੍ਹ ਨਹੀਂ ਤੱਕੀ, ਕੀਨੀਆ ਦੀ ਜੇਲ੍ਹ 'ਚ ਮੈਂ ਵੀ ਰਿਹਾ। ਪਤਾ ਨਹੀਂ ਤੁਹਾਡਾ ਤਜਰਬਾ ਕਿਹੋ ਜਿਹਾ, ਪਰ ਮੇਰੇ ਤਜਰਬੇ ਮਿੱਠੇ ਵੀ ਨਹੀਂ ਤੇ ਕੌੜੇ ਵੀ ਨਹੀਂ। ਅੱਛਾ, ਮੈਂ ਤੈਥੋਂ ਪੁੱਛਦਾ, ਕਦੀ ਡਰ ਲੱਗਾ ਸੀ? ਨਹੀਂ, ਡਰ ਨਹੀਂ ਸੀ ਲੱਗਾ। ਸਾਡੇ ਕਿਹੜੇ ਪਿੱਛੇ ਨਿਆਣੇ ਸੀ। ਤੇ ਪਹਿਲੀ ਵਾਰ ਜਦੋਂ ਫੜੇ ਗਏ ਤਾਂ ਪਤਾ ਲੱਗਾ ਕਿ 5-7 ਦਿਨ ਦੀ ਉਹ ਗੱਲ ਏ, ਪਰ ਇਹ ਤੋਂ ਪਹਿਲਾਂ ਵੀ 2 ਦਿਨ ਰਿਹਾ ਸੀ। ਕਮਿਊਨ ਤੇ ਛਾਪਾ ਮਾਰਿਆ, ਮੈਂ ਮਿਲਿਆ ਨਹੀਂ। ਹਰਦੇਵ ਨੂੰ ਫੜ ਕੇ ਲੈ ਗਏ, ਮੈਂ ਉਹਨੂੰ ਛਡਾਣ ਗਿਆ, ਉਹਨਾਂ ਮੈਨੂੰ ਵੀ ਰੱਖ ਲਿਆ, ਪਰ ਫਿਰ 2 ਦਿਨਾਂ ਬਾਅਦ ਛੱਡ ਦਿੱਤਾ। ਉਹਨਾਂ ਦਿਨਾਂ 'ਚ ਕੋਈ ਹੜਤਾਲ ਹੋਵੇ, ਕੋਈ ਐਜੀਟੇਸ਼ਨ ਚੱਲੇ, ਕਮਿਊਨਿਸਟਾਂ ਨੂੰ ਪਹਿਲਾਂ ਫੜ ਲੈਂਦੇ ਸੀ। ਤਾਂ ਤੇ ਫਿਰ ਤੂੰ ਮਸ਼ਹੂਰ ਲੀਡਰ ਸੀ। ਹਾਂ ਵੀ ਤੇ ਨਹੀਂ ਵੀ, ਲੁਧਿਆਣੇ ਦੇ ਹਲਕੇ 'ਚ ਮਸ਼ਹੂਰ ਤੇ ਬਾਹਰ ਛੋਟਾ ਲੀਡਰ। ਅੰਕਲ ਨਾਲ ਗੱਲਾਂ ਕਰਦਾ ਪਿਆ ਸਾਂ ਕਿ ਸੋਨੀਆ ਦੀ ਮੰਮੀ ਵੀ ਕੋਲ ਆ ਕੇ ਬਹਿ ਗਏ। ਉਹ ਵੀ ਸਾਡੀਆਂ ਗੱਲਾਂ ਧਿਆਨ ਨਾਲ ਸੁਣਦੇ ਪਏ ਸੀ। ਕਹਿਣ ਲੱਗੇ, ਜੇਲ੍ਹ 'ਚ ਤਸੀਹੇ ਨਹੀਂ ਸਨ ਦਿੰਦੇ? ਨਹੀਂ, ਹਾਲੀ ਇਹਦਾ ਬਾਹਲਾ ਰਿਵਾਜ ਨਹੀਂ ਸੀ ਪਿਆ। ਨਾਲੇ ਜੇ ਸਾਡੇ ਨਾਲ ਕੋਈ ਜ਼ਿਆਦਤੀ ਕਰਦੇ ਤਾਂ ਅਸੀਂ ਭੁੱਖ ਹੜਤਾਲ ਕਰ ਦਿੰਦੇ ਸਾਂ। ਤੂੰ ਵੀ ਕੀਤੀ ਸੀ ਕਦੀ? ਕੋਈ ਵਾਰੀ। ਫਿਰ ਤੇ ਅਸੀਂ ਐਕਸਪਰਟ ਹੋ ਗਏ ਸੀ। ਜਦੋਂ ਸਿਆਲ ਸ਼ੁਰੂ ਹੋਣਾ, ਭੁੱਖ ਹੜਤਾਲ ਕਰ ਦੇਣੀ, ਕਦੀ ਕੋਈ ਬਹਾਨਾ, ਕਦੀ ਕੋਈ। ਕਿਉਂ, ਸਿਆਲ 'ਚ ਕੀ ਹੁੰਦਾ? ਭੁੱਖ ਤੇ ਸਗੋਂ ਬਾਹਲੀ ਲੱਗਦੀ ਹੈ। ਸਿਆਲ 'ਚ ਪਿਆਸ ਤੰਗ ਨਹੀਂ ਕਰਦੀ, ਲੂਣ ਘੱਟ ਖਾਰਜ ਹੁੰਦਾ। ਮੇਰੇ ਬੋਲਣ ਤੋਂ ਪਹਿਲਾਂ ਅੰਕਲ ਬੋਲ ਪਏ। ਸਿਆਲ 'ਚ ਭੁੱਖੇ ਰਹਿਣ ਨਾਲ ਠੰਡ ਤੇ ਸਗੋਂ ਵਧੇਰੇ ਲੱਗਦੀ ਹੈ, ਪਰ ਪਰੇਸ਼ਾਨੀ ਘੱਟ ਹੁੰਦੀ ਹੈ। ਜਿਹੜੇ ਸਾਡੇ ਨਾਲੋਂ ਵੀ ਜ਼ਿਆਦਾ ਐਕਸਪਰਟ ਸੀ ਉਹਨਾਂ ਕਹਿਣਾ, 5ਵੇਂ-6ਵੇਂ ਦਿਨ ਜਦੋਂ ਤੁਹਾਨੂੰ ਡਾਕਟਰ ਚੈੱਕ ਕਰਕੇ ਜਾਏ ਤਾਂ ਨਿਢਾਲ ਹੋ ਜਾਣਾ। ਆਪੇ ਉਹ ਜਬਰਨ ਖਾਣੇ ਦੀ ਸਿਫਾਰਿਸ਼ ਕਰੇਗਾ। ਜਿਸ ਵੇਲੇ ਨਾਲ ਮੂੰਹ ਵਿੱਚੋਂ ਅੰਦਰ ਸੁੱਟਣ ਤਾਂ ਚੁੱਪ ਕਰਕੇ ਟਿਊਬ ਲਵਾ ਲੈਣੀ। ਖਤਰਾ ਉਸ ਵੇਲੇ ਹੁੰਦਾ ਜਦੋਂ ਨਾਲੀ ਅੰਦਰ ਪਾਉਣ ਤੇ ਤੁਸੀਂ ਅੱਗੋਂ ਸਿਰ ਛੰਡਣ ਲੱਗ ਪਾਓ। ਨਾਲੀ ਸਾਹ ਵਾਲੀ ਨਾਲੀ 'ਚ ਜਾ ਸਕਦੀ ਹੈ, ਬਸ ਐਵੇਂ ਨਹੀਂ ਕਰਨਾ। ਕਮਾਲ ਏ, ਮਜ਼ਾ ਆ ਗਿਆ ਸੁਣ ਕੇ। ਕੋਲ ਬੈਠੀ ਸੋਨੀਆ ਬੋਲ ਪਈ, ਵਲਾਇਤ ਵਿੱਚ ਤੇ ਇਹੋ ਜਿਹਾ ਤਜਰਬਾ ਹੋ ਹੀ ਨਹੀਂ ਸਕਦਾ। ਉੱਥੇ ਤੇ ਬਸ ਪੋਲੀਆਂ ਸਰਗਰਮੀਆਂ ਹੁੰਦੀਆਂ ਸਨ। ਬਰਤਾਨੀਆ ਵਾਲੇ ਇੱਥੇ ਹਿੰਦੁਸਤਾਨ 'ਚ ਜੋ ਕੁਝ ਮਰਜ਼ੀ ਕਰਦੇ ਰਹੇ ਹੋਣ, ਉੱਥੇ ਆਪਣੇ ਮੁਲਕ 'ਚੋਂ ਬੜੀ ਖੁੱਲ੍ਹ ਦਿੰਦੇ ਨੇ। ਫਿਰ ਤੇ ਸੰਘਰਸ਼ ਦਾ ਸਵਾਦ ਹੀ ਨਹੀਂ ਆਉਂਦਾ ਹੋਣਾ। ਨਹੀਂ, ਇਹ ਗੱਲ ਨਹੀਂ। ਅਮੀਰ ਮੁਲਕਾਂ 'ਚ ਸੰਘਰਸ਼ ਹੋਰ ਤਰ੍ਹਾਂ ਦਾ ਏ। ਉੱਥੇ ਪਾਰਟੀ ਦੇ ਬਹੁਤੇ ਸਾਥੀ ਨਹੀਂ ਹੁੰਦੇ। ਸਿਰਫ ਵਿਦਿਆਰਥੀਆਂ ਵਿੱਚ ਤੇ ਨੌਜਵਾਨਾਂ ਜਾਂ ਬੁੱਧੀਮਾਨਾਂ 'ਚ ਹੀ ਪਾਰਟੀ ਦੀ ਭੱਲ ਹੁੰਦੀ ਏ। ਬਾਕੀ ਸਾਰੀ ਜਨਤਾ ਤੇ ਆਪਣੇ ਧੰਦੇ ਕਾਰੇ ਲੱਗੀ ਹੋਈ ਅਖਬਾਰਾਂ ਤੇ ਰੇਡੀਓ ਦੇ ਮਗਰ ਲੱਗੀ ਰਹਿੰਦੀ ਏ। ਪ੍ਰਚਾਰ ਨੇ ਲੋਕਾਂ ਨੂੰ ਬੁੱਧੂ ਬਣਾਇਆ ਹੋਇਆ। ਜਿਹੜੇ ਸੋਚ ਸਕਦੇ ਨੇ ਉਹ ਸਰਮਾਏਦਾਰਾਂ ਦੀ ਇਸ ਖੇਡ ਨੂੰ ਸਮਝਦੇ ਨੇ। ਆਮ ਲੋਕ ਤੇ ਭੇਡਾਂ ਬੱਕਰੀਆਂ ਵਾਂਗ ਵਗੀ ਜਾਂਦੇ ਨੇ। ਤਾਂ ਤੇ ਕੁੰਦਨ ਇੱਥੇ ਹਿੰਦੁਸਤਾਨ 'ਚ ਮੌਜ ਹੋਈ ਕਿ ਘੱਟੋ ਘੱਟ ਲੋਕਾਂ 'ਚ ਕੰਮ ਕਰਨ ਦਾ ਸਵਾਦ ਤੇ ਆਉਂਦਾ, ਤੇ ਜੇ ਸੰਘਰਸ਼ ਨਾ ਕੀਤਾ ਤਾਂ ਕਮਿਊਨਿਸਟ ਬਣਨ ਦਾ ਕੀ ਫਾਇਦਾ? ਨਹੀਂ ਅੰਕਲ, ਮੈਂ ਤੁਹਾਡੀ ਗੱਲ ਕੱਟਣ ਲੱਗਾ। ਇੱਥੇ ਪਾਰਟੀ ਕੋਲ ਆਪਣੇ ਵਰਕਰਾਂ ਨੂੰ ਮਾਹਵਾਰੀ ਵੇਚ ਦੇਣ ਲਈ ਵੀ ਪੈਸੇ ਨਹੀਂ ਹੁੰਦੇ। ਕਿਸ਼ਤਾਂ 'ਚ ਪੈਸੇ ਮਿਲਦੇ ਨੇ। ਕਮਿਊਨ 'ਚ ਸਿਰਫ ਦਾਲ ਰੋਟੀ ਮਿਲਦੀ ਹੈ। ਇਹ ਤੇ
ਕਾਮਰੇਡਾਂ ਦੀ ਬਹਾਦਰੀ ਹੈ ਕਿ ਉਹ ਭੁੱਖੇ ਭਾਣੇ ਰਹਿ ਕੇ ਵੀ ਆਪਣੀ ਲਗਨ ਪਿੱਛੇ ਕੰਮ ਕਰੀ ਜਾਂਦੇ ਨੇ। ਮੈਂ ਵੀ ਤੇ ਇਹੀ ਕਹਿਣਾ ਕਿ ਇੱਥੋਂ ਦੇ ਕਾਮਰੇਡ ਵਲੈਤੀ ਕਾਮਰੇਡਾਂ ਨਾਲੋਂ ਬਹਾਦਰ ਨੇ। ਪਰ ਸੋਨੀਆ ਸਾਡੇ ਨਾਲੋਂ ਵੀ ਬਹਾਦਰ ਹੈ, ਜਿਹੜੀ ਉਸ ਮੁਲਕ ਤੋਂ ਆ ਕੇ ਇੱਥੇ ਕੰਮ ਕਰਨਾ ਚਾਹੁੰਦੀ ਹੈ। ਕਿਉਂ ਵੀ ਸੋਨੀਆ ਤੂੰ ਬਹਾਦਰ ਹੈ? ਪਤਾ ਨਹੀਂ ਡੈਡੀ, ਤੁਹਾਡੀ ਉਹ ਬੇਟੀ ਆ। ਮੈਂ ਤੇ ਕਹਿੰਦੀ ਹਾਂ ਇਹਦੇ ਲਈ ਕੋਈ ਮੁੰਡਾ ਲੱਭੋ। ਐਤਕੀ ਜਦੋਂ ਆਂਟੀ ਨੇ ਗੱਲ ਕੀਤੀ ਤਾਂ ਮੈਨੂੰ ਯਾਦ ਆਇਆ ਕਿ ਜੱਸੀ ਨੇ ਵੀ ਮੈਨੂੰ ਇੱਕ ਦਿਨ ਕਿਹਾ ਸੀ ਇਹ ਕੁੜੀ 28 ਦੀ ਹੋ ਗਈ ਏ, ਇਹਦੇ ਡੈਡੀ ਕਹਿੰਦੇ ਸੀ ਕੋਈ ਮੁੰਡਾ ਲੱਭੋ, ਤੇ ਮੈਂ ਕਿਹਾ ਸੀ ਲੱਭਣੇ ਆ। ਤੇ ਜੱਸੀ ਦੀ ਗੱਲ ਸੁਣ ਕੇ ਵਿੱਚੋਂ ਮੈਂ ਕਈ ਵਾਰੀ ਵੀ ਸੋਚਿਆ ਸੀ ਮੈਂ ਕਿਸ ਗੱਲੋਂ ਘੱਟ ਆ, ਪਰ ਫਿਰ ਮੈਨੂੰ ਖਿਆਲ ਆਇਆ ਕਿ ਮੈਨੂੰ ਤੇ ਸੁਪਨਾ ਵੀ ਨਹੀਂ ਲੈਣਾ ਚਾਹੀਦਾ। ਮੈਂ ਜੱਸੀ ਦੀ ਗੱਲ ਨੂੰ ਅਣਗੌਲਿਆਂ ਕਰਨ ਦੀ ਸੋਚੀ ਸੀ, ਪਰ ਫਿਰ ਮੇਰੇ ਚਿੱਤ 'ਚ ਆਈ ਕਿ ਮਨਾ ਤੇਰੀ ਦਾਲ ਤੇ ਗਲਣੀ ਨਹੀਂ, ਤੂੰ ਕਿ ਆਪਣੇ ਸਵਾਰਥ ਦੀ ਸੋਚਣਾ, ਪਰਮਾਰਥ ਦੀ ਸੋਚ ਤੇ ਇਸ ਵਲੈਤੋਂ ਆਈ 28 ਸਾਲ ਦੀ ਕੁੜੀ ਲਈ ਕੋਈ ਯੋਗ ਵਰ ਲੱਭ। ਪਰ ਇਹ ਗੱਲ ਮੈਨੂੰ ਵਿਸਰ ਗਈ ਸੀ ਤੇ ਅੱਜ ਆਂਟੀ ਦੀ ਗੱਲ ਸੁਣ ਕੇ ਫਿਰ ਚੇਤੇ ਆ ਗਈ ਸੀ। ਸੋਚਿਆ ਸੀ ਕਿ ਹੁਣ ਕੋਈ ਨਾ ਕੋਈ ਮੁੰਡਾ ਜ਼ਰੂਰ ਹੀ ਇਹਨਾਂ ਨੂੰ ਦੱਸਾਂਗਾ। ਮੈਂ ਉੱਠ ਕੇ ਆ ਗਿਆ। ਸੋਨੀਆ ਤੇ ਕਹਿੰਦੀ ਰਹੀ ਬਹਿ ਜਾਓ, ਰੋਟੀ ਖਾ ਕੇ ਜਾਣਾ, ਪਰ ਮੈਂ ਨਹੀਂ ਕਮਿਊਨ ਜਾਣਾ ਕਿਸੇ ਕੰਮ ਕਹਿ ਕੇ ਉੱਥੋਂ ਉੱਠ ਆਇਆ। ਕਈ ਵਾਰ ਬੰਦੇ ਨੂੰ ਮਨ ਦੀ ਇੱਛਾ ਵਿਰੁੱਧ ਵੀ ਗੱਲਾਂ ਕਰਨੀਆਂ ਪੈਂਦੀਆਂ ਨੇ, ਪਰ ਇਹ ਦੁਬਿਧਾ ਦੀ ਗੱਲ ਹੁੰਦੀ ਹੈ, ਦੋਗਲੇਪਨ ਦੀ ਨਹੀਂ। ਇੱਥੇ ਤੇ ਦੋਗਲੇਪਨ ਦੀ ਲੋੜ ਹੀ ਨਹੀਂ। ਇੰਨੇ ਆਦਰ ਮੋਹ ਨਾਲ ਪੁੱਛ ਕਰਦੇ ਬੰਦੇ ਅੱਗੇ ਝੂਠ ਬੋਲਿਆ ਹੀ ਨਹੀਂ ਜਾ ਸਕਦਾ। ਰੰਧੀਵੇ ਵੇਲੇ ਅਸੀਂ ਸੱਚ ਨੂੰ ਵੀ ਤੇ ਝੂਠ ਕਰਕੇ ਜਾਤਾ। ਇਹੀ ਕਹਿੰਦੇ ਰਹੇ ਕਿ ਆਜ਼ਾਦੀ ਝੂਠੀ ਏ, ਸੱਚੀ ਆਜ਼ਾਦੀ ਤੇ ਹਾਲੇ ਆਉਣੀ ਏ। ਹੜਤਾਲਾਂ, ਮੁਜ਼ਾਹਰੇ, ਤੇਲੰਗਾਨਾ, ਛਾਪੇ, ਗ੍ਰਿਫਤਾਰੀਆਂ, ਅਸੀਂ ਵੀ ਫੜੇ ਗਏ। ਇਹ ਤੇ ਪਿੱਛੋਂ ਜਾ ਕੇ ਸਮਝ ਆਈ ਕਿ ਆਜ਼ਾਦੀ ਸਿਰਫ ਸੋਸ਼ਲਿਜ਼ਮ ਹੀ ਨਹੀਂ ਹੁੰਦੀ, ਆਪਣੀ ਸਿਆਸਤ ਉੱਤੇ ਅਧਿਕਾਰ ਹੀ ਆਜ਼ਾਦੀ ਦਾ ਮੂਲ ਲੱਛਣ ਹੈ। ਸਮਝਾਂ ਦੇਰ ਨਾ ਲਾਈਆਂ। ਜਦੋਂ 9 ਮਾਰਚ ਦੀ ਹੜਤਾਲ ਹੋਈ ਤੇ ਉਦੋਂ ਗ੍ਰਿਫਤਾਰੀ ਹੋਈ ਤੇ ਇਲਜ਼ਾਮ ਇਹ ਲੱਗਾ ਕਿ ਇਹਨੇ ਰੇਲਵੇ ਦੀ ਹੜਤਾਲ ਕਰਾਉਣ ਦੀ ਕੋਸ਼ਿਸ਼ ਕੀਤੀ। ਭਾਵੇਂ ਹੜਤਾਲ ਹੋਰ ਕੋਈ ਨਹੀਂ, ਪਰ ਸਰਕਾਰ ਨੇ ਸਾਨੂੰ ਫੜ ਕੇ ਅੰਦਰ ਡੱਕ ਦਿੱਤਾ। ਪਤਾ ਲੱਗਾ ਸੀ 1 ਮਹੀਨਾ ਅੰਦਰ ਰੱਖਣਗੇ। ਅਸੀਂ ਸੋਚਿਆ ਕੋਈ ਗੱਲ ਨਹੀਂ, 1 ਮਹੀਨਾ ਤੇ ਐਵੇਂ ਲੰਘ ਜਾਣਾ, 1 ਮਹੀਨਾ ਕਿਆ ਹੁੰਦਾ ਹੈ। ਪਰ ਮਹੀਨਾ ਬੀਤਣ ਤੇ ਪਤਾ ਲੱਗਾ ਕਿ 6 ਮਹੀਨੇ ਅੰਦਰ ਰੱਖਣਗੇ। ਸੋਚਿਆ ਵੀ 6 ਮਹੀਨੇ ਕੁਝ ਜ਼ਿਆਦਾ ਹੀ ਨਹੀਂ। ਫਿਰ 1 ਸਾਲ, ਯਾਰ ਦੋਸਤ ਸਾਰੇ ਅੰਦਰ ਇਕੱਠੇ ਸੀ। ਸਾਲ ਵੀ ਲੰਘ ਗਿਆ। ਸਾਡੇ ਤੇ ਪ੍ਰੀਵੈਂਟਿਵ ਡਿਟੈਂਸ਼ਨ ਐਕਟ ਲਾ ਦਿੱਤਾ, ਜਿਸ 'ਚ ਨਾ ਅਪੀਲ ਤੇ ਨਾ ਦਲੀਲ, ਅਗਲੇ ਹੁਕਮਾਂ ਤੱਕ ਅੰਦਰ ਕਰ ਦਿੱਤਾ। ਉਦੋਂ ਆਪਾਂ ਫਿਰ ਆਪਣੇ ਸਿਆਸੀ ਕੈਦੀਆਂ ਵਾਲੇ ਹੱਕ ਲੈਣ ਲਈ ਹੜਤਾਲਾਂ ਸ਼ੁਰੂ ਕਰ ਦਿੱਤੀਆਂ। ਪਹਿਲੀ ਭੁੱਖ ਹੜਤਾਲ ਹੋਈ ਜਦੋਂ ਅਸੀਂ ਕਿਹਾ ਕਿ ਸਾਨੂੰ ਚੱਕੀ 'ਚੋਂ ਕੱਢ ਕੇ ਵੱਡੀ ਬੈਰਕ 'ਚ ਰੱਖਿਆ ਜਾਏ। ਚੱਕੀ 'ਚ ਰਹਿਣਾ ਬੜਾ ਔਖਾ ਸੀ। ਅੰਦਰੇ ਪਿਸ਼ਾਬ ਵਾਲਾ ਘੜਾ, ਟੱਟੀ ਵਾਲੀ ਕੁਨਾਲੀ। ਚੱਕੀ ਤੇ ਸਾਡੀ ਹਟ ਗਈ, ਪਰ ਵਕਤ ਬਿਤਾਉਣ ਲਈ ਸਭ ਦੇ ਆਹਾਰ ਵੱਖਰੇ ਵੱਖਰੇ। ਬਾਹਰ ਪਾਰਟੀ ਵੇਜ਼ ਉੱਤੇ ਗੁਜ਼ਾਰਾ ਔਖਾ ਸੀ, ਇੱਥੇ ਸਰਕਾਰੀ ਅਲਾਉਂਸ ਨਾਲ ਖਾਣ ਦੀਆਂ ਮੌਜਾਂ ਸੀ। ਕਿਸੇ ਨੇ ਪੜ੍ਹਾਈ ਸ਼ੁਰੂ ਕਰਤੀ। ਜਗਤਜੀਤ ਤੇ ਬਿਮਲ ਜੈਨ ਨੇ ਵਕਾਲਤ ਪਾਸ ਕੀਤੀ। ਮੈਂ ਮਾਰਕਸਿਜ਼ਮ ਦੀਆਂ ਕਿਤਾਬਾਂ ਪੜ੍ਹੀਆਂ। ਉੱਥੇ ਜੋ ਪੜ੍ਹ ਹੋਇਆ ਪੜ੍ਹਿਆ। ਬਾਹਰ ਆ ਕੇ ਤੇ ਵੇਲ ਹੀ ਨਹੀਂ ਸੀ ਮਿਲਦੀ। ਇਸੇ ਲਈ ਸੋਚਦਾ ਕਿ ਮਾਰਕਸਿਜ਼ਮ ਦੀ ਪੜ੍ਹਾਈ ਲਈ ਕਮਿਊਨਿਸਟਾਂ ਨੂੰ 1-2 ਸਾਲ ਜੇਲ੍ਹ ਜ਼ਰੂਰ ਡੱਕਣਾ ਚਾਹੀਦਾ, ਨਹੀਂ ਤੇ ਸੁਣੀਆਂ ਸੁਣਾਈਆਂ ਗੱਲਾਂ ਨੂੰ ਹੀ ਆਪਣੀ ਸਿਧਾਂਤਕ ਸੂਝ ਬਣਾਈ ਫਿਰਦੇ ਨੇ। ਕਿਤਾਬਾਂ ਪੜ੍ਹ ਕੇ ਵੀ ਕਿਹੜਾ ਕਮਿਊਨਿਸਟਾਂ ਨੂੰ ਬਾਹਲੀ ਅਕਲ ਆ ਜਾਂਦੀ ਹੈ। ਅਸੀਂ ਸੋਚਿਆ ਕਿ ਜੋ ਪੜ੍ਹਿਆ ਉਹਨੂੰ ਜ਼ਰਾ ਅਜ਼ਮਾ ਕੇ ਵੀ ਵੇਖ ਲਈਏ। ਮੱਖਣ ਸਿੰਘ ਕਿਸਾਨ ਸਾਡੇ ਨਾਲ ਕੈਦ ਸੀ। ਅਸੀਂ ਸੋਚਿਆ ਜੇ ਇਹਦਾ ਵਰਗ ਵਿਸ਼ਲੇਸ਼ਣ ਕਰੀਏ ਤਾਂ ਇਹਨੂੰ ਕਿਸੇ ਖਾਨੇ 'ਚ ਰੱਖਾਂਗੇ। ਕਿਸ ਖਾਨੇ 'ਚ ਰੱਖਾਂਗੇ? ਨਾਲੇ ਅਸੀਂ ਸੋਚਿਆ ਕਿ ਇਹਨੂੰ ਵਰਗ ਚੇਤਨਾ ਪੱਖੋਂ ਕਿਸ ਵਰਗ ਵਿੱਚ ਰੱਖਾਂਗੇ। ਪਹਿਲਾਂ ਅਸੀਂ ਇਹਨੂੰ ਛੋਟੇ ਕਿਸਾਨ ਦੇ ਖਾਨੇ 'ਚ ਰੱਖਿਆ, ਕਿਉਂਕਿ ਉਹਦੇ ਕੋਲ ਜ਼ਮੀਨ ਥੋੜੀ ਸੀ। ਜੇਲ੍ਹ 'ਚ ਵੀ ਇਸੇ ਕਰਕੇ ਹੀ ਆਇਆ, ਕਿਉਂਕਿ ਛੋਟਾ ਕਿਸਾਨ ਹੈ ਤੇ ਇਹਦਾ ਹਿੱਤ ਸਾਡੇ ਨਾਲ ਸਾਂਝਾ ਹੈ। ਫਿਰ ਪਤਾ ਲੱਗਾ ਕਿ ਉਹ ਆਪਣੀ ਜ਼ਮੀਨ ਆਪ ਤੇ ਵਾਹੁੰਦਾ ਨਹੀਂ, ਪਰ ਜਿਹੜਾ ਛੋਟਾ ਕਿਸਾਨ ਹੁੰਦਾ ਹੈ ਉਹ ਤੇ ਆਪ ਹੱਥੀਂ ਖੇਤੀ ਕਰਦੇ ਆ, ਤੇ ਇਹ ਮੱਖਣ ਸਿੰਘ ਤੇ ਹੱਥੀਂ ਕੰਮ ਵੀ ਨਹੀਂ ਕਰਦਾ। ਇਹਦਾ ਗੁਜ਼ਾਰਾ ਕਿੱਕਣ ਟੁਰਦਾ। ਇਹਦਾ ਮਤਲਬ ਇਹ ਹੋਇਆ ਹੈ ਕਿ ਇਹ ਛੋਟਾ ਕਿਸਾਨ ਨਹੀਂ, ਦਰਮਿਆਨਾ ਕਿਸਾਨ ਹੈ। ਪਰ ਦਰਮਿਆਨਾ ਕਿਸਾਨ ਵੀ ਹੱਥੀਂ ਕੰਮ ਕਰਕੇ ਹੀ ਰੋਟੀ ਕਮਾ ਸਕਦਾ ਹੈ। ਇਸ ਲਈ ਮੱਖਣ ਸਿੰਘ ਦਰਮਿਆਨਾ ਕਿਸਾਨ ਵੀ ਨਹੀਂ। ਤੇ ਫਿਰ ਕੀ ਹੋਇਆ? ਮੱਖਣ ਸਿੰਘ ਨੇ ਜਦੋਂ ਸਾਨੂੰ ਵਰਗ ਵਿਸ਼ਲੇਸ਼ਣ ਨਾਲ ਮੱਥਾ ਮਾਰਦਿਆਂ ਤੱਕਿਆ ਤਾਂ ਹੱਸ ਕੇ ਕਹਿਣ ਲੱਗਾ, ਕਾਮਰੇਡ, ਮੈਨੂੰ ਖਤਰਾ ਹੈ ਕਿ ਹੌਲੀ ਹੌਲੀ ਤੁਸੀਂ ਮੈਨੂੰ ਪੜ੍ਹ ਕੇ ਸਿੱਖੀਆਂ ਸਾਰੀਆਂ ਸਿਧਾਂਤ ਦੀਆਂ ਗੱਲਾਂ ਮੇਰੇ ਤੇ ਲਾਈ ਜਾਂਦੇ ਹੋ। ਕਿਸੇ ਹੋਰ ਤੇ ਵੀ ਕਰਕੇ ਵੇਖ ਲਓ। ਤੇ ਅਸੀਂ ਉਹਦੀ ਗੱਲ ਸੁਣ ਕੇ ਬੜੇ ਸ਼ਰਮਿੰਦੇ ਹੋਏ। ਉਂਝ ਵੀ ਭੁੱਖ ਹੜਤਾਲ ਕਰਕੇ ਦਿਮਾਗ ਬੌਂਦਲਿਆ ਹੁੰਦਾ ਹੈ। ਵਰਗ ਵਿਸ਼ਲੇਸ਼ਣ ਸੁਆਹ ਹੋਣਾ ਸੀ। ਉਹਨਾਂ ਦਿਨਾਂ ਵਿੱਚ ਤੇ ਸੁਪਨੇ ਵੀ ਖਾਣ ਪੀਣ ਦੇ ਆਉਂਦੇ ਸੀ। ਸੁਪਨਾ ਆਉਂਦਾ ਕਿ ਮੈਂ ਆਪਣੇ ਤਾਇਆ ਜੀ ਦੇ ਘਰ ਬੋਰੀ ਵਿੱਚ ਆ ਕੇ ਚੌਂਕੇ 'ਚ ਬੈਠਾ। ਤਾਈ ਪਰੌਂਠੇ ਪਈ ਬਣਾਉਂਦੀ ਏ, ਉਹ ਵੀ ਆਲੂ ਵਾਲੇ। ਗਰਮ ਗਰਮ ਪਰੌਂਠਾ ਤਵੇ ਤੇ ਲਾਉਂਦੀ ਏ। ਮੇਰੀ ਥਾਲੀ 'ਚ ਰੱਖ ਕੇ ਉੱਤੇ ਮੱਖਣ ਦਾ ਪੇੜਾ ਰੱਖਦੀ ਏ। ਮੈਂ ਗਰਾਹੀ ਤੋੜ ਕੇ ਮੂੰਹ 'ਚ ਪਾਣ ਲੱਗਦਾ ਤੇ ਮੇਰੀ ਜਾਗ ਖੁੱਲ ਜਾਂਦੀ ਏ। ਜਾਂ ਇਹ ਸੁਪਨਾ ਆਉਂਦਾ ਕਿ ਮੈਂ ਆਪਣੇ ਘਰ ਗਿਆ, ਮਾਂ ਨੇ ਦਹੀਂ 'ਚ ਸ਼ੱਕਰ ਪਾ ਕੇ ਮੈਨੂੰ ਪਰਾਂਠੀ ਦਿੱਤੀ ਤੇ ਪਰ ਦਹੀਂ ਡੁੱਲ ਜਾਂਦੀ ਏ। ਮੈਂ ਬਾਲਾਂ ਹਾਰ ਰੋਣ ਲੱਗ ਪੈਂਦਾ।
ਭੁੱਖੜਵਾਲ ਤੇ ਖੁੱਲੀ ਜਾਣੀ ਸੀ। 5ਵੇਂ 7ਵੇਂ ਦਿਨ ਜੇਲ੍ਹ ਦਾ ਸੁਪਰਡੈਂਟ ਆ ਜਾਣਾ, ਕਹਿਣਾ ਕਾਮਰੇਡ ਤੁਹਾਨੂੰ ਚੱਕੀ ਲਾਈ ਹੋਈ ਏ, ਬੜੀ ਮਾੜੀ ਗੱਲ ਏ, ਤੁਸੀਂ ਪੜ੍ਹੇ ਲਿਖੇ ਹੋ, ਸਮਝਦਾਰ ਹੋ, ਬਦਲੋ ਇਹਨਾਂ ਦਾ ਟਿਕਾਣਾ, ਲੈ ਜਾਓ ਇਹਨਾਂ ਨੂੰ ਬੈਰਕਾਂ 'ਚ। ਤੇ ਫਿਰ ਜਿਸ ਦਿਨ ਭੁੱਖ ਹੜਤਾਲ ਖੁੱਲਣੀ ਉਸ ਦਿਨ ਜਿਹੜਾ ਸਵਾਦ ਪਹਿਲੀ ਗਰਾਹੀ ਦਾ ਆਉਣਾ, ਉਹ ਸਵਾਦ ਦੁਨੀਆ ਦੀਆਂ ਸਾਰੀਆਂ ਵਸਤਾਂ ਤੋਂ ਵਧੇਰੇ ਸਵਾਦੀ ਹੋਣਾ। ਉਦੋਂ ਜੇਲ੍ਹ 'ਚ ਸਟੱਡੀ ਸਰਕਲ ਲਾ ਕੇ ਮੈਂ ਤਾਕ ਹੋ ਗਿਆ ਸਾਂ। ਸੋਨੀਆ ਵੀ ਤੇ ਬਾਅਦ 'ਚ ਦੱਸਦੀ ਸੀ ਕਿ ਤੁਹਾਡਾ ਸਟੱਡੀ ਸਰਕਲ ਸੁਣਦਿਆਂ ਮੈਂ ਦਿਲ 'ਚ ਕਹਿਣਾ, ਇਹ ਬੰਦਾ ਕਿੰਨਾ ਲੱਗਣ ਵਾਲਾ ਹੈ, ਗੱਲਾਂ ਕਿੰਨੀਆਂ ਸਪਸ਼ਟ ਕਰਦਾ ਹੈ, ਗੁੰਝਲਦਾਰ ਤੋਂ ਗੁੰਝਲਦਾਰ ਗੱਲ ਨੂੰ ਕਿੰਜ ਸਾਦਾ ਬਣਾ ਕੇ ਸਮਝਾ ਦਿੰਦਾ ਹੈ। ਅੱਜ ਵੀ ਜੇ ਮੈਨੂੰ ਮੌਕਾ ਮਿਲੇ ਤਾਂ ਮੈਂ ਪ੍ਰੋਫੈਸਰ ਲੱਗਣਾ ਚਾਹਾਂਗਾ। ਪੜ੍ਹਾਉਣਾ ਮੇਰੀ ਨਸ ਨਸ 'ਚ ਵਸਿਆ ਹੋਇਆ। ਜੇਲ੍ਹ 'ਚ ਜੇ ਜੋ ਪੜ੍ਹ ਲਿਆ ਸੋ ਪੜ੍ਹ ਲਿਆ, ਹੁਣ ਤੇ ਬਾਹਰ ਪਾਰਟੀ ਦੇ ਕੰਮ ਕਰਦਿਆਂ ਵੇਲ ਹੀ ਨਹੀਂ ਮਿਲਦਾ। ਲੈਨਿਨ ਕਹਿੰਦਾ ਹੁੰਦਾ ਸੀ ਕਿ ਮੈਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਘੰਟਾ ਮਾਰਕਸਿਜ਼ਮ ਦੀਆਂ ਕਿਤਾਬਾਂ ਪੜ੍ਹਦਾ। ਇੰਜ ਹੌਲੀ ਹੌਲੀ ਬੜਾ ਕੁਝ ਪੜ੍ਹਿਆ ਜਾਂਦਾ ਹੈ। ਪੜ੍ਹ ਲਓ ਜਿੰਨੀ ਮਰਜ਼ੀ, ਗੁੜੀਆਂ ਹੀ ਕੰਮ ਆਉਂਦਾ ਹੈ। ਜ਼ਿੰਦਗੀ 'ਚ ਜਿਹੜੀ ਨਿੱਕੀ ਨਿੱਕੀ ਤਬਦੀਲੀ ਆਉਂਦੀ ਹੈ ਉਹਨੂੰ ਮੋਟੀਆਂ-ਮੋਟੀਆਂ ਸਿਧਾਂਤਕ ਗੱਲਾਂ ਨਾਲ ਨਹੀਂ ਸਮਝਿਆ ਜਾ ਸਕਦਾ। ਸ਼ਾਇਦ ਆਪਣੇ ਸਮਾਜ ਦੀਆਂ ਅੰਦਰਲੀਆਂ ਘੁੰਡੀਆਂ ਨੂੰ ਸਮਝਣ ਲਈ ਵੀ ਅਭਿਆਸ ਦੀ ਲੋੜ ਹੁੰਦੀ ਹੈ। ਮਨੁੱਖੀ ਵਿਹਾਰ ਦੀਆਂ ਬਾਰੀਕੀਆਂ ਵੀ ਤਾਈਓਂ ਸਮਝ ਆ ਸਕਦੀਆਂ ਨੇ। ਸ਼ਾਇਦ ਸਾਡੀ ਇਸੇ ਕਮਜ਼ੋਰੀ ਕਰਕੇ ਸਾਡੇ ਕੋਲੋਂ ਰਾਜਨੀਤੀ ਦੇ ਖੇਤਰ ਵਿੱਚ ਵੀ ਗਲਤੀਆਂ ਹੁੰਦੀਆਂ ਨੇ। ਅਸੀਂ ਮੰਨ ਵੀ ਲੈਂਦੇ ਹਾਂ ਆਪਣੀਆਂ ਗਲਤੀਆਂ। ਇਸੇ ਕਰਕੇ ਸੋਨੀਆ ਦੇ ਪਿਤਾ ਨੇ ਤੇ ਇੱਕ ਵਾਰੀ ਮੇਰੇ ਆਪਣੇ ਤਾਇਆ ਜੀ ਨੇ ਕਿਹਾ ਸੀ, ਲੋਕ ਜਦੋਂ ਤੁਹਾਡੀ ਗੱਲ ਸੁਣਨ ਲੱਗਦੇ ਨੇ, ਨਾਲ ਟੁਰਨ ਲੱਗਦੇ ਨੇ, ਤਾਂ ਤੁਸੀਂ ਆਪਣੀਆਂ ਗਲਤੀਆਂ ਦਾ ਰੌਲਾ ਪਾ ਕੇ ਆਪਣੇ ਸਿਰ ਸੁਆਹ ਪਵਾ ਲੈਂਦੇ ਹੋ। ਖੌਰੇ ਉਹਨਾਂ ਦੀ ਗੱਲ ਠੀਕ ਹੋਵੇ, ਪਰ ਕੀ ਇਹ ਸਾਡੀ ਇਮਾਨਦਾਰੀ ਨਹੀਂ? ਅਸੀਂ ਦੂਜੀਆਂ ਪਾਰਟੀਆਂ ਦੇ ਲੀਡਰਾਂ ਵਾਂਗ ਦੂਜਿਆਂ ਨੂੰ ਇਲਜ਼ਾਮ ਨਹੀਂ ਦਿੰਦੇ ਤੇ ਨਾ ਹੀ ਝੂਠੇ ਬਹਾਨੇ ਬਣਾਉਂਦੇ ਆ। ਪਰ ਵੇਲਾ ਇਹੋ ਜਿਹਾ ਆ ਗਿਆ ਕਿ ਸੱਚੇ ਦਾ ਬੋਲਬਾਲਾ ਵੀ ਝੂਠ ਜਾਪਣ ਲੱਗ ਪਿਆ। ਬੰਦੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਿਆਂ ਵਕਤ ਤੇ ਲੱਗਦਾ ਹੀ ਏ। ਰਾਜਨੀਤੀ ਦੇ ਖੇਤਰ ਵਿੱਚ ਤੇ ਗਲਤੀ ਦਾ ਪਤਾ ਲੱਗਦਿਆਂ 4-5 ਸਾਲ ਲੱਗ ਜਾਂਦੇ ਨੇ। ਉਹਨੇ ਚਿਰ 'ਚ ਸਾਰੀ ਕੀਤੀ ਕਰਾਈ ਖੂਹ ਪੈ ਜਾਂਦੀ ਹੈ। ਸ਼ਾਇਦ ਇਸੇ ਕਰਕੇ ਸਾਡਾ ਬਣਦਾ ਕੁਝ ਨਹੀਂ। ਭਾਗ ਤੀਸਰਾ, ਅੰਗ ਦੂਜਾ। ਦੂਜੀਆਂ ਚੋਣਾਂ ਸਿਰ ਤੇ ਆ ਗਈਆਂ ਨੇ। ਸੋਨੀਆ ਇਹਨਾਂ ਚੋਣਾਂ ਤੋਂ 1 ਸਾਲ ਪਹਿਲਾਂ ਹਿੰਦੁਸਤਾਨ ਆਈ ਸੀ ਤੇ ਹੁਣ ਅਸੀਂ ਇੰਨਾ ਨੇੜੇ ਹੋ ਗਏ ਹਾਂ ਕਿ ਸਾਨੂੰ ਆਪਣੇ ਅੰਦਰ ਇੱਕ ਦੂਜੇ ਬਾਰੇ ਕੂਲੀਆਂ ਭਾਵਨਾਵਾਂ ਮਹਿਸੂਸ ਹੁੰਦੀਆਂ ਨੇ। ਸੋਨੀਆ ਬਾਰੇ ਤੇ ਮੈਂ ਕਹਿ ਨਹੀਂ ਸਕਦਾ, ਪਰ ਮੇਰੇ ਮਨ 'ਚ ਪਹਿਲੀ ਵਾਰੀ ਉਹ ਭਾਵਨਾਵਾਂ ਜਾਗੀਆਂ ਨੇ ਜਿਨ੍ਹਾਂ 'ਚ ਮੈਨੂੰ ਆਪਣੇ ਮਨ ਦਾ ਭਰਮ ਨਜ਼ਰ ਹੀ ਨਹੀਂ ਆਇਆ। ਨਹੀਂ ਤੇ ਅੱਗੇ ਜਦੋਂ ਵੀ ਇਹੋ ਜਿਹੀਆਂ ਕੂਲੀਆਂ ਭਾਵਨਾਵਾਂ ਜਾਗਦੀਆਂ ਸੀ ਤਾਂ ਮੈਨੂੰ ਆਪਣੇ ਮਨ ਦਾ ਭਰਮ ਹੀ ਸਾਹ ਨਹੀਂ ਸੀ ਲੈਣ ਦਿੰਦਾ। ਇਹੋ ਸੋਚਦਾ ਸਾਂ ਇਹ ਤੇ 4 ਦਿਨ ਦੀ ਲੀਲਾ ਏ, ਮੁੱਕਾ ਜਾਏਗੀ ਤੇ ਮੁੱਕਾ ਵੀ ਜਾਂਦੀ ਸੀ। ਮੈਂ ਉਹਨਾਂ ਕੁੜੀਆਂ ਨੂੰ ਦੋਸ਼ ਨਹੀਂ ਦਿੰਦਾ, ਆਪਣੀ ਗਰੀਬੀ ਨੂੰ ਵੀ ਦੋਸ਼ ਨਹੀਂ ਦਿੰਦਾ। ਇਹ ਤੇ ਸਾਡੇ ਮੁਲਕ ਦੀ ਗਰੀਬੀ ਹੈ ਜਿਸ ਕਰਕੇ ਕਿਸੇ ਨੂੰ ਵੀ ਆਪਣੇ ਭਵਿੱਖ ਬਾਰੇ ਨਿਸ਼ਚਾ ਨਹੀਂ ਹੁੰਦਾ। ਉਹਦੀਆਂ ਕੁੜੀਆਂ ਨੂੰ ਕਿਵੇਂ ਨਿਸ਼ਚਾ ਹੋ ਜਾਂਦਾ ਹੈ ਜਾਂ ਉਹਨਾਂ ਦੇ ਮਾਪਿਆਂ ਨੂੰ ਕਿਵੇਂ ਹੋ ਜਾਂਦਾ ਹੈ, ਪਰ ਐਤਕੀ ਮੈਨੂੰ ਇਸ ਭਰਮ ਨੇ ਨਹੀਂ ਘੇਰਿਆ ਤੇ ਨਾ ਹੀ ਜਾਪਦਾ ਹੈ ਸੋਨੀਆ ਦੇ ਮਾਪਿਆਂ ਨੂੰ ਇਸ ਭਰਮ ਨੇ ਬਾਹਲਾ ਸੋਚੀ ਪਾਇਆ। ਉਸ ਦਿਨ ਜਦੋਂ ਮੈਂ ਸੋਨੀਆ ਨੂੰ ਪੁੱਛਿਆ, ਸੋਨੀਆ ਮੰਡੀ ਅਹਿਮਦਗੜ੍ਹ ਕਿਸਾਨ ਕਾਨਫਰੰਸ 'ਚ ਚੱਲਣਾ ਹੀ? ਤੇ ਕਹਿਣ ਲੱਗੀ ਜ਼ਰੂਰ ਚੱਲਾਂਗੀ। ਕਿਸ ਵੇਲੇ ਚੱਲਣਾ? ਡੈਡੀ ਕੋਲੋਂ ਤਾਂ ਪੁੱਛ ਲੈ। ਕੀ ਪੁੱਛਣਾ? ਉਹਨਾਂ ਨੂੰ ਕਹਿ ਦਿਆਂਗੀ ਕੁੰਦਨ ਨਾਲ ਜਾ ਰਹੀ ਹਾਂ। ਕਹਿੰਦੇ ਕੁਛ ਨਹੀਂ? ਕਹਿੰਦੇ ਕਿਉਂ ਨਹੀਂ, ਲੋੜ ਵੇਲੇ ਕਹਿ ਵੀ ਲੈਂਦੇ ਨੇ। ਤੇ ਹੁਣ ਮੈਂ ਤੇਰੇ ਨਾਲ ਹਾਂ, ਉਹਨਾਂ ਨੂੰ ਇਤਬਾਰ ਹੈ ਤੇਰੇ ਤੇ ਤੈਨੂੰ ਮੈਂ ਵੀ ਕਰਨ ਲੱਗ ਜਾਵਾਂਗੀ ਹੌਲੀ ਹੌਲੀ। ਹਾਲੀ ਨਹੀਂ ਹੋਇਆ। ਅੱਗੋਂ ਸੋਨੀਆ ਚੁੱਪ ਰਹੀ ਸੀ ਤੇ ਫਿਰ ਹੱਸੀ ਸੀ। ਹੱਸਦੀ ਕਿਉਂ ਹੈ? ਤੇਰੀ ਗੱਲ ਤੇ ਹਾਸਾ ਆਇਆ ਕਿਉਂ? ਲੱਗਦਾ ਤੈਨੂੰ ਆਪ ਨੂੰ ਆਪਣੇ ਤੇ ਇਤਬਾਰ ਨਹੀਂ। ਮੈਂ ਚੁੱਪ ਰਿਹਾ ਸਾਂ ਤੇ ਸੋਚੀ ਪੈ ਗਿਆ ਸਾਂ। ਗੱਲ ਤੇ ਸੋਨੀਆ ਦੀ ਸੱਚੀ ਸੀ। ਜੇ ਮੈਂ ਸੋਨੀਆ ਦੇ ਮਾਪਿਆਂ ਨੂੰ ਮਿਲਣ ਪਿੱਛੋਂ ਵੀ ਉਹਨਾਂ ਦੇ ਸੁਭਾਅ ਬਾਰੇ ਜਾਂ ਉਹਨਾਂ ਦੀ ਮੇਰੇ ਬਾਰੇ ਜੋ ਰੁਚੀ ਸੀ ਉਸ ਬਾਰੇ ਕੋਈ ਨਿਰਣਾ ਨਹੀਂ ਸੀ ਕਰ ਸਕਿਆ ਤਾਂ ਸੋਨੀਆ ਦਾ ਇਹ ਕਹਿਣਾ ਬਿਲਕੁਲ ਠੀਕ ਸੀ। ਸ਼ਾਇਦ ਮੈਨੂੰ ਆਪਣੇ ਆਪ ਤੇ ਇਤਬਾਰ ਨਹੀਂ ਸੀ। ਉਸ ਦਿਨ ਵੀ ਤੇ ਇੰਜ ਹੀ ਹੋਇਆ ਸੀ ਜਦੋਂ ਸੋਨੀਆ ਅਚਾਨਕ ਮੇਰੇ ਕਮਰੇ 'ਚ ਆ ਗਈ ਸੀ। ਮੈਂ ਸਟੋਵ ਬਾਲਿਆ ਸੀ, ਆਟਾ ਗੁੰਨ ਲਿਆ ਸੀ, ਆਪੇ ਹੀ ਹੱਥ ਲਾਉਣੇ ਸਨ ਤੇ ਕੱਚੀਆਂ ਪੱਕੀਆਂ ਰੋਟੀਆਂ ਪਕਾਉਣੀਆਂ ਸਨ। ਆਨੇ ਦੇ ਛੋਲੇ ਮੈਂ ਬਾਜ਼ਾਰੋਂ ਲੈ ਆਇਆ ਸੀ। ਕਿਹੜਾ ਸਬਜ਼ੀ ਕੱਟਦਾ ਬਣਾਉਂਦਾ ਰਵੇ। ਮੈਨੂੰ ਸਟੋਵ ਅੱਗੇ ਚੱਕਲਾ ਵੇਲਣਾ ਰੱਖੀ ਬੈਠਾ ਵੇਖ ਕੇ ਕਹਿਣ ਲੱਗੀ, ਕੁੰਦਨ ਮੈਂ ਰੋਟੀ ਬਣਾ ਦਿਆਂ? ਮੈਨੂੰ ਹੋਰ ਕੀ ਚਾਹੀਦਾ ਸੀ, ਬਣਾ ਦੇ। ਮੈਨੂੰ ਤੇ ਸਿਰਫ ਪਰੌਂਠੀ ਬਣਾਉਣੀ ਆਉਂਦੀ ਹੈ। ਤੇਰੇ ਹੱਥਾਂ ਦੀ ਪਰੌਂਠੀ ਵੀ ਖਾ ਲਾਂਗੇ। ਚੰਗਾ ਹੀ ਪਰੌਂਠਾ ਬਣਾਇਆ ਸੀ। ਅਚਾਰ ਪਿਆਜ਼ ਤੇ ਛੋਲਿਆਂ ਨਾਲ ਦੋਹਾਂ ਰਲ ਕੇ ਉਹ ਪਰੌਂਠੀਆਂ ਖਾਧੀਆਂ। ਜਦੋਂ ਹੱਥ ਧੋਣ ਲੱਗੇ ਤਾਂ ਸੋਨੀਆ ਕਹਿਣ ਲੱਗੀ, ਬਰਤਨ ਸਾਫ਼ ਕਰ ਦੇ। ਨਹੀਂ ਮੈਂ ਆਪੇ ਕਰ ਲਾਂਗਾ। ਮੈਂ ਵਲੈਤ ਵਿੱਚ ਵੀ ਆਪੇ ਕਰਦੀ ਰਹੀ ਹਾਂ। ਇਹ ਵਲੈਤ ਨਹੀਂ। ਤੇਰੇ ਨਾਲ ਪਰੌਂਠੀ ਖਾ ਕੇ ਤੇ ਮੈਨੂੰ ਵਲੈਤ ਵਰਗੀ ਖੁੱਲ੍ਹ ਦਾ ਸਵਾਦ ਆਇਆ।
ਸਵਾਦ ਤੇ ਮੈਨੂੰ ਡਬਲ ਆਇਆ। ਕਿਵੇਂ? ਪਰੌਂਠੀ ਦਾ, ਸੰਗਤ ਦਾ ਤੇ ਤੇਰੀਆਂ ਵਧੀਆ ਗੱਲਾਂ ਦਾ। ਚੱਲ ਹੁਣ ਮੈਨੂੰ ਘਰੇ ਛੱਡ ਗਿਆ, ਲੇਟ ਹੋ ਗਈ। ਕਹਿ ਦੇਈਂ, ਕੁਝ ਵੀ ਕਹਿ ਦੇਈਂ। ਕਹਿ ਦਿਆਂਗੀ ਕੁੰਦਨ ਦੀ ਰੋਟੀ ਬਣਾਉਂਦੀ ਪਈ ਸਾਂ, ਖਾ ਕੇ ਵੀ ਆਈਆਂ। ਫਿਰ ਕੀ ਏ, ਆਪਣੇ ਘਰ ਵੀ ਤੇ ਖਾਈ ਦੀ ਏ। ਆਪਣਾ ਘਰ? ਘਰੋਂ ਬੇਦਖਲ ਹੋਏ ਦਾ ਘਰ ਆਪਣਾ ਘਰ? ਮੈਨੂੰ ਇਤਬਾਰ ਨਹੀਂ ਸੀ ਆਇਆ, ਜਿੱਕਣ ਅੱਜ ਸੋਨੀਆ ਵੀ ਕਹਿੰਦੀ ਏ ਤੈਨੂੰ ਆਪਣੇ ਆਪ ਤੇ ਇਤਬਾਰ ਨਹੀਂ। ਘਰੇ ਪਹੁੰਚੇ ਤਾਂ ਉਹਦੇ ਡੈਡੀ ਉਹਨੂੰ ਉਡੀਕਦੇ ਪਏ ਸਨ। ਭਾਵੇਂ ਰਾਤ ਦੇ 9 ਹੀ ਵਜੇ ਸਨ, ਪਰ ਸਿਆਲਾਂ ਦੀ ਰਾਤ ਦੇ 9 ਵਜੇ ਤੇ ਅੱਧੀ ਰਾਤ ਵਰਗੇ ਲੱਗਦੇ ਨੇ। ਉਹਨਾਂ ਕਿਹਾ ਕੁਛ ਨਹੀਂ, ਸਿਰਫ ਇੰਨਾ ਹੀ ਪੁੱਛਿਆ, ਬੜੀ ਦੇਰ ਲਾ ਦਿੱਤੀ। ਅੱਗੋਂ ਸੋਨੀਆ ਆਪਣੀ ਗੱਲ ਦੀ ਪੱਕੀ ਨਿਕਲੀ, ਕਹਿਣ ਲੱਗੀ ਕੁੰਦਨ ਦੀ ਰੋਟੀ ਪਕਾਉਣ ਲੱਗ ਪਈ ਸਾਂ। ਅੰਕਲ ਨੇ ਉਹਦੇ ਵੱਲ ਇੰਝ ਤੱਕਿਆ ਜਿੱਕਣ ਇਤਬਾਰ ਨਾ ਆਇਆ ਹੋਵੇ। ਤੈਨੂੰ ਰੋਟੀ ਬਣਾਉਣੀ ਆਉਂਦੀ? ਡੈਡੀ ਤੁਸੀਂ ਮੈਨੂੰ ਕੀ ਸਮਝਿਆ? ਮੈਂ ਅੱਜ ਪਰਾਂਠੀ ਬਣਾ ਕੇ ਕੁੰਦਨ ਨੂੰ ਖਵਾਈ। ਹਲਾ ਸਾਨੂੰ ਤੇ ਤੂੰ ਕਦੀ ਖਵਾਈ ਨਹੀਂ, ਅੱਜੇ ਹੀ ਖਵਾ ਦਿੰਨੀ ਆ। ਚੰਗਾ ਹੁਣ ਕੁੰਦਨ ਨੂੰ ਚਾਹ ਬਣਾ ਕੇ ਪਿਆ ਦੇ, ਤੈਨੂੰ ਇੰਨੀ ਠੰਡ ਛੱਡਣ ਆਇਆ। ਨਹੀਂ ਮੈਂ ਚੱਲਣਾ, ਪਾਰਟੀ ਦਫ਼ਤਰ ਜਾਣਾ ਹੈ ਇਸ ਵੇਲੇ। ਹਾਂ ਮੀਟਿੰਗ ਏ ਸਿਟੀ ਕਮੇਟੀ ਦੀ। ਕੋਈ ਖਾਸ ਗੱਲ? ਨਹੀਂ ਕੋਈ ਖਾਸ ਗੱਲ ਨਹੀਂ। ਇੰਨਾ ਕਹਿ ਕੇ ਮੈਂ ਪਰਤ ਪਿਆ ਸਾਂ ਤੇ ਆਪਣੀ ਸਾਈਕਲ ਤੇ ਚੜ੍ਹ ਕੇ ਦਮੋਰੀਏ ਪੁਲ ਵੱਲ ਹੋ ਗਿਆ ਸਾਂ। ਉਸ ਦਿਨ ਸੋਨੀਆ ਨੂੰ ਮੈਂ ਆਪਣੇ ਸਾਈਕਲ ਦੇ ਡੰਡੇ ਤੇ ਬਿਠਾ ਕੇ ਨਹੀਂ ਸੀ ਲਿਆਇਆ, ਸਗੋਂ ਅਸੀਂ ਸਾਰਾ ਰਾਹ ਟੁਰਦੇ ਆਏ ਸਾਂ। ਸਾਈਕਲ ਤੇ ਬਿਠਾ ਕੇ ਸੈਰਾਂ ਕਰਨ ਕਰਾਉਣ ਤੇ ਘਰ ਛੱਡ ਕੇ ਆਉਣ ਤੇ ਅੱਗੋਂ ਵੀ ਕਈ ਮੌਕੇ ਆਏ ਸੀ। ਵਾਪਸ ਪਰਤਦਿਆਂ ਇੱਕ ਵਾਰੀ ਫਿਰ ਮੇਰੇ ਮਨ 'ਚ ਮਧੂ ਦਾ ਚੇਤਾ ਆਇਆ। ਉਹ ਵੀ ਤੇ ਘਰ ਦੀਆਂ ਦਹਲੀਜ਼ਾਂ 'ਚ ਖਲੋ ਕੇ ਪੁੱਛ ਲਿਆ ਕਰਦੀ ਸੀ ਕੋਈ ਖਾਸ ਗੱਲ, ਤੇ ਮੈਂ ਉਹਨੂੰ ਸਭੋ ਕੁਝ ਦੱਸ ਦਿੰਦਾ ਸਾਂ। ਮੈਨੂੰ ਕੀ ਪਤਾ ਸੀ ਉਹ ਇਹੋ ਜਿਹੀ ਨਿਕਲੇਗੀ। ਮੰਡੀ ਅਹਿਮਦਗੜ੍ਹ ਦੀ ਕਾਨਫਰੰਸ ਤੇ ਪਹੁੰਚਣ ਲਈ ਅਸੀਂ 9 ਵਜੇ ਦੀ ਗੱਡੀ ਤੇ ਚੜ੍ਹੇ। ਗੱਲਾਂ 'ਚ ਇੰਨੇ ਮਸਤ ਸੀ ਕਿ ਕਿਲ੍ਹਾ ਰਾਏਪੁਰ ਦੇ ਸਟੇਸ਼ਨ ਤੇ ਉਤਰ ਪਏ। ਇਹ ਤਾਂ ਭੁੱਲ ਹੀ ਗਏ ਸੀ ਕਿ ਕਾਨਫਰੰਸ ਹੋਰ ਥਾਂ ਸੀ। ਬਾਜ਼ਾਰ 'ਚ ਪਹੁੰਚ ਕੇ ਪੁੱਛਿਆ ਇੱਥੇ ਕਿਸਾਨ ਕਾਨਫਰੰਸ ਕਿੱਥੇ ਹੋ ਰਹੀ ਹੈ? ਲੋਕੀ ਹੈਰਾਨ, ਇੱਥੇ ਤਾਂ ਕੋਈ ਕਾਨਫਰੰਸ ਨਹੀਂ। ਪਰੇਸ਼ਾਨ ਹੋਏ, ਪਰ ਫਿਰ ਇੰਨੀ ਉੱਚੀ ਹੱਸੇ ਕਿ ਵੇਖਣ ਵਾਲੇ ਹੈਰਾਨ ਹੋ ਗਏ। ਵਾਪਸ ਪਰਤ ਕੇ ਸੋਚਿਆ ਕਿ ਕਾਨਫਰੰਸ ਕਿੱਥੇ ਵੇ। ਸੋਨੀਆ ਆਖਣ ਲੱਗੀ, ਕੁੰਦਨ ਤੂੰ ਲੁਧਿਆਣੇ ਕਿਹਾ ਸੀ, ਕਾਨਫਰੰਸ ਮੰਡੀ ਅਹਿਮਦਗੜ੍ਹ ਏ। ਹਾਂ ਸੱਚ ਯਾਦ ਆਇਆ, ਹੁਣ ਮੋਟਰ ਤੇ ਚੱਲਨੇ ਆ। ਪਰ ਮੋਟਰ ਲੈਣ ਲਈ ਸਾਨੂੰ ਡੇਲੋਂ ਤਾਈਂ ਪੈਦਲ ਤੁਰਨਾ ਪਿਆ। ਮੈਂ ਸੋਚਿਆ ਇਹ ਕੀ ਸੋਚੇਗੀ, ਕਿੱਥੇ ਦਾ ਕਿੱਥੇ ਉਤਾਰ ਦਿੱਤਾ। ਪਰ ਅਸ਼ਕੇ ਸੋਨੀਆ ਦੇ ਉਹਨੇ ਇਸ ਗੱਲ ਨੂੰ ਗੋਲਿਆ ਹੀ ਨਹੀਂ। ਗਾਣਾ ਗਾਣ ਲੱਗ ਪਈ। ਖੇਤਾਂ ਵਿੱਚੋਂ ਲੰਘਦੀ ਸੜਕ ਆਸੇ-ਪਾਸੇ ਸੱਜਰੀਆਂ ਫੁੱਟੀਆਂ ਕਣਕਾਂ, ਧੁੱਪ ਬੜੀ ਸੁਖਾਵੀਂ ਤੇ ਗਾਉਂਦੀ ਸੋਨੀਆ ਦਾ ਸਾਥ। ਬੜਾ ਰੋਮਾਂਟਿਕ ਮਾਹੌਲ ਸੀ। ਮੈਂ ਵੀ ਆਪਣੀਆਂ ਕਵਿਤਾਵਾਂ ਉੱਚੀ ਸੁਰ 'ਚ ਤਰੰਨਮ ਨਾਲ ਗਾਉਣ ਲੱਗ ਪਿਆ। ਹੱਸਦੇ ਖੇਡਦੇ ਮੈਂ ਸੋਨੀਆ ਦਾ ਹੱਥ ਫੜ ਝੁਟਾਉਣਾ ਸ਼ੁਰੂ ਕਰ ਦਿੱਤਾ। ਸਾਈਕਲ ਵਾਲੇ ਨੂੰ ਆਉਂਦਾ ਤੱਕ ਕੇ ਮੈਂ ਆਪਣਾ ਹੱਥ ਉਹਦੇ ਹੱਥ ਵਿੱਚੋਂ ਖਿਸਕਾਉਣ ਦੀ ਕੋਸ਼ਿਸ਼ ਕੀਤੀ, ਪਰ ਸੋਨੀਆ ਨੇ ਮੇਰਾ ਹੱਥ ਨਹੀਂ ਛੱਡਿਆ ਤੇ ਪੂਰੇ ਜੋਸ਼ ਨਾਲ ਗਾਉਂਦੀ ਵੀ ਰਹੀ ਤੇ ਮੇਰੀ ਬਾਂਹ ਵੀ ਝੁਟਾਉਂਦੀ ਰਹੀ। ਸਾਈਕਲ ਵਾਲਾ ਪੇਂਡੂ ਸਾਡੇ ਵੱਲ ਤੱਕਦਾ ਲੰਘ ਗਿਆ। ਇਹ ਵਿਸ਼ਵਾਸ ਤੇ ਖੁੱਲ੍ਹਦਲੀ ਵਿਲਾਇਤ ਵਿੱਚ ਰਹਿਣ ਕਰਕੇ ਆਈ ਹੋਣੀ ਹੈ। ਆ ਵੀ ਉੱਥੇ ਹੀ ਸਕਦੀ ਹੈ। ਹੈਰਾਨ ਆ ਕਿ ਮੈਂ ਇਹ ਕਦੀ ਨਹੀਂ ਸੋਚਿਆ ਸੀ ਕਿ ਸੋਨੀਆ ਦੀ ਕਿਸੇ ਵਿਲਾਇਤੀ ਗੋਰੇ ਜਾਂ ਹਿੰਦੁਸਤਾਨੀ ਨਾਲ ਲੰਡਨ 'ਚ ਰਹਿੰਦਿਆਂ ਦੋਸਤੀ ਹੋ ਸਕਦੀ ਹੈ। ਸ਼ਾਇਦ ਸੋਨੀਆ ਦੇ ਸਾਥ ਨੂੰ ਆਪਣੇ ਧਨ ਭਾਗ ਸਮਝਣ ਕਰਕੇ ਮੈਂ ਇਹੋ ਜਿਹੀ ਗੱਲ ਸੋਚ ਹੀ ਨਹੀਂ ਸੀ ਸਕਦਾ। ਅਹਿਮਦਗੜ੍ਹ ਤੇ ਅਸੀਂ ਪਹੁੰਚੇ ਹੀ ਨਹੀਂ। ਡੇਲੋਂ ਪਹੁੰਚ ਕੇ ਅੱਡੇ ਤੇ ਢਾਬੇ ਤੋਂ ਰੋਟੀ ਖਾ ਕੇ ਵਾਪਸ ਲੁਧਿਆਣੇ ਪਰਤ ਆਏ। ਪਰ ਅਹਿਮਦਗੜ੍ਹ ਦੀ ਇਸ ਫੇਰੀ ਨੇ ਮੈਨੂੰ ਸੋਨੀਆ ਦੇ ਹੋਰ ਨੇੜੇ ਲਿਆਂਦਾ। ਵਾਪਸੀ ਤੇ ਬੱਸ 'ਚ ਮੈਂ ਉਹਨੂੰ ਪਹਿਲੀ ਵਾਰ ਨੀਝ ਲਾ ਕੇ ਉਸ ਨਜ਼ਰ ਨਾਲ ਤੱਕਿਆ ਜਿਸ ਤੱਕਣੀ 'ਚ ਇਹ ਸੋਚ ਸ਼ਾਮਲ ਸੀ ਕਿ ਜੇ ਮੇਰੇ ਨਾਲ ਇਹਦਾ ਸੰਬੰਧ ਬਣਿਆ ਤਾਂ ਇਹਦੇ ਮੁਕਾਬਲੇ ਤੇ ਮੈਂ ਕਿੱਥੇ ਕੁ ਖਲੋ ਸਕਦਾ। ਉਹ ਕਿਤਾਬ ਪੜ੍ਹਦੀ ਪਈ ਸੀ ਤੇ ਮੈਂ ਉਹਦਾ ਚਿਹਰਾ ਪੜ੍ਹਨ ਦੀ ਕੋਸ਼ਿਸ਼ ਕਰਦਾ ਪਿਆ ਸਾਂ। ਉਹਨੇ ਮੇਰੇ ਕੋਲੋਂ ਕੁਝ ਪੁੱਛਿਆ, ਪਰ ਮੈਂ ਉਹਦਾ ਚਿਹਰਾ ਪੜ੍ਹਨ 'ਚ ਇੰਨਾ ਮਗਨ ਸੀ ਕਿ ਮੈਂ ਉਹਦਾ ਸਵਾਲ ਸੁਣਿਆ ਹੀ ਨਹੀਂ। ਉਹਨੇ ਕਿਤਾਬ ਤੋਂ ਅੱਖ ਚੁੱਕ ਕੇ ਮੇਰੇ ਵੱਲ ਤੱਕਿਆ, ਪਰ ਮੈਨੂੰ ਆਪਣੇ ਵੱਲ ਨੀਝ ਲਾ ਕੇ ਤੱਕਦਿਆਂ ਸਹੀ ਕਰਕੇ ਨਿੰਮਾ ਜਿਹਾ ਮੁਸਕਾਈ ਤੇ ਫਿਰ ਕਿਤਾਬ 'ਚ ਨਜ਼ਰਾਂ ਕੱਢ ਲਈਆਂ। ਮੈਂ ਉਹਦੇ ਵੱਲ ਤੱਕਦਾ ਵੀ ਪਿਆ ਸਾਂ ਤੇ ਸੋਚੀ ਵੀ ਪਿਆ ਹੋਇਆ ਸਾਂ। ਮੈਂ ਗਰੀਬ ਆਦਮੀ ਆ, ਇਹ ਅਮੀਰ। ਇਹ ਮੇਰੀ ਪੁਰਾਣੀ ਸੋਚ ਸੀ। ਇਹਨੇ ਮੇਰੇ ਨਾਲ ਵਿਆਹ ਤੇ ਕਰਾਉਣਾ ਨਹੀਂ। ਮੈਂ ਕਿਤੇ ਮੁੜ ਕੇ ਖਾਮਖਾ ਇਸ ਕੁੱਤਖਾਨੇ 'ਚ ਫਸ ਜਾਵਾਂ। ਮੇਰੇ ਲਈ ਬਾਰ-ਬਾਰ ਇੱਕੋ ਜਿਹਾ ਤਜਰਬਾ ਕੁੱਤਖਾਨਾ ਲੱਗਣ ਲੱਗ ਪਿਆ ਸੀ। ਜੇ ਇਹਦੇ ਨਾਲ ਸਾਥ ਨਹੀਂ ਬਣਨਾ ਤਾਂ ਪਹਿਲਾਂ ਹੀ ਟੁੱਟ ਜਾਏ। ਮੇਰਾ ਦਿਲ ਟੁੱਟੇ ਤੇ ਮੈਂ ਇੱਕ ਵਾਰੀ ਫੇਰ ਕੀਰਨੇ ਪਾਉਂਦਾ ਫਿਰਾਂ। ਕੁਝ ਹੋਰ ਕਵਿਤਾਵਾਂ ਲਿਖਾਂਗਾ ਆਪਣੇ ਦੁੱਖੜੇ ਨੂੰ ਰੋਣ ਦੀਆਂ ਤੇ ਸਮਾਜ ਨੂੰ ਦੋਸ਼ ਦੇਣ ਦੀਆਂ, ਅਮੀਰੀ ਗਰੀਬੀ ਦੇ ਵਿਤਕਰੇ ਦੀਆਂ, ਤੇ ਫਿਰ ਇਸ਼ਕ ਦੀ ਸਫਲਤਾ ਲਈ ਇਨਕਲਾਬ ਦੀ ਲੋੜ ਦੀਆਂ, ਇਨਕਲਾਬ ਲਈ ਜੂਝਣ ਦੀਆਂ, ਇਨਕਲਾਬ 'ਚ ਵਿਸ਼ਵਾਸ ਦੀਆਂ। ਇਹ 28 ਦੀ ਏ ਤੇ ਮੈਂ 32 ਦਾ। ਇਹਨੇ ਦੁਨੀਆ ਤੱਕੀ ਏ, ਰੌਸ਼ਨ ਦਿਮਾਗ ਏ। ਮੈਂ ਭਾਵੇਂ ਲੁਧਿਆਣੇ ਤੇ ਜਲੰਧਰ ਹੀ ਤੱਕੇ ਨੇ, ਪਰ ਮੈਂ ਵੀ ਇੱਕ ਦੁਨੀਆ ਤੱਕੀ ਏ।
ਸੰਘਰਸ਼ ਦੀ ਦੁਨੀਆ, ਆਦਰਸ਼ ਦੀ ਦੁਨੀਆ, ਇਨਕਲਾਬ ਦੀ ਦੁਨੀਆ, ਵਿਚਾਰਾਂ ਦੀ ਦੁਨੀਆ। ਕਿਸੇ ਗੱਲੋਂ ਘੱਟ ਨਹੀਂ। ਉਹ ਕੂਲੀ ਭਾਵਨਾ ਜਿਹੜੀ ਮੇਰੇ ਮਨ 'ਚ ਸੀ, ਉਸ ਦਿਨ ਉਹ ਕੂਲੀ ਭਾਵਨਾ ਇੱਕ ਤ੍ਰਿਸ਼ਨਾ ਬਣ ਗਈ ਜਾਪਦੀ ਸੀ। ਪਰ ਸਵਾਲ ਜਿਉਂ ਤਿਉਂ ਖੜਾ ਸੀ, ਇਹ ਤ੍ਰਿਸ਼ਨਾ ਤ੍ਰਿਪਤ ਹੋਵੇਗੀ ਕਿ ਨਹੀਂ। ਸਟੱਡੀ ਸਰਕਲ ਤੋਂ ਪਿੱਛੋਂ ਸ਼ਾਮ ਨੂੰ ਰੋਜ਼ ਉਹਦੇ ਘਰ ਛੱਡ ਕੇ ਆਉਣਾ ਨਿਤਨੇਮ ਬਣ ਗਿਆ। ਉਹਨੂੰ ਰਸਤੇ ਚੇਤੇ ਨਹੀਂ ਸਨ ਹੁੰਦੇ ਤੇ ਮੈਂ ਆਪਣੀ ਮਰਜ਼ੀ ਨਾਲ ਹੀ ਉਹਦੇ ਘਰ ਜਾਣ ਦਾ ਰਾਹ ਕਦੀ ਲਮੇਰਾ ਕਰ ਦਿੰਦਾ, ਕਦੀ ਛੁਟੇਰਾ। ਜੇ ਕੋਈ ਹੋਰ ਕਾਮਰੇਡ ਇਹ ਡਿਊਟੀ ਲੈਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਲਈ ਪੇਸ਼ਕਸ਼ ਕਰਦਾ ਤੇ ਮੈਂ ਉਹਨੂੰ ਹਟਕ ਦਿੰਦਾ ਜਾਂ ਟਰਕਾ ਦਿੰਦਾ। ਘਰੀ ਜਾਂਦਿਆਂ ਤੇ ਸੋਨੀਆ ਜਿਉਂ ਗੱਲਾਂ ਕਰਨ ਲੱਗਦੀ ਕਿ ਉਹਨੂੰ ਵੇਲਾ ਬੀਤਣ ਦਾ ਪਤਾ ਹੀ ਨਾ ਲੱਗਦਾ। ਪਰ ਜਦੋਂ ਘਰ ਵਾਲੀ ਗਲੀ ਦਾ ਮੋੜ ਮੁੜਦੀ ਤਾਂ ਉਹਨੂੰ ਦੌਰਾ ਪੈ ਜਾਂਦਾ, ਡੈਡੀ ਕੀ ਕਹਿਣਗੇ, ਇੰਨਾ ਚਿਰ ਲਾ ਕੇ ਆਈਏ। ਘਰ ਪਹੁੰਚੇ ਤੇ ਜਦੋਂ ਅੰਕਲ ਨੇ ਪੁੱਛਣਾ, ਬੇਟਾ ਇੰਨੀ ਦੇਰ ਕਿਉਂ ਲੱਗ ਗਈ, ਸੋਨੀਆ ਦੇ ਬੋਲਣ ਤੋਂ ਪਹਿਲਾਂ ਹੀ ਮੈਂ ਆਪਣੇ ਸਿਰ ਦੋਸ਼ ਲੈ ਲੈਂਦਾ। ਅੰਕਲ ਮੁਜਰਮ ਮੈਂ ਵਾਂ, ਸੋਨੀਆ ਦਾ ਕੋਈ ਕਸੂਰ ਨਹੀਂ। ਮੈਂ ਹੀ ਸਟੱਡੀ ਸਰਕਲ ਲੰਮਾ ਕਰ ਦਿੱਤਾ ਸੀ। ਇਹ ਤੇ ਕਿੰਨੇ ਚਿਰ ਦੀ ਕਾਹਲੀ ਪਈ ਸੀ, ਪਰ ਜਿਹੜੀ ਬਹਿਸ ਚੱਲ ਪਈ ਸੀ ਉਹ ਮੁੱਕਦੀ ਤੇ ਨਾ ਆਉਂਦੀ। ਇਹ ਸਾਰਿਆਂ ਨਾਲੋਂ ਵੱਧ ਸਵਾਲ ਪੁੱਛਦੀ ਹੈ ਉਸ ਵੇਲੇ। ਚੱਲ ਲੰਘ ਜਾ, ਹੁਣ ਰੋਟੀ ਖਾ ਕੇ ਜਾਈਂ। ਅੰਕਲ ਇੰਨੇ ਨਫੀਸ ਆਦਮੀ ਸਨ ਕਿ ਉਹਨਾਂ ਫਿਕਰਮੰਦ ਹੁੰਦਿਆਂ ਵੀ ਆਪਣੀ ਸ਼ਰਾਫਤ ਕਦੀ ਨਹੀਂ ਸੀ ਛੱਡੀ। ਇਹ ਵੀ ਵਲੈਤੀ ਬਿਰਤੀ ਸੀ। ਮੈਨੂੰ ਤੇ ਭੱਲ ਪਵਾਉਣ ਦੀ ਲੋੜ ਸੀ, ਯਾਰ ਲੋਕ ਤੇ ਅੱਗੇ ਹੀ ਤਿਆਰ ਸਨ। ਸੋਨੀਆ ਕਹਿੰਦੀ ਤੇ ਮੈਂ ਉਹਨਾਂ ਚਿਰ ਉਹਨਾਂ ਦੀਆਂ ਦਲੀਜਾਂ ਨਹੀਂ ਸੀ ਟੱਪਣੀਆਂ ਜਿੰਨਾ ਚਿਰ ਕੋਲੋਂ ਅੰਕਲ ਹਾਮੀ ਨਾ ਭਰ ਦਿੰਦੇ। ਹੁਣ ਤੇ ਕਿਹਾ ਹੀ ਅੰਕਲ ਨੇ ਆਪ ਸੀ। ਮੈਂ ਨਹੀਂ ਚੱਲਣਾ ਕਹਿਣਾ ਚਾਹੁੰਦਾ ਹੋਇਆ ਵੀ ਸੋਨੀਆ ਦੇ ਮਗਰ ਦਲੀਜਾਂ ਪਾਰ ਕਰ ਗਿਆ। ਵਕਤ ਸਿਰ ਆਉਣ ਤੇ ਪਾਣੀ ਵਾਰਨ ਤੇ ਦਲੀਜਾਂ ਲੰਘਾਂਗੇ, ਫੁਰਨਾ ਅਚਨਚੇਤ ਮੇਰੇ ਮਨ 'ਚ ਆਇਆ। ਪਰ ਫਿਰ ਮੈਂ ਇਹ ਫੁਰਨਾ ਸਿਰ ਛੰਡ ਕੇ ਮਨੋਂ ਕੱਢ ਦਿੱਤਾ। ਪਾਪਾ ਹਰਬੱਲਭ ਸੰਗੀਤ ਮੇਲਾ ਲੱਗਣਾ ਹੈ, ਚਲੀਏ। ਜਦੋਂ ਅਸੀਂ ਰੋਟੀ ਖਾਣ ਲਈ ਮੇਜ਼ ਤੇ ਬੈਠ ਗਏ, ਸੋਨੀਆ ਨੇ ਆਪਣੇ ਡੈਡੀ ਨਾਲ ਇੰਜ ਗੱਲ ਕੀਤੀ ਜਿਕਣ ਮੈਨੂੰ ਉਹਨੇ ਕਿਹਾ ਹੋਵੇ, ਕੌਣ ਹਰਬੱਲਭ ਸੰਗੀਤ ਮੇਲੇ ਤੇ ਚੱਲੀਏ। ਅਸਲ 'ਚ ਜੇ ਉਹ ਇਕੱਲੀ ਮੇਰੇ ਨਾਲ ਹੁੰਦੀ ਤੇ ਉਹਨੂੰ ਇਸ ਮੇਲੇ ਦਾ ਚੇਤਾ ਆ ਜਾਂਦਾ ਤਾਂ ਉਹਨੇ ਮੈਨੂੰ ਹੀ ਕਹਿਣਾ ਸੀ। ਪਰ ਆਪਣੇ ਡੈਡੀ ਦੇ ਸਾਹਮਣੇ ਤੇ ਉਹਨੇ ਇੰਜ ਹੀ ਕਹਿਣਾ ਸੀ, ਜਾਂ ਸ਼ਾਇਦ ਉਹਨੇ ਡੈਡੀ ਦੇ ਸਾਹਮਣੇ ਇਸ ਲਈ ਕਿਹਾ ਹੋਵੇ ਕਿ ਅੰਕਲ ਮੈਨੂੰ ਵੀ ਆਪਣੇ ਨਾਲ ਚੱਲਣ ਲਈ ਕਹਿਣ। ਉਂਝ ਜਦੋਂ ਮੈਨੂੰ ਇਹ ਸੋਚ ਆਈ ਤਾਂ ਮੈਂ ਆਪਣੇ ਮਨ ਦੀ ਸੋਚ ਬਾਰੇ ਹੈਰਾਨ ਹੋਇਆ ਸੀ। ਮੇਰੇ ਮਨ ਦੀ ਬੁੱਝੀ ਗਈ। ਸੋਨੀਆ ਇੰਨੀ ਚਾਤਰ ਲੱਗਦੀ ਤੇ ਨਹੀਂ, ਪਰ ਔਰਤ ਦੇ ਮਨ ਬਾਰੇ ਕੀ ਕਿਹਾ ਜਾ ਸਕਦਾ ਹੈ। ਉਂਝ ਮੈਨੂੰ ਪਤਾ ਸੀ ਕਿ ਅੰਕਲ ਤੇ ਸੋਨੀਆ ਸੰਗੀਤ ਦੇ ਸ਼ੌਕੀਨ ਸਨ, ਪਰ ਉਹਨਾਂ ਦੀ ਲਗਨ ਇੰਨੀ ਠੰਡ 'ਚ ਹਰਬੱਲਭ ਸੰਗੀਤ ਸਮੇਲਨ ਲਈ ਉਦਮ ਕਰਨ ਤੱਕ ਜਾ ਸਕਦੀ ਹੈ, ਇਹਦਾ ਮੈਨੂੰ ਨਹੀਂ ਸੀ ਪਤਾ। ਮੈਨੂੰ ਵੀ ਬੰਸਰੀ ਵਜਾਉਣ ਦਾ ਸ਼ੌਕ ਸੀ। ਕਦੀ ਕਦਾਈ ਸ਼ਾਮ ਵੇਲੇ ਕਮਿਊਨ 'ਚ ਹੁੰਦਾ ਜਾਂ ਕੋਈ ਪਹਾੜੀ ਧੁਨ ਛੇੜ ਲੈਂਦਾ ਸੀ। ਸ਼ਾਇਦ ਮੇਰੇ ਖਾਨਦਾਨ ਦਾ ਪਿਛੋਕੜ ਵੀ ਪਹਾੜੀ ਸੀ, ਇਸ ਲਈ ਬੰਸਰੀ ਦਾ ਸ਼ੌਕ ਮੈਨੂੰ ਵਿਰਸੇ 'ਚ ਮਿਲਿਆ ਸੀ। ਇੱਕ ਸ਼ਾਮ ਜਦੋਂ ਮੈਂ ਕਮਿਊਨ ਦੀ ਝੌਂਪੜੀ 'ਚ ਬੈਠਾ ਬੰਸਰੀ ਵਜਾਉਂਦਾ ਪਿਆ ਸਾਂ ਤਾਂ ਸੋਨੀਆ ਵੀ ਆ ਕੇ ਬੂਹੇ 'ਚ ਖਲੋ ਗਈ। ਮੈਂ ਸਹੀ ਕਰ ਲਿਆ ਸੀ ਕਿ ਮੰਤਰ ਮੁਗਧ ਹੋਈ ਬੂਹੇ 'ਚ ਖਲੀ ਬੰਸਰੀ ਸੁਣਦੀ ਪਈ ਸੀ ਤੇ ਮੈਂ ਆਪਣੀ ਧੁਨ ਹੋਰ ਲੰਮੇਰੀ ਕਰ ਦਿੱਤੀ ਸੀ। ਤੇ ਉਸ ਦਿਨ ਜਦੋਂ ਸੋਨੀਆ ਨੇ ਹਰਬੱਲਭ ਮੇਲੇ ਤੇ ਜਾਣ ਦੀ ਗੱਲ ਕੀਤੀ ਸੀ ਤਾਂ ਸ਼ਾਇਦ ਇਸੇ ਲਈ ਕੀਤੀ ਸੀ ਕਿ ਸਾਰੇ ਰਲ ਕੇ ਮੇਲੇ ਚੱਲੀਏ। ਮੈਨੂੰ ਖਿਆਲ ਆਇਆ ਕਿ ਮੇਲੇ ਹੀ ਤੇ ਪੁਰਾਣੇ ਸਮਿਆਂ 'ਚ ਪ੍ਰੇਮੀਆਂ ਦੇ ਮਿਲਣ ਦੇ ਮੌਕੇ ਪੈਦਾ ਕਰਦੇ ਸਨ ਤੇ ਅੱਜ ਸੋਨੀਆ ਨੇ ਮੇਲੇ ਤੇ ਜਾਣ ਦੀ ਗੱਲ ਕਰਕੇ ਮੌਕਾ ਹੀ ਪੈਦਾ ਕਰ ਦਿੱਤਾ ਸੀ। ਆਰੀਆ ਸਕੂਲ ਦੇ ਬੈਂਡ ਵਿੱਚ ਵਜਾਈ ਬੰਸਰੀ ਕੰਮ ਪਈ ਆਉਂਦੀ ਸੀ। ਸੋਨੀਆ ਦੀ ਮੰਮੀ ਨੂੰ ਸੰਗੀਤ ਨਾਲ ਕੋਈ ਲਗਾਓ ਨਹੀਂ ਸੀ, ਇਸ ਲਈ ਉਹ ਸਾਡੇ ਨਾਲ ਨਹੀਂ ਗਏ। ਠੰਡ ਦਾ ਮੌਸਮ, ਬਿਸਤਰੇ ਅਸਾਂ ਦੇਵੀ ਮੰਦਰ ਦੀ ਸਰਾਂ 'ਚ ਰੱਖ ਦਿੱਤੇ, ਕੰਬਲ ਨਾਲ ਲੈ ਲਏ। ਪੰਡਾਲ 'ਚ ਅਸੀਂ ਪਹੁੰਚੇ ਤੇ ਸਵਖਤੇ ਹੀ ਸਾਂ, ਪਰ ਉੱਥੇ ਤੇ ਬਹਿਣ ਲਈ ਥਾਂ ਵੀ ਮਸਾਂ ਹੀ ਮਿਲੀ। ਪਿੱਛੇ ਸਟੇਜ ਤੋਂ ਦੂਰ ਅਸੀਂ ਬਹਿਣਾ ਨਹੀਂ ਸੀ ਚਾਹੁੰਦੇ ਕਿਉਂਕਿ ਪਿੱਛੇ ਖਲੋਤੇ ਲੰਘਦੇ ਲੋਕਾਂ ਦੇ ਸ਼ੋਰ ਕਰਕੇ ਸਵਾਦ ਨਹੀਂ ਸੀ ਆਉਣਾ। ਬਹਿਣ 'ਚ ਅੰਕਲ ਸਾਡੇ ਨਾਲੋਂ 2 ਪਾਲਾਂ ਅੱਗੇ ਬਹਿ ਗਏ ਤੇ ਅਸੀਂ ਦੋਵੇਂ 2 ਪਾਲਾਂ ਪਿੱਛੇ ਬਹਿਣ ਲੱਗਿਆਂ ਜ਼ਰਾ ਵਧੇਰੇ ਢੁੱਕ ਕੇ ਬਹਿ ਗਏ। ਗੋਡੇ ਨਾਲ ਗੋਡਾ, ਕੰਬਲ ਨਾਲ ਕੰਬਲ ਢੁੱਕ ਕੇ ਬਹਿਣਾ। ਕੰਬਲਾਂ ਨੇ ਕੱਜ ਲਿਆ ਸੀ। ਇਹੋ ਜਿਹੀ ਸੋਚ ਮੇਰੀ ਸੀ। ਸੋਨੀਆ ਨੇ ਭਾਵੇਂ ਸਹੀ ਨਹੀਂ ਕੀਤਾ। ਮੇਰਾ ਕੰਨ ਤੇ ਮੈਨੂੰ ਦੱਸਦਾ ਸੀ ਕਿ ਸੰਗੀਤ ਚੰਗਾ, ਪਰ ਮੈਨੂੰ ਸ਼ਾਸਤਰੀ ਸੰਗੀਤ ਦੀਆਂ ਤਕਨੀਕੀ ਗੱਲਾਂ ਦੀ ਸਮਝ ਨਹੀਂ ਸੀ। ਸੋਨੀਆ ਨੂੰ ਹੈ ਸੀ। ਉਹ ਮੇਰੇ ਵੱਲ ਉੜ ਕੇ ਹੌਲੀ-ਹੌਲੀ ਮੇਰੇ ਕੰਨ 'ਚ ਸਮਝਾਉਂਦੀ ਰਹੀ। ਉਹਦੇ ਸਾਹ ਮੇਰੀਆਂ ਗੱਲਾਂ ਨੂੰ ਗਰਮਾਉਂਦੇ ਰਹੇ। ਉਹਦੇ ਬੌਬ ਕੱਟ ਵਾਲਾਂ ਵਿੱਚੋਂ ਹਲਕੀ ਖੁਸ਼ਬੂ ਵੀ ਮੈਨੂੰ ਮਸਤਾਉਂਦੀ ਪਈ। ਜੀ ਕੀਤਾ ਆਪਣਾ ਸਿਰ ਉਹਦੇ ਮੋਢਿਆਂ ਤੇ ਟਿਕਾ ਦਿਆਂ, ਪਰ ਸੰਕੋਚ ਰੱਖਿਆ। ਝਟ ਸਹੀ ਹੋ ਜਾਣਾ ਸੀ। ਕੰਬਲ ਦੇ ਵਿੱਚੋਂ ਹੀ ਮੈਂ ਸੋਨੀਆ ਦਾ ਹੱਥ ਫੜੀ ਰੱਖਿਆ। ਉਹਨੇ ਛੁਡਾਇਆ ਨਹੀਂ। ਮੈਂ ਉਹਦਾ ਹੱਥ ਘੁੱਟਿਆ। ਮੇਰੇ ਘੁੱਟਣ 'ਚ ਇੱਕ ਨਿੱਘ ਸੀ, ਤਰਲਾ ਵੀ ਸੀ। ਉਹਨੇ ਪਰਤਵਾਂ ਹੱਥ ਘੁੱਟਿਆ। ਉਹਦੀ ਹੱਥ ਘੁੱਟਣੀ ਵਿੱਚ ਦੋਸਤੀ ਦਾ ਹੁੰਗਾਰਾ ਸੀ। ਤਰਲੇ ਲਈ ਮੋੜ ਵੀ ਤਸੱਲੀ ਨਹੀਂ ਸੀ। ਉਹ ਮੈਨੂੰ ਸੰਗੀਤ ਦੀਆਂ ਸੁਰਾਂ ਸਮਝਾਉਂਦੀ ਰਹੀ ਤੇ ਮੇਰੇ ਮਨ 'ਚ ਸੁਰਾਂ ਜਗਾਉਂਦੀ ਰਹੀ।
ਅੰਕਲ ਇਸ ਜੁਗਲਬੰਦੀ 'ਚ ਬੇਸੁਰੀ ਦੀ ਤਾਣ ਹੋ ਸਕਦੇ ਸੀ, ਪਰ ਉਹਨਾਂ ਦਾ ਪੂਰਾ ਧਿਆਨ ਸਟੇਜ ਵੱਲ ਸੀ। ਮੇਰੇ ਮਨ 'ਚ ਚੋਰ ਨਹੀਂ ਸੀ, ਸਿਰਫ ਤ੍ਰਿਸ਼ਨਾ ਸੀ ਇਸ ਸਾਥ ਨੂੰ ਹੋਰ ਲੰਮੇਰਾ ਬਣਾਉਣ ਦੀ। ਸੁਪਨੇ ਲੈਂਦਾ ਸਾਂ, ਪਰ ਉਹ ਸੁਪਨੇ ਦਲੀਜਾਂ ਨਹੀਂ ਸਨ ਟੱਪਦੇ। ਬਾਹਰ ਖੜੇ ਰਹਿੰਦੇ ਸੀ ਕਿ ਇਹ ਸੁਪਨਾ ਖੈਰ ਮੰਗਦਾ ਸੀ ਜਾਂ ਦਾਲ ਆਉਂਦਾ ਸੀ। ਸੰਗੀਤ ਨਾਲੋਂ ਉਹ ਸੰਗੀਤ ਚੰਗਾ ਲੱਗਾ ਜਿਹੜਾ ਮੇਰੇ ਅੰਦਰ ਗੂੰਜ ਰਿਹਾ ਸੀ। ਰਾਤ ਨੂੰ ਵਾਪਸ ਪਰਤੇ ਚੰਨ ਦੀ ਚਾਨਣੀ ਕਰਕੇ ਅੱਧੀ ਸੜਕ ਹਨੇਰੇ 'ਚ ਸੀ ਤੇ ਅੱਧੀ ਚਾਨਣ ਵਿੱਚ। ਅਸੀਂ ਤਿੰਨੇ ਇਸ ਹਨੇਰੀ ਤੇ ਚਾਨਣ ਦੀ ਲਕੀਰ ਉੱਤੇ ਟੁਰਦੇ ਪਏ ਸਾਂ। ਅੰਕਲ ਸਾਡੇ ਨਾਲ ਅੱਗੇ ਲੰਘ ਗਏ। ਮੈਂ ਤੇ ਸੋਨੀਆ ਕੰਬਲ ਵਲੇਟੀ ਪਿੱਛੇ ਪਿੱਛੇ ਟੁਰੇ ਆਉਂਦੇ ਸਾਂ। ਮੈਂ ਕਿਹਾ, ਸੋਨੀਆ, ਸਾਡਾ ਇੱਕ ਕਦਮ ਹਨੇਰੇ 'ਚ ਤੇ ਇੱਕ ਚਾਨਣ 'ਚ। ਉਜਾਲਾ ਵੀ ਹੋ ਸਕਦਾ ਹੈ, ਹਨੇਰਾ ਵੀ ਹੋ ਸਕਦਾ ਹੈ। ਸੋਨੀਆ ਨੇ ਮੇਰੀ ਗੱਲ ਸੁਣ ਕੇ ਮੇਰੇ ਵੱਲ ਤੱਕਿਆ, ਆਪਣੇ ਡੈਡੀ ਵੱਲ ਤੱਕਿਆ। ਦੋਨੋਂ ਹੀ ਹੋ ਸਕਦੇ ਨੇ, ਸੋਚਾਂਗੀ। ਮੈਂ ਹੈਰਾਨ ਹੋਇਆ ਕਿ ਉਹਨੇ ਮੇਰੇ ਦਿਲ ਦੀ ਗੱਲ ਕਿਵੇਂ ਬੁੱਝ ਲਈ। ਮੈਂ ਤੇ ਇੱਕ ਬੁਝਾਰਤ ਜੀ ਪਾਈ ਸੀ, ਇਹਨੇ ਕੀਕਣ ਬੁੱਝ ਲਈ ਕਿ ਉਹਦੀ ਤਰੰਗ ਰੇਖਾ ਵੀ ਉਹੀ ਹੈ ਜਿਹੜੀ ਮੇਰੀ ਹੈ। ਪਰ ਉਹਦੀ ਗੱਲ 'ਚ ਕੋਈ ਵਾਅਦਾ ਨਹੀਂ ਸੀ, ਕੋਈ ਵਚਨ ਨਹੀਂ ਸੀ। ਆਸ ਨਿਰਾਸ਼ ਤੇ ਝੂਟੇ ਝੂਟਦਾ ਪਿਆ ਸਾਂ। ਸਰਾਂ 'ਚ ਪਹੁੰਚੇ ਤਾਂ ਉਸ ਵੇਲੇ ਰਾਤ ਦਾ 1 ਵੱਜ ਚੁੱਕਾ ਸੀ। ਸੋਨੀਆ ਵੱਖਰੇ ਕਮਰੇ 'ਚ ਸੁੱਤੀ ਤੇ ਸ਼ਰਮਾ ਜੀ ਤੇ ਮੈਂ ਇੱਕ ਕਮਰੇ 'ਚ। ਸ਼ਰਮਾ ਜੀ ਗੱਲੀਂ ਲੱਗ ਪਏ, ਆਪਣੇ ਅਫਰੀਕਨ ਜੀਵਨ ਬਾਰੇ ਗੱਲਾਂ ਕਰਨ ਲੱਗ ਪਏ। ਮੈਂ ਉਹਨਾਂ ਦੀਆਂ ਗੱਲਾਂ ਦਾ ਹੁੰਗਾਰਾ ਭਰਦਾ ਰਿਹਾ। ਵਿੱਚ ਮੈਨੂੰ ਇੰਜ ਲੱਗਦਾ ਜੇਕਰ ਮੇਰੀਆਂ ਅੱਖਾਂ ਮਟੀਂਦੀਆਂ ਜਾਂਦੀਆਂ ਹੋਣ, ਪਰ ਮੈਂ ਅੱਖਾਂ ਮੀਟ ਕੇ ਗੁਸਤਾਖੀ ਨਹੀਂ ਸੀ ਕਰਨਾ ਚਾਹੁੰਦਾ। ਜ਼ੋਰ ਲਾ ਕੇ ਅੱਖਾਂ ਖੋਲ੍ਹੀ ਰੱਖੀਆਂ। ਪ੍ਰਭਾਤੇ 4 ਵਜੇ ਦਾ ਘੜਿਆਲ ਵੱਜਿਆ। ਉੱਠੀਏ ਹੁਣ, ਇੰਨਾ ਕਹਿ ਕੇ ਮੈਂ ਉੱਠ ਖਲੋਤਾ, ਬੱਤੀ ਜਗਾ ਦਿੱਤੀ। ਬਾਹਰ ਵਿਹੜੇ 'ਚ ਖੂਹ ਸੀ, ਖੂਹ 'ਚ ਬਾਲਟੀ ਲਮਕਾ ਕੇ ਪਾਣੀ ਕੱਢਿਆ, ਕੰਢੇ ਤੇ ਰੱਖ ਕੇ ਠੰਡੇ ਪਾਣੀ ਨਾਲ ਨਹਾਤਾ। ਪਹਿਲੀ ਗੜਵੀ ਨਾਲ ਹੀ ਪਿੰਡੇ 'ਚ ਸੀਤ ਲਹਿਰ ਜੀ ਲੰਘ ਗਈ। ਕਾਹਦੇ ਲਈ ਇਹ ਵਿਖਾਵਾ? ਕਦੀ ਅੱਗੇ ਇੰਨੀ ਸਵੇਰੇ ਨਹਾਤਾ, ਕਦੀ ਇੰਜ ਸਿਆਲਾਂ ਠੰਡੇ ਪਾਣੀ ਨਾਲ ਨਹਾਤਾ। ਕਿ ਮੇਰੇ ਧੁਰ ਅੰਦਰ ਇੱਕ ਪੈਤਰਿਕ ਸੰਸਕਾਰ ਸੀ ਜੋ ਸੋਚਦਾ ਪਿਆ ਸੀ ਕਿ ਆਰੀਆ ਸਮਾਜੀ ਸ਼ਰਮਾ ਜੀ ਪ੍ਰਭਾਤੀ ਖੂਹ ਵਿੱਚੋਂ ਠੰਡਾ ਪਾਣੀ ਕੱਢ ਕੇ ਨਹਾਉਣ ਨਾਲ ਪ੍ਰਭਾਵਿਤ ਹੋ ਜਾਣਗੇ। ਬਾਅਦ 'ਚ ਉਹਨਾਂ ਦੀਆਂ ਗੱਲਾਂ ਤੋਂ ਪਤਾ ਵੀ ਲੱਗਾ ਕਿ ਉਹ ਪ੍ਰਭਾਵਿਤ ਹੋਏ ਸਨ। ਲੱਗਦਾ ਸੀ ਉਹਨਾਂ ਨੂੰ ਜਾਪਿਆ ਕਿ ਜੇ ਇਹ ਮੁੰਡਾ ਸਵੇਰੇ ਉੱਠ ਕੇ ਠੰਡੇ ਪਾਣੀ ਨਾਲ ਨਹਾ ਸਕਦਾ ਹੈ ਤਾਂ ਇਹਦੇ 'ਚ ਆਪਣੇ ਆਦਰਸ਼ ਤਾਈਂ ਵਚਨਬੱਧਤਾ ਪੱਕੀ ਹੈ। ਪਰ ਉਹਨਾਂ ਨੂੰ ਕੀ ਪਤਾ ਕਿ ਅੱਖਾਂ ਮੀਟਦਿਆਂ ਮਟੀਂਦੀਆਂ ਨਾਲ ਵੀ ਗੱਲਾਂ ਦਾ ਹੁੰਗਾਰਾ ਭਰੀ ਜਾਣ ਤੇ ਸਵੇਰੇ ਖੂਹ 'ਚੋਂ ਠੰਡਾ ਪਾਣੀ ਕੱਢ ਕੇ ਨਹਾਉਣਾ ਪਹਿਲੀ ਤੇ ਆਖਰੀ ਵਾਰ ਦੀਆਂ ਪ੍ਰਦਰਸ਼ਨੀ ਗੱਲਾਂ ਸਨ। 2 ਦਿਨ ਅਸੀਂ ਸੰਗੀਤ ਸੰਮੇਲਨ ਦਾ ਆਨੰਦ ਮਾਣਿਆ। ਲੁਧਿਆਣੇ ਵਾਪਸ ਆ ਕੇ ਮੈਨੂੰ ਇੰਝ ਲੱਗਾ ਜਿਕਣ ਅਸੀਂ ਇੱਕ ਦੂਜੇ ਦੀ ਸੰਗਤ ਦੀ ਤਾਂਘ ਰੱਖਣ ਲੱਗ ਪਏ ਹਾਂ। ਸੋਨੀਆ ਦਾ ਪੱਕਾ ਪਤਾ ਨਹੀਂ, ਪਰ ਮੈਂ ਆਪਣੇ ਬਾਰੇ ਕਹਿ ਸਕਦਾ ਕਿ ਮੇਰੀ ਇਹ ਤਾਂਘ ਮੈਨੂੰ ਹਰ ਵੇਲੇ ਸਤਾਉਂਦੀ ਰਹਿੰਦੀ ਸੀ। ਰੋਜ਼ ਸ਼ਾਮ ਨੂੰ ਮੁਲਾਕਾਤ ਹੁੰਦੀ, ਕਦੀ ਉਹਦੇ ਘਰ ਜਾ ਵੱਜਦਾ, ਅੰਦਰ ਲੰਘ ਆਓ, ਚਾਹ, ਗੱਲਾਂ ਬਾਤਾਂ, ਰਾਤ ਦੀ ਰੋਟੀ, ਫਿਰ ਵਾਪਸੀ, ਟੁੱਟੇ ਸਾਈਕਲ ਤੇ ਵਾਪਸੀ, ਕਦੀ ਮਾਪਿਆਂ ਦੇ ਘਰ, ਕਦੀ ਆਪਣੇ ਵੱਖਰੇ ਕਮਰੇ 'ਚ ਤੇ ਕਦੀ ਕਮਿਊਨ ਵਿੱਚ। ਇੱਕ ਸ਼ਾਮ ਕਮਿਊਨ 'ਚ ਪਰਤਿਆ ਸਾਂ, ਸਮਰਾਲੇ ਤੋਂ ਹੋ ਕੇ ਮੁੜਿਆ ਸਾਂ। ਉਸ ਦਿਨ ਕਮਿਊਨ 'ਚ ਮਾਂ ਛੋਲਿਆਂ ਦੀ ਦਾਲ ਬਣੀ ਸੀ, ਮੇਰੀ ਪਸੰਦ। ਰੋਟੀ ਦਾ ਬੜਾ ਸਵਾਦ ਆਇਆ। ਭੁੱਖੇ ਨੂੰ ਤੇ ਰੁੱਖੀ ਰੋਟੀ ਵੀ ਬੜੀ ਸਵਾਦ ਲੱਗਦੀ ਹੈ। ਹੋਰ ਕਾਮਰੇਡ ਵੀ ਸਨ। ਆਉਣ ਵਾਲੇ ਇਲੈਕਸ਼ਨ ਬਾਰੇ ਅਟਕਲਾਂ ਲੱਗਦੀਆਂ ਪਈਆਂ ਸਨ। ਪਿਛਲੀਆਂ ਇਲੈਕਸ਼ਨਾਂ 'ਚ ਲੁਧਿਆਣੇ ਸ਼ਹਿਰ ਦੀ ਤੋਂ ਪਾਰਟੀ ਨੇ ਕੋਈ ਉਮੀਦਵਾਰ ਖੜਾ ਨਹੀਂ ਸੀ ਕੀਤਾ। ਪਾਰਟੀ ਵਰਕਰਾਂ ਲਈ ਤੇ ਹਮਦਰਦਾਂ ਲਈ ਸੰਕਟ ਖੜਾ ਹੋ ਜਾਂਦਾ ਸੀ ਜੇਕਰ ਕਿਸੇ ਹਲਕੇ 'ਚ ਪਾਰਟੀ ਦਾ ਕੋਈ ਉਮੀਦਵਾਰ ਨਾ ਹੋਵੇ। ਪੰਜਾਬ 'ਚ ਤੇ ਪਾਰਟੀ ਹੈ ਵੀ ਆਟੇ 'ਚ ਲੂਣ ਬਰਾਬਰ ਸੀ। ਬਾਹਲੇ ਪਾਰਟੀ ਦੇ ਹਮਦਰਦ ਤੇ ਵੋਟ ਪਾਣ ਹੀ ਨਹੀਂ ਸੀ ਜਾਂਦੇ। ਜਾਂ ਤੇ ਅਸੀਂ ਕਿਸੇ ਉਮੀਦਵਾਰ ਦੀ ਮਦਦ ਕਰਦੇ ਜਾਂ ਫਿਰ ਵਰਕਰ ਉੱਥੇ ਭੇਜ ਦਿੰਦੇ ਜਿੱਥੇ ਆਪਣੇ ਕਾਮਰੇਡ ਚੋਣ ਲੜਦੇ ਹੋਣ। ਪਹਿਲੀਆਂ ਚੋਣਾਂ ਵਿੱਚ ਅਸੀਂ ਕਾਂਗਰਸ ਦੇ ਉਮੀਦਵਾਰ ਸ਼ੰਨੋ ਦੇਵੀ ਦੀ ਮਦਦ ਕੀਤੀ। ਬੜੀ ਦੁਬਿਧਾ ਸੀ। ਅਸੀਂ ਜਲਸਾ ਕਰਦੇ, ਰੱਜ ਕੇ ਸਰਕਾਰ ਦੀ ਤੇ ਕਾਂਗਰਸ ਪਾਰਟੀ ਦੀ ਨਿੰਦਾ ਕਰਦੇ, ਪਰ ਫਿਰ ਕਹਿ ਦਿੰਦੇ ਕਿ ਵੋਟ ਜਾਇਆ ਕਰਨ ਨਾਲੋਂ ਚੰਗਾ ਕਿ ਤੁਸੀਂ ਆਪਣੀ ਵੋਟ ਸ਼ੰਨੋ ਦੇਵੀ ਨੂੰ ਪਾ ਦਿਓ। ਫਾਇਦਾ ਇਹ ਹੋਇਆ ਕਿ ਅਸੀਂ ਲੋਕਾਂ 'ਚ ਗਏ, ਸਾਨੂੰ ਨਵੇਂ ਕਾਮਰੇਡ ਮਿਲੇ, ਪਾਰਟੀ ਦਾ ਪ੍ਰਚਾਰ ਹੋਇਆ। ਅਸਲ 'ਚ ਪਾਬੰਦੀ ਹਟਣ ਤੋਂ ਪਿੱਛੋਂ ਸਾਨੂੰ ਖੁੱਲ੍ਹੇਆਮ ਪ੍ਰਚਾਰ ਦਾ ਇਹ ਮੌਕਾ ਮਿਲਿਆ ਸੀ। ਹੁਣ ਭਾਵੇਂ ਅਸੀਂ ਸੋਚੀਏ ਕਿ ਉਹ ਪਾਲਿਸੀ ਵੀ ਕੋਈ ਬਾਹਲੀ ਠੀਕ ਨਹੀਂ ਸੀ, ਪਰ ਉਸ ਵੇਲੇ ਸਾਡੇ ਕੋਲ ਚਾਰਾ ਵੀ ਕੋਈ ਨਹੀਂ ਸੀ। ਰੋਟੀ ਖਾ ਹਟੇ ਤਾਂ ਕਾਮਰੇਡ ਜੱਸੀ ਕਹਿਣ ਲੱਗਾ, ਕੁੰਦਨ, ਮੇਰੀ ਗੱਲ ਸੁਣ, ਕਮਿਊਨ 'ਚ ਇਹੋ ਜਿਹੀ ਕਿਹੜੀ ਗੱਲ ਹੋਣੀ ਹੈ? ਮੈਂ ਸੋਚਿਆ, ਕਾਮਰੇਡ ਤੂੰ ਕਹੇ ਤੇ ਜਾਂਦੇ ਹੀ ਨਹੀਂ। ਮੇਰੀ ਗੱਲ ਸੁਣ ਕੇ ਤੂੰ ਉਂਝ ਹੀ ਜਾਣ ਜੋਗਾ ਨਹੀਂ ਰਹਿਣਾ। ਇਹੋ ਜਿਹੀ ਗੱਲ ਤਾਂ ਜਲਦੀ ਦੱਸ। ਲੁਕਵੀਂ ਗੱਲ ਏ, ਸਾਰੇ ਸਾਹਮਣੇ ਦੱਸਣ ਵਾਲੀ ਗੱਲ ਨਹੀਂ। ਹਾਏ ਕਾਮਰੇਡ, ਹੁਣ ਤੇ ਬਿਲਕੁਲ ਉਡੀਕ ਨਹੀਂ ਹੋਣਾ। ਚੰਗੀ ਉਹ ਗੱਲ ਹੈ, ਫਿਕਰ ਵਾਲੀ ਨਹੀਂ। ਤਾਂ ਠੀਕ ਹੈ, ਤੇਰੇ ਲਈ ਇਨਕਲਾਬ ਨਾਲੋਂ ਘੱਟ ਨਹੀਂ। ਤੇ ਜਦੋਂ ਜੱਸੀ ਨੇ ਪਰੇ ਲਿਜਾ ਕੇ ਮੈਨੂੰ ਬਨੇਰੇ ਤੇ ਬਿਠਾ ਲਿਆ ਤੇ ਭੇਤ ਭਰੀ ਸੁਰ 'ਚ ਕਹਿਣ ਲੱਗੇ, ਅੱਜ ਮੈਨੂੰ ਸੋਨੀਆ ਮਿਲੀ ਤੇ ਉਹ ਮੈਨੂੰ ਵੀ ਸੀ। ਕੋਈ ਗੱਲ ਹੋਈ? ਨਹੀਂ, ਮੇਰੇ ਨਾਲ ਤੇ ਨਹੀਂ ਹੋਈ, ਤੇਰੇ ਨਾਲ ਹੋਈ ਏ। ਆਹੋ, ਮੇਰੇ ਨਾਲ ਹੋਈ ਏ।
ਮੈਂ ਪੁੱਛਿਆ ਤੈਨੂੰ ਕੁੰਦਨ ਕਿਹੋ ਜਿਹਾ ਲੱਗਦਾ ਹੈ? ਕਹਿਣ ਲੱਗੀ ਦੈਟ ਸਿਲੀ ਕ੍ਰੀਚਰ। ਹੁਣ ਦੱਸ ਇਹਦਾ ਕੀ ਮਤਲਬ ਹੈ? ਤੂੰ ਹੀ ਦੱਸ, ਮੈਨੂੰ ਕੀ ਪਤਾ। ਮੂਰਖ ਹੀ ਏ, ਇਹ ਗੱਲ ਤੇ ਕਿਸੇ ਨੇੜਲੇ ਦੋਸਤ ਬਾਰੇ ਹੀ ਕਹੀ ਜਾ ਸਕਦੀ ਏ। ਮੈਂ ਚੁੱਪ ਰਿਹਾ। ਮੈਨੂੰ ਪਤਾ ਸੀ ਸ਼ਾਮ ਦੇ ਵੱਧਦੇ ਹਨੇਰੇ 'ਚ ਜੱਸੀ ਮੇਰੇ ਚਿਹਰੇ ਤੋਂ ਨਜ਼ਰਾਂ ਗੱਡੀ ਖੜੀ ਸੀ, ਪਰ ਜੋ ਕੁਝ ਮੇਰੇ ਦਿਲ 'ਚ ਸੀ ਉਹਦਾ ਤੇ ਮੈਨੂੰ ਵੀ ਪਤਾ ਨਹੀਂ ਸੀ ਲੱਗ ਰਿਹਾ। ਜੱਸੀ ਨੂੰ ਇਸ ਹਨੇਰੇ 'ਚ 4 ਕਦਮਾਂ ਦੀ ਵਿੱਥ ਤੇ ਖਲੋਤੀ ਨੂੰ ਕਿਕਣ ਪਤਾ ਲੱਗ ਸਕਦਾ ਸੀ। ਮੇਰਾ ਜੀ ਕੀਤਾ ਮੈਂ ਕਾਬਰੇ ਜੱਸੀ ਨੂੰ ਮੋਢਿਆਂ ਤੋਂ ਫੜ ਕੇ ਉਹਦਾ ਸ਼ੁਕਰੀਆ ਕਰਾਂ, ਪਰ ਇੰਜ ਨਿਸੱਤਾ ਜਿਹਾ ਹੋਇਆ ਬੈਠਾ ਰਿਹਾ ਕਿ ਝੱਟ ਉਡੀਕ ਕੇ ਜੱਸੀ ਨਹੀਂ ਕਿਹਾ ਹੁਣ ਜਾ ਜੇ ਤੂੰ ਜਾਣਾ ਈ। ਮੈਂ ਕਿੱਥੇ ਜਾਣ ਜੋਗਾ ਸੀ। ਜੱਸੀ ਪਰਤ ਕੇ ਆਪਣੀ ਕੁਟੀਆ ਵੱਲ ਚਲੀ ਗਈ। ਮੈਂ ਉੱਥੇ ਬੈਠਾ ਹੀ ਦੈਟ ਸਿਲੀ ਕ੍ਰੀਚਰ ਦੇ ਅਰਥ ਲੱਭਣ ਦੀ ਕੋਸ਼ਿਸ਼ ਕਰਦਾ ਰਿਹਾ। ਫਿਰ ਚੁੱਪਚਾਪ ਉੱਠ ਕੇ ਆਪਣੇ ਕਮਰੇ ਵੱਲ ਸਾਈਕਲ ਰੋੜ ਲਿਆ। ਉਸ ਰਾਤ ਨਾ ਮੈਂ ਕਮਿਊਨ 'ਚ ਰਹਿਣ ਜੋਗਾ ਸੀ ਤੇ ਨਾ ਹੀ ਆਪਣੇ ਮਾਪਿਆਂ ਦੇ ਘਰੇ ਜਾ ਸਕਦਾ ਸੀ। ਇਹ ਗੱਲ ਸੁਣ ਕੇ ਮੇਰਾ ਮਨ ਖੁਸ਼ੀ ਨਾਲ ਉਛਲਿਆ ਸੀ, ਪਰ ਮੈਂ ਆਪਣੇ ਆਪ ਨੂੰ ਇਕੱਲਾ ਵੀ ਮਹਿਸੂਸ ਕੀਤਾ ਸੀ। ਉਹ ਇੱਕ ਕੱਲ ਉਮੀਦਾਂ ਭਰੇ ਕੱਲ ਵੀ ਸੀ ਤੇ ਤੌਖਲਿਆਂ ਭਰੇ ਵੀ। ਸੋਨੀਆ ਨੇ ਆਪਣੇ ਮੂੰਹ ਕੋਈ ਗੱਲ ਨਹੀਂ ਸੀ ਕੀਤੀ। ਉਸ ਰਾਤ ਮੈਂ ਕਵਿਤਾ ਲਿਖੀ, वो लोग जो आखिर बिछड़ गए, वो लोग भी आखिर अच्छे थे, या प्यार ही सारे झूठे थे, या प्यार के धागे कच्चे थे। ਇਹ ਕਵਿਤਾ ਮੈਂ ਦੂਜੇ ਦਿਨ ਸਟੱਡੀ ਸਰਕਲ ਤੋਂ ਪਿੱਛੋਂ ਸੋਨੀਆ ਨੂੰ ਉਹਦੇ ਘਰ ਛੱਡਣ ਜਾਂਦਿਆਂ ਰਾਤ ਸੁਣਾਈ। ਮੈਂ ਤੇ ਚਾਹੁੰਦਾ ਸੀ ਕਿ ਮੈਂ ਕਵਿਤਾ ਉਹਨੂੰ ਤਰੰਨਮ ਨਾਲ ਸੁਣਾਵਾਂ, ਪਰ ਕਚਹਿਰੀ ਦਾ ਪੁਲ ਟੱਪਦਿਆਂ ਤੇ ਅੱਗੋਂ ਗਲੀਆਂ ਵਿੱਚੋਂ ਲੰਘਦਿਆਂ ਸਿਰਫ ਹੌਲੀ-ਹੌਲੀ ਦੁਹਰਾ ਕੇ ਸੁਣਾਈ ਜਾ ਸਕਦੀ ਸੀ। ਸੋਨੀਆ ਚੁੱਪਚਾਪ ਕਵਿਤਾ ਸੁਣਦੀ ਰਹੀ। ਭਾਵੇਂ ਇਸ ਕਵਿਤਾ 'ਚ ਮੇਰੇ ਪਹਿਲੇ ਹੋਏ ਕਿ ਬੀਤੇ ਨਾਕਾਮ ਇਸ਼ਕਾਂ ਵੱਲ ਇਸ਼ਾਰਾ ਸੀ, ਪਰ ਪਤਾ ਨਹੀਂ ਸੋਨੀਆ ਨੂੰ ਉਹਨਾਂ ਦੀ ਕੰਸੋਬ ਹੈ ਸੀ ਜਾਂ ਨਹੀਂ। ਮੈਂ ਕਦੀ ਖੁੱਲ੍ਹ ਕੇ ਆਪਣੇ ਪੁਰਾਣੇ ਇਸ਼ਕਾਂ ਬਾਰੇ ਉਹਦੇ ਨਾਲ ਗੱਲ ਨਹੀਂ ਸੀ ਕੀਤੀ। ਕਹਿੰਦੇ ਨੇ ਆਪਣੇ ਪੁਰਾਣੇ ਇਸ਼ਕਾਂ ਦੀ ਗੱਲ ਵੇਲੇ ਦੀ ਮਸ਼ੂਕਾ ਨਾਲ ਨਹੀਂ ਕਰਨੀ ਚਾਹੀਦੀ। ਖਾਮਖਾਈ ਉਹ ਸੌਕਣ ਦੀ ਹੋਂਦ ਚਿੱਤ ਬਲੈਂਦੀ। ਸੋਨੀਆ ਵਲੈਤ ਰਹਿ ਆਈ ਸੀ, ਉੱਥੇ ਪੜ੍ਹਦੀ ਰਹੀ ਸੀ, ਮਾਸਕੋ, ਬਰਲਿਨ ਤੇ ਕਈ ਹੋਰ ਯੂਥ ਮੇਲਿਆਂ 'ਚ ਹੋ ਆਈ ਸੀ। ਇਸ ਲਈ ਮੈਨੂੰ ਵਿਸ਼ਵਾਸ ਸੀ ਕਿ ਜੇ ਉਹਨੇ ਮੇਰੇ ਪਹਿਲੇ ਇਸ਼ਕਾਂ ਦਾ ਪਤਾ ਵੀ ਲੱਗਦਾ ਤਾਂ ਉਹਨੇ ਸ਼ੁੱਧ ਭਾਰਤੀ ਕੁੜੀਆਂ ਵਾਂਗ ਸੜ ਬਲ ਨਹੀਂ ਸੀ ਜਾਣਾ। ਉਂਝ ਮੈਨੂੰ ਹਰ ਵੇਲੇ ਸੋਚ ਲੱਗੀ ਰਹਿੰਦੀ ਸੀ ਕਿ ਪਤਾ ਨਹੀਂ ਉਹਦਾ ਅੰਤਿਮ ਫੈਸਲਾ ਕੀ ਹੋਏਗਾ। ਜਿਹੜੇ ਮੁੰਡੇ ਉਹਦੇ ਮਾਪਿਆਂ ਵੱਲੋਂ 10 ਪਾਏ ਗਏ ਸਨ, ਉਹਨਾਂ ਨਾਲ ਮੁਲਾਕਾਤ ਕਰਨ ਪਿੱਛੋਂ ਉਹਨੇ ਨਾ ਕਰਤੀ ਸੀ। ਜਦੋਂ ਉਹਨੇ ਕੋਈ ਮੁੰਡਾ ਵੇਖਣ ਜਾਣਾ ਹੁੰਦਾ ਤਾਂ ਉਹ ਮੈਨੂੰ ਪਹਿਲਾਂ ਹੀ ਦੱਸ ਦਿੰਦੀ। ਸ਼ਾਇਦ ਉਹ ਮੈਨੂੰ ਜਾਣਬੁੱਝ ਕੇ ਛਿੱਥਿਆਂ ਪਾਉਂਦੀ ਸੀ। ਮੈਂ ਉਹਨੂੰ ਮੂੰਹ ਕੁਝ ਨਹੀਂ ਸੀ ਕਹਿੰਦਾ, ਵਿੱਚੋਂ ਮੈਨੂੰ ਧੁੜਕੂ ਲੱਗ ਜਾਂਦਾ ਸੀ। ਜਦੋਂ ਮੁੜਦੀ ਸੀ ਤਾਂ ਮੈਂ ਉਹਦਾ ਫੈਸਲਾ ਸੁਣਨ ਲਈ ਉਹਦੇ ਮੂੰਹ ਵੱਲ ਤੱਕਦਾ ਰਹਿੰਦਾ। ਮੂੰਹ ਕੁਝ ਨਹੀਂ ਸੀ ਪੁੱਛਦਾ। ਉਹ ਵੀ ਕਦੀ ਹੱਸ ਕੇ ਤੇ ਕਦੀ ਗੰਭੀਰ ਮੂੰਹ ਬਣਾ ਕੇ ਮੈਨੂੰ ਸਤਾਉਂਦੀ ਸੀ। ਅਸਲੀ ਗੱਲ ਦਾ ਮੈਨੂੰ ਉਹਦੇ ਡੈਡੀ ਕੋਲੋਂ ਹੀ ਪਤਾ ਲੱਗਾ, ਜਦੋਂ ਉਹ ਕਹਿੰਦੇ ਇਹਦੇ ਨੱਕ ਹੇਠ ਕੋਈ ਨਹੀਂ ਆਉਂਦਾ, ਕਿਸੇ ਅਫਸਰ ਨੂੰ ਪਸੰਦ ਨਹੀਂ ਕਰਦੀ, ਕਿਸੇ ਵਪਾਰੀ ਨੂੰ ਨਹੀਂ ਮੰਨਦੀ। ਕਾਮਰੇਡ ਵੀ ਹੋਵੇ, ਸਿਆਣਾ ਵੀ ਹੋਵੇ, ਲਗਨ ਵਾਲਾ ਵੀ ਹੋਵੇ, ਖਾਂਦਾ ਪੀਂਦਾ ਵੀ ਹੋਵੇ ਤੇ ਕੋਈ ਹਰਜ ਨਹੀਂ। ਹੁਣ ਇਹ ਸਾਰੀਆਂ ਗੱਲਾਂ ਇੱਕੋ ਥਾਂ ਕਿੱਥੋਂ ਮਿਲ ਜਾਣ। ਐਤਕੇ ਜਦੋਂ ਮੁੰਡਾ ਵੇਖ ਕੇ ਮੁੜੀ ਤਾਂ ਅਸੀਂ ਬੁੱਢੇ ਨਾਲੇ ਦੇ ਕੰਢੇ ਸੈਰ ਨਿਕਲ ਗਏ। ਉਦੋਂ ਹੁਣ ਵਾਂਗ ਗੰਦਾ ਨਹੀਂ ਸੀ। ਮੈਂ ਇਹਨੂੰ ਆਪਣੀ ਇੱਕ ਹੋਰ ਹਿੰਦੀ ਦੀ ਕਵਿਤਾ ਸੁਣਾਈ, ਜਿਸ 'ਚ ਉਹਨੂੰ ਫੈਸਲਾ ਕਰਨ ਲਈ ਚੁਣੌਤੀ ਦਿੱਤੀ ਸੀ। ਮੇਰੀ ਚੁਣੌਤੀ ਦਾ ਸੁਣ ਉਹਨੇ ਆਪਣੇ ਪਰਸ ਨੂੰ ਖੋਲ ਕੇ ਉਹਦੇ ਵਿੱਚੋਂ ਇੱਕ ਕਾਗਜ਼ ਕੱਢਿਆ ਤੇ ਪੁੱਛਿਆ, ਦੱਸ ਇਹ ਕੀ ਹੈ? ਮੈਨੂੰ ਕੀ ਪਤਾ ਹੈ, ਕੋਈ ਚਿੱਠੀ ਹੈ ਤੇ ਚਿੱਠੀ, ਪਰ ਮੈਂ ਇਹ ਆਪਣੇ ਡੈਡੀ ਨੂੰ ਲਿਖੀ ਹੈ। ਰੋਜ਼ ਜੋ ਮੈਨੂੰ ਮੁੰਡੇ ਵੇਖਣ ਲੈ ਤੁਰਦੇ ਨੇ। ਕੀ ਲਿਖਿਆ? ਸੁਣ ਲੈ। ਚਿੱਠੀ ਅੰਗਰੇਜ਼ੀ ਵਿੱਚ ਸੀ। ਮੇਰੇ ਪਿਆਰੇ ਡੈਡੀ, ਅੱਜ ਕੱਲ੍ਹ ਸਾਡੇ ਘਰਾਂ ਵਿੱਚ ਇੱਕੋ ਮਸਲਾ ਬੜੇ ਜੋਸ਼ ਨਾਲ ਬਹਿਸ ਦਾ ਵਿਸ਼ਾ ਬਣਦਾ ਹੈ, ਕਿਉਂਕਿ ਵਿਸ਼ਾ ਮੇਰੀ ਸ਼ਾਦੀ ਨਾਲ ਤਾਲੁਕ ਰੱਖਦਾ ਹੈ। ਇਸ ਲਈ ਮੈਂ ਵੀ ਬਾਹਰਲੀ ਵਾਰੀ ਇਸ ਬਹਿਸ 'ਚ ਸ਼ਾਮਲ ਹੋਣ ਲਈ ਮਜਬੂਰ ਹੋ ਜਾਂਦੀ ਹਾਂ। ਮੈਨੂੰ ਇਹ ਸਾਰੀ ਬਹਿਸ ਕਦੀ ਬੁਰੀ ਲੱਗਦੀ ਹੈ, ਕਦੀ ਨਹੀਂ। ਇਹ ਤੇ ਮੈਨੂੰ ਪਤਾ ਕਿ ਇਸ ਗੱਲ ਦਾ ਨਿਬੇੜਾ ਕਿਸੇ ਨਾ ਕਿਸੇ ਤੇ ਹੋਣਾ ਹੀ ਹੈ। ਇਸ ਲਈ ਮੈਂ ਤੁਹਾਨੂੰ ਇਹ ਚਿੱਠੀ ਲਿਖ ਕੇ ਆਪਣੇ ਮਨ ਦੀ ਗੱਲ ਦੱਸਣਾ ਚਾਹੁੰਦੀ ਹਾਂ। ਮੈਨੂੰ ਇੱਕ ਮੁੰਡਾ ਪਸੰਦ ਆਇਆ। ਮੈਨੂੰ ਨਹੀਂ ਪਤਾ ਕਿ ਉਹ ਤੁਹਾਨੂੰ ਪਸੰਦ ਆਵੇ ਕਿ ਨਾ। ਇਹ ਲੜਕਾ ਬੜਾ ਚੰਗਾ ਹੈ, ਹਲੀਮ ਹੈ, ਬੜੇ ਮੂੰਹ ਵਾਲਾ, ਲਿਹਾਜ਼ਦਾਰ ਹੈ, ਵੇਖਣ ਨੂੰ ਵੀ ਚੰਗਾ ਲੱਗਦਾ ਹੈ। ਚਿੱਠੀ ਸੁਣਦਿਆਂ ਮੈਨੂੰ ਇਉਂ ਮਹਿਸੂਸ ਹੋਇਆ ਇਹ ਚਿੱਠੀ ਸ਼ਾਇਦ ਉਹਨੇ ਮੇਰੇ ਬਾਰੇ ਲਿਖੀ ਹੈ, ਕਿਉਂਕਿ ਸਾਰੀਆਂ ਗੱਲਾਂ ਮੇਰੇ ਨਾਲ ਮੇਲ ਖਾਂਦੀਆਂ ਸਨ। ਫਿਰ ਵੀ ਮੈਂ ਉਹਦੇ ਮੂੰਹ ਸੁਣਨਾ ਚਾਹੁੰਦਾ ਸੀ, ਇਸ ਲਈ ਮੈਂ ਪੁੱਛ ਲਿਆ, ਸੋਨੀਆ, ਕਿਧਰੇ ਮੇਰੇ ਬਾਰੇ ਤੇ ਨਹੀਂ? ਮੇਰੀ ਗੱਲ ਸੁਣ ਕੇ ਹੱਸੀ ਦੇ ਵਿੱਚ ਚੁੱਪ ਰਹੀ। ਮੈਂ ਆਪਣੀ ਪੁੱਛ ਦੁਹਰਾਈ, ਕਹਿਣ ਲੱਗੀ, ਜਿਹੜੀ ਗੱਲ ਮੈਂ ਇਸ ਚਿੱਠੀ 'ਚ ਲਿਖੀ ਹੈ ਕਿ ਮੈਨੂੰ ਇੱਕ ਮੁੰਡਾ ਮਿਲਿਆ, ਇਸ ਤੋਂ ਵੱਧ ਹਾਲੇ ਮੈਂ ਕੁਝ ਨਹੀਂ ਕਹਿ ਸਕਦੀ। ਕੋਈ ਹੋਰ ਵੀ ਹੋ ਸਕਦਾ। ਮੈਨੂੰ ਇੰਝ ਲੱਗਾ ਕਿ ਮੇਰਾ ਮਖੌਲ ਉਡਾਉਂਦੀ ਪਈ ਸੀ। ਇਹ ਵੀ ਲੱਗਾ ਕਿ ਇੱਕ ਵਾਰੀ ਫੇਰ ਮੇਰੇ ਨਾਲ ਪੁਰਾਣੀ ਕਹਾਣੀ ਵਾਪਰਨ ਲੱਗੀ ਹੈ। ਇਸ਼ਕ, ਸੌਹਾਂ, ਸ਼ਾਇਰੀ ਤੇ ਫਿਰ ਵਿਆਹ ਕਿਸੇ ਹੋਰ ਥਾਂ। ਇੱਕ ਵਾਰੀ ਤੇ ਮੇਰਾ ਦਿਲ ਬਹਿ ਗਿਆ,
ਪਰ ਫਿਰ ਮੇਰੇ ਅੰਦਰ ਕ੍ਰੋਧ ਜਾਗ ਪਿਆ। ਮੈਂ ਆਮ ਤੌਰ ਤੇ ਗੁੱਸੇ 'ਚ ਨਹੀਂ ਆਉਂਦਾ, ਪਰ ਜੇ ਕਦੀ ਕ੍ਰੋਧ ਜਾਗੇ ਤਾਂ ਫਿਰ ਮੈਂ ਆਪਣੇ ਆਪ ਤੇ ਕੰਟਰੋਲ ਨਹੀਂ ਰੱਖ ਸਕਦਾ। ਇੱਕਦਮ ਮੇਰਾ ਬੰਨ ਟੁੱਟ ਗਿਆ ਤੇ ਮੈਂ ਗੁੱਸੇ 'ਚ ਪਤਾ ਨਹੀਂ ਕੀ ਬੋਲ ਗਿਆ। ਸੋਨੀਆ ਹੈਰਾਨ ਹੋ ਗਈ। ਉਹਨੂੰ ਇਹ ਆਸ ਨਹੀਂ ਸੀ ਕਿ ਮੈਂ ਇੰਨਾ ਗੁੱਸਾ ਕਰਾਂਗਾ। ਉਹਨੇ ਤੇ ਸ਼ਾਇਦ ਗੱਲ ਹਾਸੇ 'ਚ ਪਾ ਕੇ ਮੈਨੂੰ ਖਿਜਾਉਣ ਲਈ ਕੀਤੀ ਹੋਵੇ, ਪਰ ਮੈਨੂੰ ਪਤਾ ਨਹੀਂ ਕੀ ਹੋ ਗਿਆ। ਸ਼ਾਇਦ ਮੇਰਾ ਬਾਰ-ਬਾਰ ਦੀ ਨਿਸਫਲਤਾ ਨੂੰ ਚਿਤਵ ਕੇ ਬੰਨ ਟੁੱਟਾ ਸੀ। ਸ਼ਾਇਦ ਮੈਂ ਸੋਨੀਆ ਉੱਤੇ ਉਹ ਉਮੀਦਾਂ ਲਾ ਲਈਆਂ ਸਨ ਜਿਹੜੀਆਂ ਅੱਗੇ ਮੈਂ ਕਿਸੇ ਹੋਰ ਕੋਲੋਂ ਨਹੀਂ ਸੀ ਲਾਈਆਂ। ਇਹਨਾਂ ਪੱਕੀਆਂ ਉਮੀਦਾਂ ਦੇ ਢਹਿ ਢੇਰੀ ਹੋਣ ਦੀ ਦਹਿਸ਼ਤ ਨੇ ਮੇਰੇ ਅੰਦਰ ਕ੍ਰੋਧ ਜਗਾ ਦਿੱਤਾ ਸੀ। ਉਹ ਮੇਰਾ ਹੱਥ ਹੀ ਫੜਦੀ ਰਹਿ ਗਈ। ਕੁੰਦਨ, ਮੈਨੂੰ ਨਹੀਂ ਸੀ ਪਤਾ ਕਿ ਤੂੰ ਗੁੱਸਾ ਵੀ ਕਰਦਾ। ਅੱਜ ਤੱਕ ਸਾਲ ਤੋਂ ਉੱਪਰ ਹੋ ਗਿਆ ਮੈਂ ਤੈਨੂੰ ਸਦਾ ਹੱਸਦਾ ਹੀ ਤੱਕਿਆ, ਪਰ ਅੱਜ ਤੇ ਤੂੰ ਕਮਾਲ ਕਰਦੀ ਹੈ। ਵਾਪਸ ਮੁੜਨ ਵੇਲੇ ਕਹਿਣ ਲੱਗੀ, ਕੁੰਦਨ ਅੱਜ ਤੇਰੇ ਘਰ ਚਲੀਏ। ਕੀ ਕਰੇਂਗੀ ਉੱਥੇ? ਮਾੜਾ ਜਿਹਾ ਘਰ ਹੈ, ਐਵੇਂ ਫਜ਼ੂਲ ਗੱਲਾਂ ਨਾ ਕਰ। ਚੱਲ ਫਿਰ, ਜੇ ਤੂੰ ਚੱਲਣਾ ਹੀ ਹੈ। ਤੈਨੂੰ ਨਿਰਾਸ਼ਾ ਹੀ ਹੋਏਗੀ। ਕਿਉਂ? ਤੇਰੇ ਘਰ ਦੇ ਬੰਦੇ ਚੰਗੇ ਨਹੀਂ? ਚੰਗੇ ਤੇ ਹਨ, ਪਰ ਗਰੀਬ ਬੜੇ ਨੇ। ਆਪਣਿਆਂ ਦੀ ਗਰੀਬੀ ਨਹੀਂ ਵੇਖੀਦੀ, ਆਪਣਤ ਵੇਖੀਦੀ ਹੈ। ਗੱਲ ਉਹਨੇ ਵਧੀਆ ਕੀਤੀ ਸੀ, ਪਰ ਮੈਂ ਅੱਗੋਂ ਕੋਈ ਹੁੰਗਾਰਾ ਨਹੀਂ ਸੀ ਭਰਿਆ। ਅਸਲ 'ਚ ਮੈਨੂੰ ਆਪਣੇ ਤੇ ਤਾਏ ਦਾ ਸਾਂਝਾ ਘਰ ਸੋਨੀਆ ਦੇ ਘਰ ਦੇ ਮੁਕਾਬਲੇ ਇੱਕ ਖੋੜਾ ਹੀ ਲੱਗਦਾ ਸੀ। ਸਿਵਲ ਲਾਈਨਸ ਦੀਆਂ ਸਾਫ਼ ਗਲੀਆਂ ਤੇ ਸੋਨੀਆ ਦੇ ਮਾਪਿਆਂ ਦੀ ਕੋਠੀ ਅੰਦਰ ਬਗੀਚਾ, ਫਿਰ ਟਹਿਲਦੀ ਚਹਿਕਦੀ ਸੋਨੀਆ ਜਾਂ ਚਹਿਲ ਕਦਮੀ ਕਰਦੇ ਉਹਦੇ ਡੈਡੀ, ਤੇ ਇੱਧਰ ਲక్ష్మణ ਨਗਰ ਦੀਆਂ ਭੀੜੀਆਂ ਗਲੀਆਂ ਵਿੱਚ ਘਰ ਵਗਦੀਆਂ ਨਾਲੀਆਂ ਦਾ ਗੰਦਾ ਪਾਣੀ ਤੇ 2 ਕਮਰਿਆਂ ਦਾ ਛੋਟਾ ਜਿਹਾ ਕਿਰਾਏ ਦਾ ਘਰ। ਘਰੋਂ ਬਾਹਰ ਸੋਨੀਆ ਨਾਲ ਰੋਮਾਂਸ ਠੀਕ ਸੀ, ਪਰ ਉਹਨੂੰ ਇਸ ਘਰ ਲਿਆਉਣਾ, ਉਹਦੇ ਨਾਲ ਟੁਰੇ ਆਉਂਦੇ ਨੂੰ ਇਹੀ ਸੋਚ ਆਈ ਜਾਵੇ ਕਿ ਸੋਨੀਆ ਵਾਪਸ ਪਰਤ ਜਾਣ ਦੀ ਗੱਲ ਕਰੇ ਤੇ ਕਿਸੇ ਹੋਰ ਦਿਨ ਆਉਣ ਦਾ ਇਰਾਦਾ ਜ਼ਾਹਰ ਕਰੇ। ਪਰ ਉਹ ਸਾਈਕਲ ਦੇ ਡੰਡੇ ਤੇ ਬੈਠੀ ਪਰਲ ਗੱਲਾਂ ਕਰੀ ਜਾਂਦੀ ਸੀ। ਘਰੇ ਪਹੁੰਚਣ ਤੋਂ ਪਹਿਲਾਂ ਉਹਨਾਂ ਗਲੀਆਂ 'ਚੋਂ ਲੰਘਣਾ ਤੇ ਜ਼ਰੂਰੀ ਸੀ। ਸੋਨੀਆ ਆਪਣੇ ਪੈਰ ਬਚਾਉਂਦੀ ਲੰਘੀ ਜਾ ਰਹੀ ਸੀ। ਇੰਝ ਲੱਗਦਾ ਸੀ ਜਿਕਨ ਉਹਨੂੰ ਇਹਨਾਂ ਗਲੀਆਂ 'ਚੋਂ ਲੰਘਣਾ ਅਲੋਕਾਰਾ ਨਹੀਂ ਸੀ ਲੱਗ ਰਿਹਾ। ਸ਼ਾਇਦ ਉਹਦੇ ਅੰਦਰੋਂ ਆਪਣਾ ਜਮਾਤੀ ਚਿੱਤਰ ਧੋਤਾ ਗਿਆ ਸੀ, ਪਰ ਮੇਰੇ ਅੰਦਰੋਂ ਜਾਗੀ ਹੀਣਤਾ ਦੀ ਭਾਵਨਾ ਇਹ ਦੱਸਦੀ ਸੀ ਕਿ ਮੇਰੇ ਅੰਦਰੋਂ ਆਪਣਾ ਜਮਾਤੀ ਚਿੱਤਰ ਉਵੇਂ ਦਾ ਉਵੇਂ ਕਾਇਮ ਸੀ ਤੇ ਆਪਣੀ ਗਰੀਬੀ ਤੋਂ ਸ਼ਰਮਸਾਰ ਹੋਣ ਦੀ ਕੋਈ ਲੋੜ ਨਹੀਂ ਸੀ। ਇਸੇ ਗਰੀਬੀ ਨੇ ਤਾਂ ਮੈਨੂੰ ਇਨਕਲਾਬ ਦੀ ਸੋਝੀ ਕਰਾਈ ਸੀ। ਇਹਦੇ ਤੋਂ ਕਾਹਦੀ ਸ਼ਰਮਿੰਦਗੀ? ਭਾਵੇਂ ਮੈਂ ਇਹ ਗਰੀਬੀ ਆਪ ਨਹੀਂ ਸਹੇੜੀ, ਪਰ ਇਹ ਗਰੀਬੀ ਵਿਗੋਚਾ ਹੁੰਦੀ ਹੋਈ ਵੀ ਗਦਾ ਹਮਾਰੀ ਹੈ। ਜੇ ਸੋਨੀਆ ਮੇਰੇ ਨਾਲ ਸ਼ਾਦੀ ਕਰਦੀ ਹੈ ਤਾਂ ਇਹ ਉਹਦੀ ਬਹਾਦਰੀ ਹੋਏਗੀ, ਕਿਉਂਕਿ ਇਹ ਗਰੀਬੀ ਉਹਦੀ ਆਪ ਸਹੇੜੀ ਹੋਏਗੀ। ਪਰ ਹਾਲੀ ਕੀ ਪਤਾ ਹਵਾ ਕਿਸ ਪਾਸੇ ਵਗਦੀ ਹੈ। ਘਰ ਪਹੁੰਚੇ ਤਾਂ ਤਾਈ ਜੀ ਚੁੱਲ੍ਹੇ ਅੱਗੇ ਬੈਠੇ ਰੋਟੀਆਂ ਪਈ ਪਕਾਉਂਦੇ ਸਨ। ਮਾਂ ਮੇਰੀ ਕੱਪੜੇ ਧੋਂਦੀ ਪਈ ਸੀ। ਪਿਤਾ ਜੀ ਤੇ ਤਾਇਆ ਜੀ ਦੋਵੇਂ ਹੀ ਘਰ ਨਹੀਂ ਸਨ। ਹੈਰਾਨ ਹੋਇਆ ਕਿ ਇਹ ਕਿਹੜਾ ਵੇਲਾ ਹੋਇਆ ਕੱਪੜੇ ਧੋਣ ਦਾ। ਨਾਲੇ ਹੈਰਾਨ ਹੋਇਆ ਕਿ ਤਾਇਆ ਜੀ ਤੇ ਪਿਤਾ ਜੀ ਘਰ ਕਿਉਂ ਨਹੀਂ ਸਨ ਆਏ, ਤੇ ਮੈਂ ਸਾਰੀਆਂ ਗੱਲਾਂ ਅਣਗੌਲੀਆਂ ਰਹਿਣ ਦਿੱਤੀਆਂ। ਗੁੱਦੜ ਫੋਲਣ ਵਾਲੀ ਗੱਲ ਹੋ ਜਾਣੀ ਸੀ। ਮੈਂ ਚੁੱਪ ਰਿਹਾ ਤੇ ਸੋਨੀਆ ਅੰਦਰ ਲੰਘ ਕੇ ਬਲਬ ਦੇ ਚਾਨਣ 'ਚ ਤਾਈ ਨੂੰ ਮਾਤਾ ਨੂੰ ਪਛਾਣ ਕੇ ਨਮਸਤੇ ਕਰਕੇ ਬਹਿਣ ਲਈ ਥਾਂ ਲੱਭਣ ਲੱਗੀ। ਸਟੋਵ ਹਲਕਾ ਕਰਕੇ ਤਾਈ ਉੱਠੀ ਤੇ ਉਹਨੇ ਚੌਂਕੇ ਵਿੱਚ ਹੀ ਬੋਰੀ ਵਿਛਾ ਦਿੱਤੀ। ਹੈ ਤੇ ਠੰਡ ਸੀ, ਪਰ ਉਹਨੇ ਸਾਨੂੰ ਉੱਥੇ ਹੀ ਬਹਿਣ ਲਈ ਕਿਹਾ। ਬਹਿ ਜਾਓ, ਮੈਂ ਫੁਲਕਾ ਲਾਨੀ ਆ, ਖਾ ਲਓ ਗਰਮ। ਮੈਂ ਤੇ ਸੋਨੀਆ ਬਹਿ ਗਏ। ਮਾਤਾ ਵੀ ਵਿਹਲੀ ਹੋ ਕੇ ਆ ਗਈ। ਸੋਨੀਆ ਦੀ ਨਮਸਤੇ ਦੇ ਜਵਾਬ 'ਚ ਉਹਨੇ ਪਿਆਰ ਦਿੱਤਾ। ਕੱਪੜੇ ਧੋਣ ਕਰਕੇ ਉਹ ਠਰੀ ਪਈ ਸੀ। ਤਾਈ ਨੇ ਚਾਹ ਦਾ ਗਲਾਸ ਬਣਾ ਕੇ ਮਾਤਾ ਨੂੰ ਫੜਾਤਾ। ਮਾਤਾ ਵੀ ਉੱਥੇ ਸਾਡੇ ਕੋਲ ਪੀੜੀ ਤੇ ਬੈਠੀ ਰਹੀ। ਮੈਂ ਸਹੀ ਕਰ ਲਿਆ ਸੀ ਕਿ ਮਾਤਾ ਬੜੇ ਗੌਰ ਨਾਲ ਸੋਨੀਆ ਵੱਲ ਤੱਕਦੀ ਪਈ ਸੀ। ਪਤਾ ਨਹੀਂ ਉਹਨਾਂ ਦੋਹਾਂ ਦੇ ਮਨਾਂ 'ਚ ਕਿਹੋ ਜਿਹੇ ਖਿਆਲ ਸਨ। ਮੈਂ ਇਹਦੇ ਬਾਰੇ ਬਿਲਕੁਲ ਕੋਈ ਅਟਕਲ ਨਹੀਂ ਸੀ ਲਾ ਸਕਦਾ। ਅੱਜ ਮੇਰਾ ਖਿਆਲ ਹੈ ਮੈਂ ਪਹਿਲੀ ਵਾਰੀ ਇੰਜ ਚੌਕੇ 'ਚ ਬਹਿ ਕੇ ਰੋਟੀ ਖਾਂਦੀ ਪਈਆਂ। ਬੜਾ ਮਜ਼ਾ ਆਇਆ। ਤੇ ਫਿਰ ਉਹਨੇ ਅੰਗਰੇਜ਼ੀ 'ਚ ਕਿਹਾ, ਇਹ ਆਪਣਾ ਕਲਚਰ ਹੈ। ਮੈਂ ਤੇ ਤਰਸ ਗਈ ਸੀ। ਦਿਲ 'ਚ ਮੈਂ ਸੋਚਿਆ, ਬੀਬੀ ਸੋਨੀਆ, ਇੱਕ ਅੱਧੀ ਵਾਰੀ ਇੰਜ ਖਾਈਏ ਤਾਂ ਰੋਮਾਂਟਿਕ ਲੱਗਦਾ। ਰੋਜ਼ ਇੰਜ ਬੋਰੀ ਤੇ ਬਹਿ ਕੇ ਖਾਣੀ ਪਏ ਤਾਂ ਸਭ ਤਰਸੇਵਾਂ ਲੈ ਜਾਂਦਾ ਹੈ, ਤੇ ਜੇ ਤੈਨੂੰ ਇੰਜ ਰੋਟੀ ਖਾਣੀ ਪੈ ਗਈ ਤਾਂ ਫਿਰ ਤੂੰ ਮਾਪਿਆਂ ਦੇ ਘਰ ਦੇ ਡਾਈਨਿੰਗ ਟੇਬਲ ਨੂੰ ਤਰਸ ਜਾਣਾ। ਪਰ ਮੈਂ ਮੂੰਹੋਂ ਕੁਝ ਨਹੀਂ ਕਿਹਾ। ਸਾਰਿਆਂ ਦੇ ਚਿਹਰਿਆਂ ਦੇ ਹਾਵ ਭਾਵ ਪਰਖਦਾ ਜਾਚਦਾ ਰਿਹਾ। ਤਾਈ ਜੀ ਕਹਿਣ ਲੱਗੇ, ਅਸੀਂ ਹੁਣ ਕੁੰਦਨ ਦਾ ਵਿਆਹ ਕਰ ਦੇਣਾ। ਆਹੋ ਮਾਸੀ ਜੀ, ਹੁਣ ਕਰ ਦੇਣਾ ਚਾਹੀਦਾ। ਤੂੰ ਤੇ ਲੱਭ ਨਾ ਕੋਈ ਸੋਹਣੀ ਜੀ ਕੁੜੀ। ਚੰਗਾ ਲੱਭਾਂਗੀ, ਪਰ ਕਿੰਨੀ ਕੁ ਸੋਹਣੀ ਹੋਵੇ ਜਿੰਨਾ ਸੋਹਣਾ ਕੁੰਦਨ ਹੈ। ਤਾਂ ਤੇ ਮੁਸ਼ਕਿਲ ਹੈ। ਇਹਦੇ ਵਰਗੀ ਸੋਹਣੀ ਕੁੜੀ ਤੇ ਘੱਟ ਵੱਧ ਹੀ ਲੱਭਣੀ ਹੈ। ਵਾਪਸੀ ਤੇ ਮੈਂ ਸਾਈਕਲ ਦੇ ਡੰਡੇ ਤੇ ਬੈਠੀ ਸੋਨੀਆ ਦੇ ਕੰਨ ਕੋਲ ਮੂੰਹ ਕਰਕੇ ਪੁੱਛਿਆ, ਹੈ ਹੀ ਕੋਈ ਕੁੜੀ ਲੱਭੀ? ਕਹਿਣ ਲੱਗੀ, ਲੱਭਾਂਗੀ ਜੇ ਲੱਭ ਗਈ। ਘਰੇ ਪਹੁੰਚੇ ਚੰਗਾ ਚੋਖਾ ਹਨੇਰਾ ਹੋ ਗਿਆ ਸੀ। ਅੱਗੇ ਅੰਕਲ ਬੂਹੇ 'ਚ ਖਲੋਤੇ ਉਡੀਕਦੇ ਪਏ ਸਨ। ਰੋਜ਼ ਵਾਂਗ ਇੱਕ ਵਾਰੀ ਫੇਰ ਮੈਨੂੰ ਉਹਨਾਂ ਦੇ ਉਡੀਕਣ ਦੀ ਡਾਢੀ ਸ਼ਰਮ ਆਈ, ਪਰ ਇਹ ਸ਼ਰਮ ਝੱਟ ਦੀ ਝੱਟ ਆਉਂਦੀ ਸੀ, ਦੂਜੇ ਦਿਨ ਫੇਰ ਵਿਸਰ ਜਾਂਦੀ ਸੀ। ਹੌਲੀ ਹੌਲੀ ਮੈਂ ਸੋਨੀਆ ਦੇ ਕੰਨਾਂ 'ਚ ਆਪਣੀ ਕਵਿਤਾ ਗੁਣਗੁਣਾਉਂਦਾ ਆਇਆ ਸੀ
तेरे हाथों में मेरा हाथ है, जहां मैं कोई नूरो जहांगीर नहीं, तू मुझे छोड़कर भी जा सकती है। ਇਹ ਕਵਿਤਾ ਗੁਣਗੁਣਾਉਂਦਿਆਂ ਹੋਇਆ ਮੇਰਾ ਮਨ ਆਨੰਦ ਵੀ ਭੋਰ ਸੀ, ਪਰ ਇਹ ਵੀ ਜਾਪਦਾ ਸੀ ਕਿ ਜਿੰਨੀ ਜਲਦੀ ਸੋਨੀਆ ਫੈਸਲਾ ਕਰੇ ਉਨਾ ਚੰਗਾ ਹੈ। ਕਰਨੀ ਤੇ ਇਹਨੇ ਨਾ ਹੀ ਹੈ। ਅੱਜ ਮੇਰਾ ਘਰ ਵੇਖ ਆਈਏ, ਇਸ ਲਈ ਹਾਂ ਦਾ ਤੇ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਜਿੰਨੀ ਜਲਦੀ ਨਾ ਕਰੇਗੀ ਉਨੀ ਜਲਦੀ ਇਹ ਵਿਛੋੜੇ ਦਾ ਜਾਂ ਨਾ ਦਾ ਦਰਦ ਮੁੱਕ ਜਾਏਗਾ। ਘਰੇ ਪਹੁੰਚਣ ਤੇ ਪਹਿਲੇ ਮੈਨੂੰ ਪੁੱਛਦੀ ਹੈ, ਤੂੰ ਮੇਰਾ ਹੱਥ ਛੱਡ ਦਿੱਤਾ? ਮੈਂ ਫੜਨ ਦੀ ਹਿੰਮਤ ਹੀ ਕਿੱਥੇ ਕੀਤੀ ਸੀ। ਨਹੀਂ ਕੁੰਦੇ, ਅੱਜ ਮੈਂ ਫੈਸਲਾ ਕੀਤਾ ਕਿ ਹੱਥ ਨਹੀਂ ਛੱਡਣਾ। ਮੈਂ ਭੁਚੱਕਾ ਰਹਿ ਗਿਆ। ਬੜੀ ਬਹਾਦਰ ਕੁੜੀ ਹੈ। ਅੱਗੇ ਤੇ ਮੈਂ ਸਿਰਫ ਆਪਣੇ ਮੂੰਹ ਹੀ ਕਹਿੰਦਾ ਸੀ ਕਿ ਮੈਂ ਗਰੀਬ ਹਾਂ। ਅੱਜ ਤੇ ਮੇਰੇ ਘਰ ਦੀ ਗਰੀਬੀ ਅੱਖੀ ਵੇਖ ਆਈ ਹੈ, ਤੇ ਜੇ ਫਿਰ ਵੀ ਇਹ ਮੇਰਾ ਹੱਥ ਫੜੀ ਰੱਖਣਾ ਚਾਹੁੰਦੀ ਹੈ ਤੇ ਇਹਦੀ ਬਹਾਦਰੀ ਹੈ। ਉਹਦੇ ਵੱਲੋਂ ਹਾਂ ਸੁਣ ਕੇ ਵੀ ਮੈਨੂੰ ਇਤਬਾਰ ਜਿਹਾ ਨਹੀਂ ਸੀ ਆਇਆ। ਮੈਂ ਕਿਹਾ, ਸੋਨੀਆ, ਕਿਤੇ ਜਲਦੀ ਤੇ ਨਹੀਂ ਕਰ ਰਹੇ? ਤੂੰ ਚੰਗੀ ਤਰ੍ਹਾਂ ਸੋਚ ਲੈ, ਜ਼ਿੰਦਗੀ ਦਾ ਮਸਲਾ ਹੈ, ਕੋਈ ਖੇਡ ਨਹੀਂ। ਅਸਲ 'ਚ ਮੈਨੂੰ ਆਪ ਨੂੰ ਅੰਦਰੋਂ ਘਬਰਾਹਟ ਸੀ। ਸ਼ਾਇਦ ਰੋਮਾਂਸ ਦਾ ਸਵਾਦ ਹੋਰ ਗੱਲ ਹੈ ਤੇ ਸ਼ਾਦੀ ਦੀ ਜ਼ਿੰਮੇਵਾਰੀ ਹੋਰ ਗੱਲ ਹੈ, ਤੇ ਮੈਂ ਪਾਰਟੀ ਦਾ ਕੁੱਲ ਵਕਤੀ ਕਾਰਕੁਨ ਤੇ ਅਮੀਰ ਮਾਪਿਆਂ ਦੀ ਧੀ, ਕੀ ਇਹ ਮੇਰੇ ਨਾਲ ਸੁਖੀ ਰਹਿ ਸਕੇਗੀ? ਇੰਨੀ ਮੇਰੀ ਉਮਰ ਹੋ ਗਈ ਹੈ। ਚੜ੍ਹਦੀ ਜਵਾਨੀ ਵਾਲੇ ਰੋਮਾਂਸ ਦੀ ਸ਼ਿੱਦਤ ਨਹੀਂ, ਹੁਣ ਤੇ ਸੋਚਾਂ ਆ ਗਈਆਂ ਨੇ। ਅਗਲੇ ਰੋਮਾਂਸ ਦੇ ਮੇਰੇ ਤਜਰਬੇ ਕੋਈ ਚੰਗੇ ਨਹੀਂ ਸਨ, ਤੇ ਹੁਣ ਜਦੋਂ ਇਹ ਖੁਸ਼ੀ ਭਰਿਆ ਫੈਸਲਾ ਮੇਰੇ ਕੰਨੀ ਪਿਆ ਪੈਂਦਾ ਸੀ ਤੇ ਮੈਂ ਡਰ ਗਿਆ ਸੀ। ਸੋਨੀਆ ਨੂੰ ਉਹਦੇ ਘਰ ਉਤਾਰ ਕੇ ਅੰਕਲ ਦੇ ਰੋਕਦਿਆਂ ਵੀ ਮੈਂ ਆਪਣਾ ਸਾਈਕਲ ਪਿੱਛੇ ਵੱਲ ਮੋੜ ਲਿਆ। ਧੰਨਵਾਦ।